ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਹਰ ਰੋਜ਼ ਦੀ ਤਰ੍ਹਾਂ ਸਮਾਂ ਸਾਡਾ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹੀ ਹੁੰਦਾ, ਪਰ ਕਿਉਂਕਿ ਦੁਨੀਆ ਗੋਲ ਹੈ ਭਾਈ ਸਾਹਿਬ, ਤੇ ਦੁਨੀਆ ਗੋਲ ਦੇ ਵਿੱਚ ਜਿਹੜੀ ਘੜੀ ਗੋਲ ਹੈ ਉਹਦੀਆਂ ਸੂਈਆਂ ਇੱਧਰ ਉੱਧਰ ਕਰ ਦਿੰਦੀਆਂ। ਸੋ ਆਪਣੇ ਆਪਣੇ ਸਮੇਂ ਮੁਤਾਬਕ ਤੁਸੀਂ ਸਾਨੂੰ ਦੇਖਦੇ ਹੋ, ਉਹਦੇ ਲਈ ਬੜਾ ਧੰਨਵਾਦ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਠ ਸਾਹਿਬ। ਫਿਰ ਸਿਹਤਾਂ ਬਹੁਤ ਵਧੀਆ। ਅੱਜ ਮੇਰਾ ਇਰਾਦਾ ਰਿਕਾਰਡ ਤੋੜਨੇ ਆ। ਰਿਕਾਰਡ ਤਾਂ ਹੁਣ ਆਉਂਦੇ ਨਹੀਂ, ਹੁਣ ਤਾਂ ਕੈਸਟਾਂ ਦਾ ਜ਼ਮਾਨਾ ਵੀ ਹਟ ਗਿਆ ਅੱਜ ਕੱਲ੍ਹ, ਤੇ ਉਹ ਬਸ USB ਜੀ ਚੱਲਦੀ, ਈਵਨ ਉਹ ਵੀ ਹਟ ਗਿਆ ਕੰਮ। ਹੁਣ ਤੇ ਲੋਕ ਫੋਨ 'ਤੇ ਹੀ ਸੁਣ ਲੈਂਦੇ ਆ। ਨਹੀਂ, ਤੁਸੀਂ ਤਾਂ ਉਹੀ ਲੀਡਰਾਂ ਵਾਲੀ ਗੱਲ ਕੀਤੀ ਨਾ, ਵੀ ਲੋਕ ਸਾਹਮਣੇ ਬਹਿ ਜਾਣ, ਅਸੀਂ ਉੱਥੇ ਕੁਰਸੀ ਤੇ ਸਟੇਜ ਤੇ ਬਹਿ ਜਾਈਏ। ਇਹਦੇ 'ਚ ਹੁਣ ਐਵੇਂ ਲੀਡਰਾਂ ਨੂੰ ਘੁਮਾਉਣ ਦੀ ਕੋਈ ਲੋੜ ਹੈ? ਗੱਲ ਸਿਰਫ ਰਿਕਾਰਡ ਦੀ। ਹੁਣ ਤੁਸੀਂ ਰਿਕਾਰਡ 'ਤੇ ਆਓ। ਮੈਂ ਰਿਕਾਰਡ 'ਤੇ ਆਉਣਾ। ਮੈਂ ਤੁਹਾਨੂੰ ਦੱਸ ਦੇਣਾ ਕਿ ਅੱਜ ਦੁਨੀਆ ਦੇ ਵਿੱਚ ਜਿਹੜਾ ਵੀ ਬੰਦਾ ਪੰਜਾਬੀ ਭਾਸ਼ਾ ਸਮਝਦਾ, ਜਿਹਨੂੰ ਕਿਸੇ ਦੀ ਕੀਤੀ ਹੋਈ ਗੱਲ ਸਮਝ ਆਉਂਦੀ ਹੈ, ਕਿਤੇ ਵੀ ਨਿਰਾਸ਼ ਬੈਠਾ, ਕੋਈ ਇਸ ਗੱਲੋਂ ਨਿਰਾਸ਼ ਬੈਠਾ ਹੀ ਨਿੱਕਾ ਨਿਆਣਾ ਕੰਮ ਨਹੀਂ ਕਰਦਾ, ਕੋਈ ਇਸ ਗੱਲੋਂ ਔਖਾ ਭਾਰਾ ਬੈਠਾ ਕਿ ਭਾਈ ਦੁਕਾਨ ਚੱਲੀ ਨਹੀਂ, ਖੋਲ੍ਹੀ ਸੀ, ਕੋਈ ਇਸ ਗੱਲੋਂ ਨਿਰਾਸ਼ ਬੈਠਾ 4 ਵਾਰੀ ਪੇਪਰ ਦਿੱਤਾ ਸੀ, ਸਿਲੈਕਸ਼ਨ ਨਹੀਂ ਹੋਈ, ਕੋਈ ਇਸੇ ਕਰਕੇ ਔਖਾ ਬੈਠਾ ਕਿ ਗੁਆਂਢੀਆਂ ਦੇ ਤਾਂ ਸਾਰੇ ਨਿਆਣੇ ਸੈੱਟ ਹੋ ਗਏ, ਉਹ ਕਿਤੇ ਨਾ ਕਿਤੇ ਐਡਜਸਟ ਹੋ ਗਿਆ, ਕੋਈ ਬਾਹਰ ਚਲੇ ਗਿਆ, ਮੇਰਾ ਕੀ ਬਣੂ, ਕੋਈ ਇਸ ਕਰਕੇ ਔਖਾ ਭਾਰਾ ਬੈਠਾ ਕਿ ਭਾਈ ਮੈਂ ਕੀ ਕਰ ਸਕਦਾ, ਨਾ ਮੇਰੇ ਕੋਲ ਕੋਚਿੰਗ ਲੈਣ ਦੇ ਪੈਸੇ ਹੈ। ਉਹ ਬੰਦਾ ਤਾਂ ਦੌੜ ਕੇ ਜਾ ਕੇ ਬੱਸੇ ਚੜ੍ਹ ਜਾਂਦਾ, ਮੈਂ ਤਾਂ ਅੰਗ ਪੈਰ ਪੂਰੇ ਨਹੀਂ, ਬੱਸੇ ਨਹੀਂ ਚੜ੍ਹ ਸਕਦਾ। ਪਰ ਅੱਜ ਆਹ 2-2.5 ਮਿੰਟਾਂ ਦੇ ਵਿੱਚ ਸੰਧਾਵਾਲੀਆ ਸਾਹਿਬ ਜਿਹੜੀ ਗੱਲ ਤੁਹਾਨੂੰ ਮੈਂ ਦੱਸ ਦੇਣੀ ਹੈ, ਉਹਦੇ ਨਾਲ ਜਦੋਂ ਮੈਂ ਗੱਲ ਮੁਕਾਈ ਤਾਂ ਤੁਸੀਂ ਸੱਚੀ ਕਹਿਣਾ ਕਿ ਭਾਈ ਰਿਕਾਰਡ ਟੁੱਟ ਸਕਦਾ ਹੈ, ਤੇ ਅੱਜ ਦੇ ਇਸ ਪ੍ਰੋਗਰਾਮ 'ਚ ਹੀ ਟੁੱਟ ਸਕਦਾ ਹੈ। ਦੇਖੋ ਜੀ, ਤੋੜ ਲਓ ਪਹਿਲਾਂ ਤੁਸੀਂ ਆਉਂਦੇ, ਕਿਉਂਕਿ ਹੁਣ ਤੱਕ ਦੇ ਬਹੁਤ ਅਸੀਂ ਬਚਾ ਕੇ ਰੱਖਿਆ ਸੀ, ਬੜਾ ਬੰਦਾ ਸਿਆਣਾ ਸਾਡਾ, ਪੜ੍ਹਿਆ ਲਿਖਿਆ ਬੰਦਾ ਹੈ ਨਾ। ਪਰ ਹੁਣ ਜਦੋਂ ਫਿਰ ਹਰਕਤਾਂ ਤੁਸੀਂ ਪੁਰਾਣੀਆਂ ਜਵਾਕਾਂ ਵਾਲੀਆਂ ਦੱਸਣੀਆਂ ਵੀ ਸ਼ੁਰੂ ਤੋਂ ਵੀ ਵੱਜਦੀਆਂ ਕਿੱਦਾਂ ਰਹੀਆਂ, ਵੀ ਅੱਛਾ ਅੱਜ ਆ ਵੀ ਭੰਨਤਾ ਹੀ, ਕੀ ਕਰੀਏ ਫਿਰ? ਹੁਣ ਦੱਸੋ ਤੁਹਾਡਾ। ਅੱਛਾ ਸੰਧਾਵਾਲੀਆ ਸਾਹਿਬ, ਦੇਖੋ 2000 ਸਨ ਤੋਂ 2 ਸਾਲ ਪਹਿਲਾਂ 1998 'ਚ 1998 ਦੇ ਵਿੱਚ ਹਰਿਆਣੇ ਦੇ ਇੱਕ ਪਿੰਡ 'ਚ ਇੱਕ ਜਵਾਕ ਨੇ ਜਨਮ ਲਿਆ। 7 ਸਾਲਾਂ ਦਾ ਹੋਇਆ ਤੇ ਉਹਦੇ ਡੈਡੀ ਦੀ ਡੈਥ ਹੋ ਜਾਂਦੀ ਆ। 3 ਭੈਣਾਂ ਵੱਡੀਆਂ, ਮਾਂ ਦੇ ਸਿਰ ਦੇ ਉੱਤੇ ਬੋਝ ਆ ਜਾਂਦਾ, 4 ਨਿਆਣੇ ਪਾਲਣੇ, ਉਹ ਵੀ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਸੋਸ਼ਲ ਸਿਕਿਉਰਿਟੀ ਨਾਂ ਦੀ ਚੀਜ਼ ਹੀ ਕੋਈ ਨਹੀਂ, ਕਿ ਭਾਈ ਸਰਕਾਰਾਂ ਦੇਖਦੀਆਂ ਹੀ ਨਹੀਂ ਕਿ ਇੱਥੇ 4 ਨਿਆਣੇ ਆ, ਇਕੱਲੀ ਬੀਬੀ ਕਰੂਗੀ ਕੀ, ਕੰਮਕਾਰ ਦਾ ਕਲਚਰ ਆਪਾਂ ਨੂੰ ਪਤਾ ਕਿੱਦਾਂ ਦਾ। ਹੁਣ ਹਾਲਾਤ ਇਹ ਹੋ ਗਿਆ ਕਿ 4 ਨਿਆਣੇ ਨੇ, ਬੀਬੀ ਇਕੱਲੀ ਸਾਂਭਣ ਵਾਲੀ ਹੈ, ਉੱਪਰੋਂ ਪੜ੍ਹਨਾ ਵੀ ਸਾਰਿਆਂ ਨੇ ਹੈ। ਚਲੋ ਮੁੰਡੇ ਨੇ ਕੋਸ਼ਿਸ਼ ਕੀਤੀ, ਪੜ੍ਹਨ ਲੱਗ ਪਿਆ, ਤੇ ਇੱਕ ਦਿਨ ਸਕੂਟੀ ਤੇ ਆਉਂਦਾ ਸੀ ਤੇ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋ ਗਈ ਤੇ ਪੈਰ ਵੱਢਿਆ ਗਿਆ। ਹੁਣ ਹਾਲਾਤ ਦੇਖੋ ਕਿੱਦਾਂ ਦੇ ਆ। 3 ਭੈਣਾਂ ਵਿਆਹੁਣ ਵਾਲੀਆਂ, ਬਾਪੂ ਸਿਰ ਤੇ ਹੈ ਨਹੀਂ, ਪੈਰ ਵੱਢਿਆ ਗਿਆ ਤੇ ਤੁਰ ਉਹ ਸਕਦਾ ਨਹੀਂ। ਫਿਰ ਜਾ ਕੇ ਸਾਲ ਬਾਅਦ, ਕਿਉਂਕਿ 3 ਮਹੀਨੇ ਹਸਪਤਾਲ ਰਿਹਾ ਜਦੋਂ ਪੈਰ ਵੱਢ ਹੋਇਆ, ਫਿਰ ਸਾਲ ਬਾਅਦ ਉਹਨੇ ਲੋਹੇ ਦਾ ਪੈਰ ਲਵਾਇਆ, ਇਹਦਾ ਲਾਉਂਦੇ ਪੱਤੀ ਜੀ, ਕਿ ਹੌਲੀ ਹੌਲੀ ਚਲੋ ਬੰਦਾ ਮਾੜਾ ਜਿਹਾ ਤੁਰ ਸਕੇ। ਉਹਦੇ ਤੋਂ ਬਾਅਦ ਇੱਕ ਤਾਂ ਇਹ ਸੀ ਕਿ ਮੁੰਡਾ ਡਿਪਰੈਸ਼ਨ ਚਲੇ ਜਾਂਦਾ, ਹਮਦਰਦੀ ਭਾਲਦਾ, ਜਾਂ ਕਿਤੇ ਨਾ ਕਿਤੇ ਅਰਜ਼ੀਆਂ ਦਿੰਦਾ ਫਿਰਦਾ ਕਿ ਭਾਈ ਮੇਰਾ ਕਿਤੇ ਢੋ ਮੇਲਾ ਬਣ ਜਾਏ, ਜਾਂ ਫਿਰ ਹਥਿਆਰ ਹੀ ਸਿੱਟ ਲੈਂਦਾ, ਜਿੱਦਾਂ ਆਪਾਂ ਘੇਰ ਸਿੱਟ ਲਈਦੇ ਕਿ ਭਾਈ ਹੁਣ ਕੁਛ ਨਹੀਂ ਹੋ ਸਕਦਾ। ਪਰ ਇੱਦਾਂ ਨਹੀਂ ਹੋਇਆ। ਨਾ ਉਹਦਾ ਘਰਦਿਆਂ ਨੇ ਰੱਖਿਆ ਸੁਮਿਤ। ਹੁਣ ਸੁਮਿਤ ਆ ਜਿਹੜੀਆਂ ਟੋਕੀਓ ਦੇ ਵਿੱਚ ਪੈਰਾ ਓਲੰਪਿਕ ਖੇਡਾਂ ਹੁੰਦੀਆਂ, ਸੰਧਾਵਾਲੀਆ ਸਾਹਿਬ, ਜਦੋਂ ਮੈਂ ਕਿਹਾ ਸੀ ਨਾ ਕਿ ਅੱਜ ਰਿਕਾਰਡ ਤੋੜਨੇ ਆ, ਮੁੰਡਾ ਪਹਿਲਾਂ ਤਾਂ ਨੇਜਾ ਸੁੱਟਦਾ ਜੈਵਲਿਨ ਥਰੂ, ਫਾਈਨਲ ਮੁਕਾਬਲੇ 'ਚ ਪੜਿਆ। ਤੁਸੀਂ ਇਹ ਦੇਖੋ ਕਿ ਜਿਹੜੇ ਮੁੰਡੇ ਦਾ ਡੈਡੀ ਸਿਰ ਤੇ ਨਹੀਂ, ਭੈਣਾਂ 3, ਤੇ ਵਿੱਤੀ ਤੌਰ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡੀ ਉਹ ਲਾਇਬਿਲਿਟੀ ਹੁੰਦੀ ਹੈ ਕਿ ਭੈਣਾਂ ਦਾ ਵਿਆਹ ਵੀ ਕਰਨਾ। ਮੈਂ ਭਾਰਤ ਦੇ ਹਿਸਾਬ ਨਾਲ ਗੱਲ ਕਰਦਾ, ਮੈਂ ਕੁੜੀਆਂ ਨੂੰ ਨਹੀਂ ਕਹਿੰਦਾ ਕਿ ਉਹ ਭਾਰ ਨੇ। ਹੁਣ ਪੈਰ ਵੀ ਵੱਢਿਆ ਗਿਆ ਤਾਂ ਕਰਨਾ ਕੀ ਹੈ? ਤੁਸੀਂ ਇਹ ਦੇਖੋ ਕਿ ਜਦੋਂ ਪਹਿਲੀ ਵਾਰੀ ਨੇਜਾ ਸੁੱਟਿਆ, ਵਰਲਡ ਰਿਕਾਰਡ ਤੋੜਿਆ, ਗੋਲਡ ਮੈਡਲ ਲੈ ਕੇ ਆਇਆ। ਹਰਿਆਣਾ ਸਰਕਾਰ ਕਹਿੰਦੀ 6 ਕਰੋੜ ਦੇਣਾ, ਕਿਉਂਕਿ ਕਈ ਵਾਰੀ ਮੌਕੇ ਮਿਲਦੇ ਆ ਸਿੱਟਣ ਦੇ। ਦੂਜੀ ਵਾਰੀ ਆਇਆ 2 ਮਿੰਟਾਂ ਬਾਅਦ, ਫੇਰ ਜੈਵਲਿਨ ਥਰੋ ਸਿੱਟੀ। 2 ਮਿੰਟ ਪਹਿਲਾਂ ਜਿਹੜਾ ਆਪਣੇ ਰਿਕਾਰਡ ਬਣਾਇਆ ਸੀ ਫੇਰ ਤੋੜ ਦਿੱਤਾ। ਜਦੋਂ ਤੀਸਰੀ ਤੇ ਚੌਥੀ ਵਾਰੀ ਸਿੱਟੀ, ਨਹੀਂ ਗੱਲ ਬਣੀ, ਉੱਥੇ ਵੀ ਨਿਬੜ ਜਾਂਦਾ, ਕੋਈ ਨਹੀਂ ਸੀ। 5ਵੀਂ ਵਾਰੀ ਜਦੋਂ ਫੇਰ ਜੈਵਲਿਨ ਥਰੋ ਸਿੱਟੀ, ਆਪਣਾ ਹੀ 2 ਵਾਰੀ ਦਾ ਰਿਕਾਰਡ ਜਿਹੜਾ ਇਸੇ ਮੈਚ ਬਣਾਇਆ ਸੀ ਫੇਰ ਤੋੜ ਦਿੱਤਾ। ਕਿਆ ਬਾਤ। ਤੁਸੀਂ ਇਹ ਦੇਖੋ ਕਿ ਅੱਜ ਜਿਹੜਾ ਵੀ ਬੰਦਾ ਦੁਨੀਆ ਦੇ ਉੱਤੇ ਕਹਿੰਦਾ ਯਾਰ ਕੁਛ ਨਹੀਂ ਹੋ ਸਕਦਾ, ਕਈ ਮੇਰੇ ਵਰਗੇ ਇਸੇ ਕਰਕੇ, ਉਹ ਯਾਰ ਅੱਜ ਤਾਂ ਮੀਂਹ ਪੈਂਦਾ, ਅੱਜ ਨਹੀਂ ਮੈਂ ਕੁਛ ਕਰਨਾ, ਅੱਜ ਬੱਸੇ ਨਹੀਂ ਚੜਿਆ ਜਾਂਦਾ, ਤੇਰਾ ਕੀ ਬਣੂਗਾ। ਲੋਕ ਹਮਦਰਦੀ ਵਾਲੀਆਂ ਗੱਲਾਂ ਕਰ ਕਰਕੇ ਬੰਦੇ ਨੂੰ ਅੱਧਾ ਥੱਲੇ ਸੜ ਦਿੰਦੇ ਆ। ਇਸ ਕਰਕੇ ਜਿਹੜਾ ਵੀ ਬੰਦਾ ਅਜੇ ਸੁਸਤੀ ਦਾ ਮਾਰਿਆ, ਅਜੇ ਇਸੇ ਦੁੱਖ ਦੇ ਵਿੱਚ ਆ ਕਿ ਭਾਈ ਹੋ ਕੀ ਸਕਦਾ, ਭਾਰਤ ਦੇ ਵਿੱਚ ਆ, ਉਹਦਾ ਤਾਂ ਪੈਰ ਵੀ ਹੈ ਨਹੀਂ ਸੀ, ਉਹਦਾ ਬਾਪੂ ਵੀ ਸਿਰ ਤੇ ਨਹੀਂ ਸੀ, ਵੱਡੀਆਂ 3 ਭੈਣਾਂ ਵੀ ਆ ਘਰ ਦੇ ਵਿੱਚ, ਪੈਰ ਵੱਢਿਆ ਗਿਆ। ਇਹਦੇ ਬਾਵਜੂਦ ਵੀ ਜੇ ਕੁਝ ਮਿੰਟਾਂ ਦੇ ਵਿੱਚ 3 ਵਾਰੀ ਵਰਲਡ ਰਿਕਾਰਡ ਤੋੜ ਕੇ ਉਹ ਪੈਰਾ ਓਲੰਪਿਕ ਦੇ ਵਿੱਚ ਗੋਲਡ ਜਿੱਤ ਕੇ ਹਰਿਆਣੇ ਸਰਕਾਰ ਦਾ 6 ਕਰੋੜ ਰੁਪਈਆ ਗਿਣ ਕੇ ਜੇਬ 'ਚ ਪਾ ਸਕਦਾ,
ਤੇ ਅਸੀਂ ਦੁਨੀਆ ਦਾ ਕਿਹੜਾ ਕੰਮ ਜਿਹੜਾ ਨਹੀਂ ਕਰ ਸਕਦੇ। ਨਹੀਂ ਬਿਲਕੁਲ ਸਹੀ, ਇਹ ਵਾਕਈ ਐਪਰੀਸ਼ੀਏਟ ਕਰਨ ਵਾਲੀ ਚੀਜ਼ ਆ ਵਾਟ ਸਾਹਿਬ। ਉਹ ਆਪਾਂ ਕਈ ਵਾਰ ਸੁਣਦੇ ਹੁੰਦੇ ਨਾ ਵੀ ਉਹ ਪੱਥਰ ਪਾੜ ਕੇ ਜਾਂ ਪੱਥਰ ਦਾ ਸੀਨਾ ਪਾੜ ਕੇ ਕਿੱਦਾਂ ਉੱਗਦੇ ਆ, ਇਹ ਉਹ ਲੋਕ ਹੁੰਦੇ ਜਿਹੜੇ ਪੱਥਰ ਦਾ ਸੀਨਾ ਪਾੜ ਕੇ ਉੱਗਦੇ ਆ। ਸੋ ਵਾਕਈ ਵਧਾਈਆਂ ਉਸ ਪਰਿਵਾਰ ਨੂੰ, ਤੇ ਸਭ ਤੋਂ ਵੱਡੀਆਂ ਉਹਨੂੰ ਜਿਸ ਬੰਦੇ ਨੇ ਮੇਰੇ ਖਿਆਲ ਨਾਲ ਇਹ ਕਾਰਨਾਮਾ ਕੀਤਾ। ਵੱਡੀ ਚੀਜ਼ ਇਹ ਕਿ ਇਹਦੇ ਨਾਲ ਉਹਨੇ ਕਈਆਂ ਨੂੰ ਮੇਰੇ ਖਿਆਲ ਨਾਲ ਮਤਲਬ ਜ਼ਿੰਦਗੀ ਦੇ ਦੇਣੀ ਹੈ, ਕਿਉਂਕਿ ਆਪਾਂ ਇਸ ਤੋਂ ਪਹਿਲਾਂ ਉਹ ਕੁੜੀ ਦਾ ਵੀ ਜ਼ਿਕਰ ਕਰਕੇ ਕੱਲ੍ਹ ਕਿ ਪਰਸੋਂ ਕੀਤਾ ਸੀ, ਜਿਹਨੂੰ ਇੱਕ ਕਿਤਾਬ ਤੋਂ ਇਹ ਇੰਸਪੀਰੇਸ਼ਨ ਮਿਲ ਪਈ ਯਾਰ ਵੀ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਗਵਾਚਿਆ, ਏਡੀ ਕੀ ਗੱਲ ਹੋ ਗਈ। ਤੇ ਹੁਣ ਹੋ ਸਕਦਾ ਵੀ ਇਹ ਜਿਹੜਾ ਬੰਦਾ ਪਤਾ ਨਹੀਂ ਕਿੰਨਿਆਂ ਦੀ ਇੰਸਪੀਰੇਸ਼ਨ ਬਣ ਜਾਣਾ। ਨਹੀਂ, ਬਹੁਤ ਜ਼ਰੂਰੀ ਹੈ। ਮੈਂ ਤਾਂ ਕਹਿੰਦਾ ਕਿ ਪੰਜਾਬ ਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਨਾਲ ਸੰਬੰਧਿਤ ਹਾਂ, ਪੰਜਾਬ ਦੇ ਬਾਰੇ ਸੋਚਦੇ ਹਾਂ। ਜੇ ਕਿਸੇ ਨੂੰ ਲੱਗਦਾ ਕਿ ਪੰਜਾਬ ਦਾ ਪਾਣੀ ਥੱਲੇ ਚਲੇ ਗਿਆ, ਅਸੀਂ ਸੈੱਟ ਨਹੀਂ ਹੋ ਸਕਦੇ। ਜੇ ਸੁਮਿਤ 3 ਵਾਰੀ ਵਰਲਡ ਰਿਕਾਰਡ ਤੋੜ ਸਕਦਾ ਇੱਕ ਮੈਚ, ਅਸੀਂ ਕਰ ਸਕਦੇ ਹਾਂ। ਜੇ ਸਾਨੂੰ ਲੱਗਦਾ ਕਿ ਇੱਥੋਂ ਭ੍ਰਿਸ਼ਟਾਚਾਰ ਨਹੀਂ ਮੁੱਕ ਸਕਦਾ। ਜੇ ਸਾਨੂੰ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਬਿਨਾਂ ਪੈਸਿਆਂ ਤੋਂ, ਬਿਨਾਂ ਸ਼ਰਾਬ ਤੋਂ ਸਾਦੀਆਂ ਚੋਣਾਂ ਨਹੀਂ ਹੋ ਕੇ ਵੋਟਾਂ ਨਹੀਂ ਪੈ ਸਕਦੀਆਂ। ਜੇ ਸਾਨੂੰ ਲੱਗਦਾ ਕਿ ਅਸੀਂ ਆ ਜਿਹੜੇ ਹੋਰ ਹੀ ਕੰਮਾਂ ਦੇ ਵਿੱਚ ਪੈ ਗਏ, ਨਸ਼ਾ ਨਹੀਂ ਮੁੱਕ ਸਕਦਾ, ਸਾਰਾ ਕੁਝ ਹੋ ਸਕਦਾ। ਇੱਕ ਕਦਮ ਅੱਜ ਤੋਂ ਹੀ ਤੁਰਨ ਦੀ ਲੋੜ ਹੈ। ਜਦੋਂ ਕਦੇ ਨਿਰਾਸ਼ ਹੋਏ, ਹਰਿਆਣੇ ਦੇ ਸੁਮਿਤ ਨੂੰ ਗੂਗਲ ਕਰਕੇ ਫੋਟੋ ਕੱਢ ਲਿਓ ਤੇ ਉੱਥੇ ਵੀਡੀਓ ਵੀ ਨਜ਼ਰ ਆ ਜਾਂਦੀ ਹੈ ਕਿ ਉਹ ਲੋਹੇ ਦੇ ਪੈਰ ਦੇ ਨਾਲ ਨੇਜਾ ਸਿੱਟਦਾ ਕਿੱਦਾਂ ਸੀ। ਬਿਲਕੁਲ ਸਹੀ ਗੱਲ। ਸੋ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਕਾਰਨ ਸਾਡਾ ਸ਼ੁਰੂ 'ਚ ਇਹ ਹੁੰਦਾ ਕਿ ਮੁੜ ਕੇ ਅਸੀਂ ਜਿਉਂ ਸ਼ੁਰੂ ਹੁੰਦੇ ਹਾਂ, ਫਿਰ ਸਾਡਾ ਅੱਧਾ ਪੌਣਾ ਘੰਟਾ 1 ਘੰਟਾ ਜਿਹੜਾ ਉਹ ਇਸੇ ਕੰਮ 'ਚ ਲੰਘ ਜਾਂਦਾ ਵੀ ਆ ਵੀ ਮਰ ਗਿਆ ਜੀ, ਉਹ ਵੀ ਲੈ ਕੇ ਬਹਿ ਗਿਆ, ਜਾਂ ਮੁੱਕਰ ਗਿਆ, ਜਾਂ ਉਹ ਕਹਿੰਦਾ ਬਣਨਾ ਕੁਝ ਨਹੀਂ। ਫਿਰ ਤੁਸੀਂ ਕਹਿੰਦੇ ਲੀਡਰਾਂ ਦੀਆਂ ਗੱਲਾਂ ਕਿਉਂ ਕਰਦੇ ਬਈ, ਹੈ ਨਾ। ਸੋ ਮੈਨੂੰ ਇਹ ਹੈ ਵੀ ਬੰਦਾ ਪਹਿਲਾਂ ਥੋੜ੍ਹਾ ਜਿਹਾ ਹੌਸਲੇ ਜਿਹੇ 'ਚ ਹੋ ਜਾਵੇ, ਫਿਰ ਉਹਨੂੰ ਲੱਗੇ ਵੀ ਯਾਰ ਕੋਈ ਗੱਲ ਨਹੀਂ, ਕੁਝ ਨਹੀਂ ਵਿਗੜਿਆ, ਹੈ ਨਾ, ਏਡੀ ਕਿਹੜੀ ਗੱਲਾਂ 'ਚੋਂ ਗੱਲ। ਫਿਰ ਹੁਣ ਗੱਲ ਇਹ ਆ ਵੀ ਸ਼ੁਰੂਆਤ ਆਪਾਂ ਕਰ ਲਈ, ਗਲਾਸ ਆਪਾਂ ਅੱਧਾ ਭਰਿਆ ਵੇਖ ਲਿਆ, ਹੁਣ ਜਿਹੜਾ ਬਾਕੀ ਦਾ ਅੱਧਾ ਖਾਲੀ ਉਹ 'ਤੇ ਆ ਜਾਈਏ। ਦੇਖੋ ਸੁੱਖ ਨਾਲ ਗੱਲ ਇਹ ਹੈ ਵੀ ਰੋਜ਼ ਕੋਈ ਨਾ ਕੋਈ ਬਿਆਨ, ਰੋਜ਼ ਕੋਈ ਨਾ ਕੋਈ ਗੱਲਾਂ, ਇੱਧਰੋਂ ਸੁਣ ਲਓ ਉੱਧਰੋਂ ਸੁਣ ਲਓ, ਪਰ ਫਿਰ ਕਈ ਨਾ ਸੋਚਣ ਲੱਗ ਜਾਈਦਾ ਵੀ ਯਾਰ ਸ਼ੁਰੂ ਕਿਹੜੇ ਪਾਸਿਓਂ ਕਰੀਏ, ਕਿਉਂਕਿ ਭਾਵੇਂ ਪੈਂਦ ਵੱਲ ਪੈ ਜਾਓ, ਭਾਵੇਂ ਸਰਾਣੇ ਵੱਲ ਪੈ ਜਾਓ, ਲੱਕ ਤੇ ਫਿਰ ਵਿਚਾਲੇ ਹੀ ਆ। ਨਹੀਂ, ਗੱਲ ਤੁਹਾਡੀ ਠੀਕ ਆ, ਆਪਾਂ ਕਿਸੇ ਨਾ ਕਿਸੇ ਪਾਸਿਓਂ ਕਰਨੀ ਆ। ਐਂ ਕਰਦੇ ਆ ਆਪਾਂ ਸਿਕੰਦਰ ਸਿੰਘ ਮਲੂਕਾ ਸਾਹਿਬ ਤੋਂ ਹੀ ਕਰ ਲੈਂਦੇ ਆ। ਓਏ ਹੋਏ ਹੋਏ ਹੋਏ, ਵੈਸੇ ਮੈਨੂੰ ਆਸ ਨਹੀਂ ਸੀ ਹੈਗੀ ਕਿ ਇੱਥੋਂ ਤੱਕ ਜਾਣਗੇ, ਪਰ ਜਿਹੜੀ ਉਹਨਾਂ ਨੇ ਉਹ ਕੰਪੈਰੀਜ਼ਨ ਕਰਕੇ ਗੱਲ ਕੀਤੀ ਨਾ ਵੀ ਦੇਖੋ ਜੀ ਵੱਡੇ ਬਾਦਲ ਸਾਹਿਬ ਤੇ ਫਿਰ ਵੱਡੇ ਬਾਦਲ ਸਾਹਿਬ ਹੀ ਹੁੰਦੇ ਸੀ ਨਾ, ਕਹਿੰਦੇ ਉਹਨਾਂ ਨੇ ਕਹਿਣਾ ਵੀ ਅੱਛਾ ਮਲੂਕਾ ਸਿੰਘ ਆਹ ਗੱਲ ਆ, ਕੋਈ ਗੱਲ ਨਹੀਂ, ਫਿਰ ਬਹਿ ਆਪਾਂ ਵਿਚਾਰਦੇ ਹਾਂ, ਇਹਦੇ ਨਾਲ ਸਲਾਹ ਕਰ, ਉਹਦੇ ਨਾਲ ਸਲਾਹ ਕਰ। ਜਦੋਂ ਸਾਰਿਆਂ ਨਾਲ ਸਲਾਹ ਹੋ ਜਾਣੀ ਫਿਰ ਕਹਿਣਾ ਵੀ ਹਾਂ ਵੀ ਆਪਾਂ ਕੰਮ ਕਰਨਾ। ਕਹਿੰਦੇ ਸੁਖਬੀਰ ਬਾਦਲ ਸਾਹਿਬ ਦੇ ਕਿਸੇ ਨਾਲ ਸਲਾਹ ਹੀ ਨਹੀਂ ਕਰਦੇ। ਸਲਾਹ ਕੀ ਕਹਿੰਦੇ ਪਤਾ ਨਹੀਂ, ਜਿਹੜੀ ਗੱਲ ਦਿਮਾਗ 'ਚ ਆ ਜਾਂਦੀ ਵੀ ਅੱਛਾ ਕਰ ਦਿਓ, ਫਿਰ ਕਰ ਦਿਓ ਕਹਿੰਦੇ ਕਰ ਦਿਓ। ਪਤਾ ਨਹੀਂ ਕੀ ਗੱਲ ਆ, ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੂੰ ਲੇਟ ਚੇਤਾ ਆਉਂਦਾ, ਸਾਰਿਆਂ ਨੂੰ ਲੇਟ ਹੀ ਚੇਤਾ ਆਉਂਦਾ। ਜਿਹੜੇ ਵੀ ਬੰਦੇ ਦੀ ਕਿਤੇ ਟਿਕਟ ਕੱਟ ਹੋ ਜਾਂਦੀ ਹੈ, ਜਿਹੜੇ ਬੰਦੇ ਨੂੰ ਕੋਰ ਕਮੇਟੀ ਦੇ ਵਿੱਚੋਂ ਪੁੱਛਣੋਂ ਕਿਛਣੋਂ ਹਟ ਜਾਂਦੇ ਆ, ਜਿਹਦਾ ਇਤਰਾਜ਼ ਨਹੀਂ ਦਰਜ ਕਰਦੇ, ਫਿਰ ਉਹਨਾਂ ਨੂੰ ਵੱਡੇ ਬਾਦਲ ਸਾਹਿਬ ਦਾ ਚੇਤਾ ਆਉਂਦਾ। ਹੁਣ ਤੁਸੀਂ ਦੇਖੋ, ਜਿੱਦਣ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਸਾਹਿਬ ਨੂੰ ਟਿਕਟ ਦਿੱਤੀ ਹੈ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅਨਾਉਂਸ ਕੀਤਾ, ਉਦਣ ਇਹੀ ਸਟੇਟਮੈਂਟ ਸੀ ਕਿ ਦੇਖੋ ਜੀ ਉੱਥੋਂ ਤਾਂ ਗੁਰਪ੍ਰੀਤ ਸਿੰਘ ਮਲੂਕਾ ਚੋਣ ਲੜਨਗੇ, ਕਿਉਂਕਿ ਉਹ ਸਰਗਰਮ ਨੇ, ਰਾਬਤਾ ਵੋਟਰਸ ਦੇ ਨਾਲ ਉਹਨਾਂ ਦਾ ਬਹੁਤ ਵਧੀਆ। ਮੈਂ ਤਾਂ ਜੇ ਚੋਣ ਲੜਾਂਗਾ ਮੌੜ ਮੰਡੀ ਤੋਂ ਲੜਾਂਗਾ, ਕਿਉਂਕਿ ਸਾਲ ਪਹਿਲਾਂ ਪਾਰਟੀ ਨੇ ਡਿਊਟੀ ਲਾਈ ਸੀ, ਪਾਰਟੀ ਦੇ ਨਾਲ ਰਾਬਤਾ ਬੜਾ ਵਧੀਆ, ਤੇ ਮੈਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਟਿਕਟ ਜਿਹਨੂੰ ਮਰਜ਼ੀ ਦੇ ਦਿਓ, ਪਰ ਇੱਕ ਵਾਰੀ ਰਾਮਪੁਰਾ ਫੂਲ ਦੇ ਲੋਕਾਂ ਨੂੰ, ਵੋਟਰਾਂ ਨੂੰ ਪੁੱਛ ਲਿਓ, ਜਿਹਨੂੰ ਕਹਿਣ ਉਹਨੂੰ ਟਿਕਟ ਦੇ ਦਿਓ। ਬਾਕੀ ਪਾਰਟੀ ਦੇ ਨਾਲ ਆ ਗੱਲ ਕਿਹੜੀ ਆ। ਉਹਨਾਂ ਨੂੰ ਆਸ ਨਹੀਂ ਸੀ ਕਿ 4 ਦਿਨਾਂ ਦੇ ਵਿੱਚ ਹੀ ਉਹਨਾਂ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮੌੜ ਮੰਡੀ ਦਾ ਸਿਕੰਦਰ ਸਿੰਘ ਮਲੂਕਾ ਨੂੰ ਨਹੀਂ, ਜਗਮੀਤ ਸਿੰਘ ਬਰਾੜ ਨੂੰ ਬਣਾ ਦੇਣਾ। ਤੇ ਹੁਣ ਅਨਾਉਂਸ ਕਰ ਦਿੱਤਾ ਅਗਲੇ ਨੇ, ਕਹਿੰਦੇ ਮੌੜ ਮੰਡੀ ਤੋਂ ਫਿਰ ਅਕਾਲੀ ਦਲ ਦੀ ਟਿਕਟ ਦੇ ਉੱਤੇ ਜਗਮੀਤ ਸਿੰਘ ਬਰਾੜ ਚੋਣ ਲੜਨਗੇ, ਤੇ ਸਾਰੇ ਪਾਰਟੀ ਦੇ ਵਰਕਰ ਜਿਹੜੇ ਆ ਠੋਕ ਵਜਾ ਕੇ ਉਹਨਾਂ ਦੇ ਨਾਲ। ਹੁਣ ਉਹਦੇ ਤੋਂ ਬਾਅਦ ਫਿਰ ਆ ਸਟੇਟਮੈਂਟ ਆਈ, ਕਹਿੰਦੇ ਜੀ ਵੱਡੇ ਬਾਦਲ ਸਾਹਿਬ। ਮੈਨੂੰ ਵੈਸੇ ਚੇਤਾ ਹੁੰਦਾ ਸੀ ਵੀ ਜਿੱਦਣ ਰਾਮਪੁਰਾ ਫੂਲ ਦੀ ਥਾਂ ਦੇ ਉੱਤੇ ਮੌੜ ਮੰਡੀ ਵਾਲੇ ਪਾਸੇ ਲਾਏ ਹੋਣੇ ਆ ਸਿਕੰਦਰ ਸਿੰਘ ਮਲੂਕਾ ਸਾਹਿਬ, ਉਦਣ ਤਾਂ ਬਕਾਇਦਾ ਪਾਰਟੀ ਦੇ ਵਰਕਰਾਂ ਦਾ ਫਿਰ ਜਨਰਲ ਇਜਲਾਸ ਸੱਦਿਆ ਹੋਣਾ ਕਿ ਭਾਈ ਮਲੂਕਾ ਸਾਹਿਬ ਨੂੰ ਲਾ ਦਈਏ। ਵੈਸੇ ਗੱਲ ਹੀ ਆ, ਇਹਨੇ ਗੱਲ ਦੀ ਨਹੀਂ ਗੱਲ ਕਰਦਾ। ਦੇਖੋ ਮਲੂਕਾ ਸਾਹਿਬ ਵੀ ਹੁਣ ਦੇਖੋ ਪਾਰਟੀ ਦੇ ਵਿੱਚ ਪੁਰਾਣੇ ਲੀਡਰ ਨੇ, ਸੀਨੀਅਰ ਲੀਡਰ ਨੇ ਜੀ। ਦੇਖੋ ਹੋ ਸਕਦਾ ਵੀ ਇਹ ਚੇਂਜ ਐਤਕੀ ਉਹਨਾਂ ਕੱਲਿਆਂ ਨਾਲ ਆਈ, ਇਸ ਕਰਕੇ ਥੋੜ੍ਹਾ ਜਿਹਾ ਮਹਿਸੂਸ ਕਰਦੇ ਆ, ਪਰ ਜੇ ਉਹ ਥੋੜ੍ਹਾ ਜਿਹਾ ਪਿੱਛੇ ਚਲੇ ਜਾਣ ਤੇ ਪਾਰਟੀ ਦੇ ਕਈ ਸੀਨੀਅਰ ਲੀਡਰ ਉਹਨਾਂ ਨੂੰ ਮਿਲ ਜਾਣਗੇ ਜਿਨ੍ਹਾਂ ਨੇ ਇਹ ਦਿਨ ਹੰਢਾਏ ਆ। ਇਹ ਦਿਨ ਕੋ ਮਾੜਾ ਨਹੀਂ ਹੈਗਾ, ਦਿਨ ਬੜਾ ਵਧੀਆ ਜੀ। ਆਮ ਤੌਰ 'ਤੇ ਲੋਕੀ ਇਤਰਾਜ਼ ਕਰਦੇ ਹੁੰਦੇ ਤੇ ਵੀ ਇੱਦਾਂ ਕਿੱਦਾਂ ਯਾਰ, ਫਿਰ ਹੁਣ ਗਾਂ ਉਹਦੇ ਮੁੰਡੇ ਨੂੰ ਟਿਕਟ ਦੇਤੀ ਹੈ। ਦੇਖੋ ਇਹ ਤਾਂ ਅਕਾਲੀ ਦਲ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਵੀ ਜਦੋਂ ਉਹਨਾਂ ਦੇਖਿਆ ਵੀ ਫਲਾਨਾ ਬੰਦਾ ਥੋੜ੍ਹਾ ਸੀਨੀਅਰ ਹੈ, ਇਹਦਾ ਫਿਰ ਹੁਣ ਕਿੱਦਾਂ ਕਰਨੀ। ਕਹਿੰਦੇ ਵੀ ਕਰਨਾ ਕੀ ਹੈ, ਇਹਨੂੰ ਥੋੜ੍ਹਾ ਜਿਹਾ ਹੁਣ ਸਾਈਡ 'ਤੇ ਕਰੋ, ਗਾਂ ਟਿਕਟ ਕਾਕਾ ਹੀ ਨੂੰ ਦੇ ਦਿਓ। ਹੁਣ ਕਿੰਨੇ ਕਾਕਿਆਂ ਨੂੰ ਇਸ ਤੋਂ ਪਹਿਲਾਂ ਅਕਾਲੀ ਦਲ ਟਿਕਟ ਦਿੰਦਾ ਰਿਹਾ,
ਫਿਰ ਪੰਨੂ ਸਾਹਿਬ ਗੱਲ ਵੀ ਸੁਣਾਉਂਦੇ ਹੁੰਦੇ ਆ ਨਾ ਵੀ ਉਹ ਕਿਉਂਕਿ ਸੀਨੀਅਰਿਟੀ ਦਾ ਹਿਸਾਬ ਤਾਂ ਵੀ ਹੁੰਦਾ ਵੀ ਯਾਰ ਜੇ ਹੁਣ ਬਾਦਲ ਸਾਹਿਬ ਦੇ ਨਾਲ ਵਾਲੇ ਬੰਦੇ ਸੀਗੇ ਜੇ ਅਜੇ ਹੁਣ ਵੀ ਉਹ ਨਾਲ ਹੀ ਤੁਰੇ ਫਿਰਨਗੇ ਫਿਰ ਸੀਨੀਅਰਿਟੀ ਦਾ ਰੌਲਾ ਰਹੂਗਾ। ਇਸ ਕਰਕੇ ਉਹਨਾਂ ਨੂੰ ਕਹੋ ਵੀ ਹੁਣ ਤੁਸੀਂ ਵੀ ਸਰਪ੍ਰਸਤ ਬਣ ਜਾਓ, ਗਾਂ ਕਾਕੇ ਨੂੰ ਅੱਗੇ ਕਰ ਦਿਓ। ਉਹ ਮਲੂਕਾ ਸਾਹਿਬ ਨੂੰ ਇੱਕ ਤਰ੍ਹਾਂ ਨਾਲ ਮੇਰੇ ਖਿਆਲ ਨਾਲ ਸਰਪ੍ਰਸਤ ਹੀ ਬਣਾਇਆ ਉਹਨਾਂ ਨੇ ਵੀ ਕੋਈ ਗੱਲ ਨਹੀਂ ਕਾਕੇ ਨੂੰ ਤੁਸੀਂ ਅੱਗੇ ਕਰਦੇ। ਫਰਕ ਤਾਂ ਇੰਨਾ ਕੀ ਹੈ, ਉਹ ਤਾਂ ਥੋੜਾ ਸਮਝਣ 'ਚ ਟਾਈਮ ਲੱਗਣਾ, ਹੋਰ ਗੱਲ ਕੋਈ ਨਹੀਂ। ਨਹੀਂ ਹੋ ਸਕਦਾ ਉਹ ਕਹਿਣ ਕਿ ਤੁਸੀਂ ਐਂ ਕਰੋ ਰਾਮਪੁਰਾ ਫੂਲ ਤੋਂ ਮਾਰਗਦਰਸ਼ਕ ਬਣੋ, ਪਰ ਮੈਨੂੰ ਲੱਗਦਾ ਕਿ ਸ਼ਾਇਦ ਐਡੀ ਤਿੱਖੀ ਪ੍ਰਤੀਕਿਰਿਆ ਆਉਂਦੀ ਨਾ ਜੇ ਆ ਜਿਹੜੀਆਂ 5-6 ਟਿਕਟਾਂ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਅਨਾਉਂਸ ਕੀਤੀਆਂ, ਕਿਉਂਕਿ ਕੁੱਲ 23 ਉਮੀਦਵਾਰ ਹੋ ਗਏ ਆ। ਇਹਨਾਂ ਟਿਕਟਾਂ ਦੇ 6 ਅਨਾਉਂਸ ਕਰਨ ਦੇ ਨਾਲ ਜੇ 7ਵਾਂ ਇਹ ਵੀ ਲਾਈਨ ਲਿਖ ਦਿੱਤੀ ਜਾਂਦੀ ਕਿ ਫਿਰ ਅੰਦਰ ਪਾਰਟੀ ਵਰਕਰਾਂ ਦੇ ਨਾਲ ਵਿਚਾਰਾਂ ਤੋਂ ਬਾਅਦ ਅਸੀਂ ਰਾਮਪੁਰਾ ਫੂਲ ਵਾਲੀ ਟਿਕਟ ਜਿਹੜੀ ਆ ਉਹ ਸਿਕੰਦਰ ਸਿੰਘ ਮਲੂਕਾ ਦੀ ਥਾਂ ਦੇ ਉੱਤੇ ਗੁਰਪ੍ਰੀਤ ਸਿੰਘ ਮਲੂਕਾ ਹੋਰਾਂ ਨੂੰ ਦੇਣ ਦਾ ਫੈਸਲਾ ਕਰ ਲਿਆ। ਕਈ ਵਾਰੀ ਹੋ ਜਾਂਦਾ ਇਦਾਂ, ਤੇ ਜੇ ਉਹ ਤਾਂ ਦਿੱਤੀ ਹੈ ਉਹਨਾਂ ਨੂੰ, ਉਹ ਲੜ ਲੈਣ, ਉਹਨਾਂ ਦੇ ਕਾਕਾ ਹੀ ਲੜ ਲੈਣ, ਉਹ 'ਚ ਕੀ ਫਰਕ ਪੈਂਦਾ? ਵੈਸੇ ਹੀ ਗੱਲ ਕਰਦੇ ਸ਼ਾਇਦ ਹਿਰਖ ਮੱਠਾ ਹੋ ਜਾ, ਕਿਉਂਕਿ ਅਜੇ ਤੱਕ ਤਾਂ ਤੁਸੀਂ ਦੇਖੋ ਨਾ। ਅੱਛਾ ਤੁਸੀਂ ਨਾਂ ਚਾਹੁੰਦੇ ਵੀ ਨਾਂ ਨਹੀਂ ਲਿਆ ਉਹਨਾਂ ਨੇ? ਨਹੀਂ ਨਾਂ ਲੈਣਾ ਚਾਹੀਦਾ ਸੀ, ਕਿਉਂਕਿ ਜੇ ਤਾਂ ਤੁਸੀਂ ਕਹੋ ਕਾਕਾ ਜੀ ਨੂੰ ਸੈੱਟ ਕਰਨਾ ਫਿਰ ਸੈੱਟ ਤਾਂ ਪਾਰਟੀ ਅਧਿਕਾਰਕ ਤੌਰ ਦੇ ਉੱਤੇ ਅਜੇ ਤੱਕ ਟਿਕਟ ਉਹਨਾਂ ਦੀ ਅਨਾਉਂਸ ਨਹੀਂ ਹੋਈ। ਅਜੇ ਤੱਕ ਸਿਕੰਦਰ ਸਿੰਘ ਮਲੂਕਾ ਹੀ ਉਮੀਦਵਾਰ ਨੇ। ਉਹ ਤਾਂ ਆਪ ਕਹੀ ਜਾਂਦੇ ਆ ਕਿ ਭਾਈ ਗੁਰਪ੍ਰੀਤ ਸਿੰਘ ਮਲੂਕਾ ਹੀ ਚੋਣ ਲੜਨਗੇ, ਉੱਥੋਂ ਦੇ ਲੋਕਾਂ ਦੇ ਨਾਲ ਰਾਬਤਾ ਉਹਨਾਂ ਦਾ ਬਹੁਤ ਵਧੀਆ। ਪਰ ਹੁਣ ਜੇ ਦੇਖੋ WhatsApp ਫਿਰ ਤੁਸੀਂ ਮੈਨੂੰ ਮੈਂ ਹੁਣ ਬੋਲਣਾ ਨਹੀਂ ਯਾਰ, ਫਿਰ ਤੁਸੀਂ ਕਹਿੰਦੇ ਜਦੋਂ ਮੈਂ ਇਹੋ ਜਿਹੀ ਗੱਲ ਦੱਸਦਾ ਫਿਰ ਤੁਸੀਂ ਪੁਰਾਣੀ ਗੱਲਾਂ ਕਰਦਾ। ਆ ਜਾਓ ਯਾਰ ਗੱਲ ਨਹੀਂ ਜਦੋਂ ਪੇਚ ਹੋਵੇ ਨਾ ਇਦਾਂ ਦਾ ਫਸਿਆ ਫਿਰ ਉਹਨੂੰ ਥੋੜਾ ਜਿਹਾ ਹੋਰ ਫਸਾ ਲਈਦਾ। ਹੁਣ ਦੇਖੋ ਪੇਚ ਇਦਾਂ ਫਸਿਆ ਵੀ ਇੱਕ ਪਾਸੇ ਇੱਕ ਬੰਦਾ ਕਹਿੰਦਾ ਵੀ ਮੇਰੀ ਡਿਮਾਂਡ ਹੈ ਬਈ, ਉਹ ਕਹਿੰਦੇ ਅੱਛਾ ਇਹਨੇ ਡਿਮਾਂਡ ਰੱਖਣੀ, ਫਿਰ ਹੁਣ ਕਰੀਏ ਕੀ? ਕਹਿੰਦੇ ਯਾਰ ਇਦਾਂ ਕਰੋ ਇੱਕ ਆਪਣੀ ਡਿਮਾਂਡ ਬਣਾ ਦਿਓ। ਹੁਣ ਦੇਖੋ ਡਿਮਾਂਡਾਂ 2 ਬਣ ਗਈਆਂ। ਮਲੂਕਾ ਸਾਹਿਬ ਕਹਿੰਦੇ ਵੀ ਮੈਂ ਮੌੜ ਮੰਡੀ ਤੋਂ ਇਲੈਕਸ਼ਨ ਲੜਾਂਗਾ, ਉਹ ਕਹਿੰਦੇ ਨਹੀਂ ਤੁਸੀਂ ਰਾਮਪੁਰਾ ਫੂਲ ਤੋਂ ਲੜੋਗੇ। ਉਹ ਕਹਿੰਦੇ ਚੰਗਾ ਫਿਰ ਰਾਮਪੁਰਾ ਫੂਲ ਤੋਂ ਕਾਕਾ ਹੀ ਲੜਨਗੇ। ਉਹ ਕਹਿੰਦੇ ਫਿਰ ਕਾਕਾ ਹੀ ਲੜਨਗੇ ਤੇ ਫਿਰ ਰਾਮਪੁਰਾ ਫੂਲ ਤੋਂ ਲੜਨਗੇ, ਫਿਰ ਮੌੜ ਵਾਲੀ ਛੱਡਣੀ ਪੈਣੀ। ਡੀਲ ਬਣ ਗਈ ਨਾ, ਡੀਲ ਬਣ ਗਈ। ਹੁਣ ਉਹੀ ਡੀਲ ਹੈ ਵੀ ਮਲੂਕਾ ਸਾਹਿਬ ਨੂੰ ਇਹ ਤਾਂ ਕਲੀਅਰ ਹੋ ਗਿਆ ਵੀ ਜੇ ਬਰਾੜ ਸਾਹਿਬ ਦੀ ਅਨਾਊਂਸਮੈਂਟ ਉੱਥੋਂ ਹੋ ਗਈ ਹੈ ਤੇ ਫਿਰ ਰਾਮਪੁਰਾ ਫੂਲ ਤੋਂ ਹੀ ਗੱਲ ਬਣਨੀ ਹੈ। ਅੱਜ ਹੁਣ ਉਹ ਇਕੱਲੇ ਬੋਲ ਰਹੇ ਆ, ਜਿੱਦਣ ਕਿਤੇ ਥੋੜ੍ਹਾ ਜਿਹਾ ਸਮਾਂ ਲੰਘਦਿਆਂ ਕਿਸੇ ਦਿਨ ਸੁਖਬੀਰ ਬਾਦਲ ਸਾਹਿਬ ਦੁਬਾਰਾ ਜਾਣਗੇ, ਉਹ ਵੀ ਪ੍ਰੈਸ ਕਾਨਫਰੰਸ ਆਪਾਂ ਦੇਖ ਲੈਣੀ ਹੈ, ਲਾਗੇ ਬਹਿ ਕੇ ਉਹਨਾਂ ਨੇ ਕਹਿਣਾ ਵੀ ਇਹਨਾਂ ਦੀ ਅਗਵਾਈ 'ਚ ਤੇ ਸਾਰਾ ਕੁਝ ਹੋ ਰਿਹਾ। ਇੱਕ ਪਾਸੇ ਮਲੂਕਾ ਸਾਹਿਬ ਹੋਣਗੇ, ਇੱਕ ਪਾਸੇ ਛੋਟੇ ਮਲੂਕਾ ਸਾਹਿਬ ਹੋਣਗੇ ਤੇ ਉਹਦੇ ਅਨਾਊਂਸਮੈਂਟ ਹੋ ਜਾਣੀ। ਗੱਲ ਤਾਂ ਇੰਨੀ ਕੀ ਹੈ ਸਾਰੀ। ਇਹ ਸੰਧਾਲੀਆ ਸਾਹਿਬ 23 ਸੀਟਾਂ ਦੇ ਵਿੱਚੋਂ 3 ਸੀਟਾਂ ਦੇ ਉੱਤੇ ਰੌਲਾ ਪੈ ਗਿਆ। ਦੇਖੋ ਪਹਿਲਾਂ ਜਲੰਧਰ ਸੈਂਟਰਲ ਤੋਂ ਜਿਸ ਦਿਨ ਚੰਦਨ ਗਰੇਵਾਲ ਨੂੰ ਉਮੀਦਵਾਰ ਬਣਾਇਆ, ਆਮ ਆਦਮੀ ਪਾਰਟੀ ਚੋਂ ਆਏ, ਪਿਛਲੀ ਵਾਰੀ ਕਰਤਾਰਪੁਰ ਤੋਂ ਲੜੇ ਸੀ। ਉਹ ਚੰਦਨ ਗਰੇਵਾਲ ਸਾਹਿਬ ਨੂੰ ਬਣਾਇਆ ਤੇ ਉਦੋਂ ਕਮਲਜੀਤ ਸਿੰਘ ਭਾਟੀਆ ਜਿਹੜੇ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਆ, ਉਹਨਾਂ ਨੇ ਕਿਹਾ ਕਿ ਭਾਈ ਆਹ ਕੀ ਗੱਲ ਹੋਈ, ਕੱਲ੍ਹ ਆਏ ਬੰਦੇ ਤੇ ਉਹਨਾਂ ਨੂੰ ਕਰ ਦੇਣਾ ਇੱਦਾਂ ਨਹੀਂ। ਹੁਣ ਪਿਛਲੇ ਦਿਨੀ ਮੈਂ ਦੇਖਦਾ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਆਓ ਭਗਤ ਦੇ ਲਈ ਚੰਦਨ ਗਰੇਵਾਲ ਹੋਰਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀ। ਮੈਨੂੰ ਕਿਤੇ ਸਰਬਜੀਤ ਸਿੰਘ ਮੱਕੜ ਸਟੇਜ ਵਾਲੀਆਂ ਫੋਟੋਆਂ ਦੇ ਵਿੱਚ ਨਜ਼ਰ ਨਹੀਂ ਆਏ, ਕਿਤੇ ਹੋਰ ਬੈਠੇ ਹੁਣ ਤਾਂ ਪਤਾ ਨਹੀਂ ਜਿਹੜੇ ਹੁਣ ਬਦੋ-ਬਦੀ ਤੁਸੀਂ ਗੱਲਾਂ ਕਰਦੇ ਆ। ਦੇਖੋ ਮੈਂ ਗੱਲਾਂ ਨਹੀਂ ਕਰਦਾ, ਸੀਨੀਅਰ ਮੀਤ ਪ੍ਰਧਾਨ ਜਲੰਧਰ ਨਗਰ ਨਿਗਮ ਦੇ ਰਹਿਣਾ ਉਹ ਕੋਈ ਛੋਟੀ ਗੱਲ ਤਾਂ ਹੈ ਨਹੀਂ। ਦੂਜੇ ਪਾਸੇ ਜਦੋਂ ਜਲੰਧਰ ਕੈਂਟ ਵਾਲੀ ਟਿਕਟ ਜਗਵੀਰ ਬਰਾੜ ਨੂੰ ਦਿੱਤੀ, ਉਦੋਂ ਸਰਬਜੀਤ ਸਿੰਘ ਮੱਕੜ ਹੋਰੀ ਜਿਹੜੇ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਭਾਈ ਆਹ ਕੀ ਗੱਲ ਹੋਈ। ਮੈਂ ਕਹਿੰਦੇ ਵੱਡੇ ਬਾਦਲ ਸਾਹਿਬ ਦੇ ਨਾਲ ਗੱਲ ਕਰਾਂਗਾ। ਹੁਣ ਇੱਕ ਸੈਂਟਰ ਵਾਲੀ ਸੀਟ ਜਲੰਧਰ ਕੈਂਟ ਵਾਲੀ ਸੀਟ ਤੇ ਇਧਰਲੇ ਪਾਸਿਓਂ ਠੀਕ ਹੈ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਪਾਰਟੀ ਦੇ ਉਮੀਦਵਾਰ ਬਣਾ ਦਿੱਤਾ ਗਿਆ, ਪਰ ਜਿਹੜੇ ਸਿਕੰਦਰ ਸਿੰਘ ਮਲੂਕਾ ਸਾਹਿਬ ਕਹਿੰਦੇ ਸੀ ਕਿ ਭਾਈ ਮੌੜ ਮੰਡੀ ਦੇ ਪਹਿਲਾਂ ਵਰਕਰਾਂ ਨੂੰ ਪੁੱਛ ਲਓ, ਸਾਰੇ ਹੀ ਵਰਕਰ ਹੁਣ ਜਗਮੀਤ ਸਿੰਘ ਬਰਾੜ ਹੋਰਾਂ ਦੇ ਹੱਕ 'ਚ ਭੁਗਤ ਜਾਣਗੇ ਜਾਂ ਉਹਨਾਂ ਦੇ ਹੱਕ 'ਚ ਲਹਿਰ ਚਲਾਉਣਗੇ। ਹੁਣ ਅੰਦਰ ਖਾਤੇ ਕਈ ਕੁਛ ਹੁੰਦਾ ਰਹਿੰਦਾ, ਕਿਉਂਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਹਰ ਜਾਂਦੇ ਹੁੰਦੇ ਸੀ, ਬਲਵਿੰਦਰ ਸਿੰਘ ਭੂੰਦੜ ਹਰ ਜਾਂਦੇ ਹੁੰਦੇ ਸੀ, ਹੋਰ ਕਈ ਵੱਡੇ ਲੀਡਰ ਇੱਧਰੋਂ ਬਡਾਲਾ ਸਾਹਿਬ ਹਰ ਜਾਂਦੇ ਹੁੰਦੇ ਸੀ, ਉਦੋਂ ਕਈ ਬੰਦੇ ਕਹਿੰਦੇ ਹੁੰਦੇ ਸੀ ਹਰਦੇ ਹੁਰਦੇ ਕਾਹਨੂੰ ਆ। ਆਹੋ ਨਹੀਂ ਆਹੋ ਦੀ ਨਹੀਂ ਗੱਲ। ਇੱਕ ਮੈਂ ਤੁਹਾਨੂੰ ਦੱਸਦਾ, ਦੇਖੋ ਇਹ 3 ਚੀਜ਼ਾਂ ਤੁਸੀਂ ਗੱਲ ਕਰ ਰਹੇ ਹੋ ਤੱਤੀਆਂ, ਇਹ ਉੱਦਾਂ ਹੀ ਲੈ ਲਓ ਵੀ ਅੱਜ ਕੱਲ੍ਹ ਕਰੋਨੇ ਦਾ ਵਾਹਵਾ ਦੌਰ ਹੈ ਨਾ, ਇਹ ਆ ਨਵਾਂ ਟੀਕਾ ਲੱਗਾ ਜੇ ਮੋਢਾ ਥੋੜ੍ਹਾ ਤੰਗ ਕਰਦਾ, ਕਿਤੇ ਡੱਡੂ ਪਿਆ, ਕਿਤੇ ਛੱਲੀ ਪਈ, ਕਿਤੇ ਖੱਲੀ ਪਈ, ਕੁਛ ਮਰਜ਼ੀ ਕਹਿ ਲਓ ਆਪਾਂ, ਕਿਸੇ ਨੂੰ ਥੋੜ੍ਹਾ ਤਾਪ ਪਿਆ। ਜਦੋਂ ਥੋੜ੍ਹੇ ਜਿਹੇ ਦਿਨ ਪੈ ਜਾਂਦੇ ਨਾ ਫਿਰ ਉਹ ਕਹਿੰਦੇ ਨਹੀਂ ਹੁਣ ਬੰਦਾ ਵੈਕਸੀਨੇਟਡ ਹੈ। ਤੁਹਾਨੂੰ ਯਾਦ ਹੋਣਾ ਜਦੋਂ ਇਹ ਸਭ ਤੋਂ ਪਹਿਲਾਂ ਕੰਮ ਸ਼ੁਰੂ ਹੋਇਆ ਸੀ, ਅਜੇ ਆ 100 ਦਿਨ ਵਾਲਾ ਅਨਾਊਂਸਮੈਂਟ ਨਹੀਂ ਸੀ ਹੋਈ, ਉਦੋਂ ਸੁਖਬੀਰ ਬਾਦਲ ਸਾਹਿਬ ਨੇ ਜ਼ੀਰੇ ਹਲਕਾ ਅਨਾਊਂਸ ਕੀਤਾ ਹੈ। ਇਹ ਮੌੜ ਤੋਂ ਜਿਹੜਾ ਬੰਦਾ ਪੁੱਟਿਆ ਸੀ ਜਨਮੇਜਾ ਸਿੰਘ ਸੇਖੋਂ ਸਾਹਿਬ, ਉਹਨੂੰ ਜ਼ੀਰੇ ਟਿਕਟ ਦਿੱਤੀ ਹੈ। ਉਦੋਂ ਉਸ ਹਲਕੇ ਜੀ ਤੇ ਰੌਲਾ ਪਿਆ ਸੀ ਵੀ ਇੱਦਾਂ ਕਿੱਦਾਂ ਮਹਾਰਾਜ, ਇਹ ਕਿੱਧਰੋਂ ਟਪਾ ਕੇ ਤੁਸੀਂ ਦਰਿਆ ਟਪਾ ਕੇ ਇੱਧਰ ਨੂੰ ਲਈ ਆਉਂਦੇ। ਉਹਨਾਂ ਨੇ ਦਰਿਆ ਦਰਿਊ ਤਾਂ ਕੋਈ ਵੀ ਨਹੀਂ, ਮੈਂ ਤੁਹਾਨੂੰ ਲੱਗਦਾ ਯਾਰ ਇੱਥੋਂ ਮੰਗੀ ਬੜੀ ਸੀ ਲਾਗੋ ਦੇ ਤੇ ਹੈਗੇ ਉਦੋਂ। ਇਹਨਾਂ ਨੇ ਖੁਦ ਕਿਹਾ ਵੀ ਨਾ ਸੇਖੋਂ ਸਾਹਿਬ ਤੋਂ ਬਿਨਾਂ ਸਾਡੀ ਗੱਲ ਬਣਦੀ ਨਹੀਂ। ਉਹ ਵੀ ਤੇ ਮਾਮਲਾ ਠੰਡਾ ਪੈ ਹੀ ਗਿਆ, ਇਸੇ ਤਰ੍ਹਾਂ ਹੀ ਇਹ ਪੈ ਜਾਣੇ, ਕਿਹੜੀ ਗੱਲ ਹੈ। ਨਹੀਂ ਗੱਲ ਠੀਕ ਹੈ। ਬਾਕੀ ਉਹਨਾਂ ਨੇ ਸਾਰੇ ਬੰਦੇ ਫਰੀਦਕੋਟ ਲੋਕ ਸਭਾ ਹਲਕੇ ਦੇ ਨਾਲ ਸੰਬੰਧਿਤ ਤੇ ਟਿਕਟਾਂ ਵੰਡ ਦਿੱਤੀਆਂ। ਉਹਨਾਂ ਨੇ ਫਰੀਦਕੋਟ ਵਾਲੀ ਟਿਕਟ ਵੀ ਦੇ ਦਿੱਤੀ ਹੈ, ਸ਼੍ਰੀ ਮੁਕਤਸਰ ਸਾਹਿਬ ਵਾਲੀ ਵੀ ਦੇ ਦਿੱਤੀ ਹੈ, ਰੋਜੀ ਬਰਕੰਦੀ ਸਾਹਿਬ ਵੀ ਸੈੱਟ ਕਰ ਲਿਆ, ਆਪਣੇ ਯੂਥ ਵਿੰਗ ਦੇ ਪ੍ਰਧਾਨ ਸਾਹਿਬ ਦਾ ਵੀ ਕੰਮ ਕਲੀਅਰ ਕਰ ਲਿਆ, ਤਲਵੰਡੀ ਸਾਬੋ ਵਾਲੀ ਵੀ ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਨੂੰ ਉਹਨਾਂ ਨੂੰ ਵੀ ਕਹਿਤਾ, ਸੂਬਾ ਸਿੰਘ ਬਾਦਲ ਹੋਰੀ ਜੈਤੋ ਵਾਲੇ ਜਿਹੜੇ ਆ ਉਹਨਾਂ ਨੂੰ ਵੀ ਕਹਿਤਾ ਕਿ ਪਿੱਠ ਥਾਪੜਤੀ ਭਾਈ ਚੱਲੋ ਹੁਣ ਅਗਲੇ ਪਾਸੇ ਨੂੰ, ਦੇਖਦੇ ਆ ਕਿੱਧਰ। ਪਰ ਜਿੰਨੀ ਰਫ਼ਤਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਇਸ ਵੇਲੇ ਟਿਕਟਾਂ ਵੰਡ ਰਹੇ ਆ, ਕਿਸਾਨ ਵੀ ਰੁਕਦੇ ਨਹੀਂ।
ਨਹੀਂ ਕਿਸਾਨ ਜਿਹੜੇ ਆ ਨਾ ਉਹ ਨਹੀਂ ਹੈਗੇ ਬਿਲਕੁਲ ਵੀ। ਦੇਖੋ ਇਹ ਸਾਰਾ ਕੁਝ ਕਰ ਰਹੀ ਆ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ। ਇਹ ਰਲ ਕੇ ਨਹੀਂ ਚਾਹੁੰਦੇ ਕਿ ਭਾਈ ਸਾਹਿਬ ਜਿਹੜੀ ਇਸ ਵਕਤ ਹਨੇਰੀ ਅਕਾਲੀ ਦਲ ਦੀ ਆ ਉਹਨਾਂ ਨੂੰ ਹਜ਼ਮ ਨਹੀਂ ਹੋ ਰਹੀ। ਇਹ ਜਾਣਬੁੱਝ ਕੇ ਪੰਗੇ ਲੈਂਦੇ। ਇਹ ਮੈਂ ਨਹੀਂ ਕਹਿੰਦਾ, ਇਹ ਸੁਖਬੀਰ ਬਾਦਲ ਸਾਹਿਬ ਨੇ ਬਕਾਇਦਾ ਸਟੇਟਮੈਂਟ ਦਿੱਤੀ ਹੈ। ਉਹ ਕਹਿੰਦੇ ਵੀ ਦੇਖੋ ਇਹ ਤਾਂ ਤੁਹਾਨੂੰ ਲੱਗਦਾ ਵੀ ਕਿਸਾਨ ਵਿਰੋਧ ਕਰਦੇ, ਕਿਸਾਨਾਂ ਸਾਡਾ ਕਿਉਂ ਵਿਰੋਧ ਕਰਨਾ? ਅਸੀਂ ਤੇ ਉੱਥੋਂ ਸਰਕਾਰ ਛੱਡੀ ਹੈ, ਕੁਰਸੀਆਂ ਛੱਡੀਆਂ, ਅਸੀਂ ਤੇ ਕਹਿਣ ਡਏ ਅਸੀਂ ਕਿਸਾਨਾਂ ਦੇ ਨਾਲ। ਇਹ ਤੇ ਕਿਸਾਨਾਂ ਦੇ ਬਹਾਨੇ ਇਹ ਸਾਡਾ ਵਿਰੋਧ ਕਰਨ ਡਏ। ਦੇਖੋ ਇਕੱਠ ਤਾਂ ਸੁਖਬੀਰ ਸਿੰਘ ਬਾਦਲ ਹੋ ਰਹੀ ਉਹ ਸਾਹਮਣੇ ਵਾਲੇ ਪਾਸੇ ਚੰਗਾ ਕਰ ਗਏ, ਜਾਣੀ ਚੰਗਾ ਕਰ ਗਏ ਜਿੰਨਾ ਕੁ ਉਹਨਾਂ ਨੇ ਉਲੀਕਿਆ ਸੀ ਕਰ ਗਏ। ਨੌਜਵਾਨ ਉਹਨਾਂ ਦੇ ਮੂਹਰੇ ਹੁੰਦਾ ਹੀ ਆ, ਮੋਟਰਸਾਈਕਲਾਂ ਦੇ ਉੱਤੇ ਝੰਡੀਆਂ ਲਾ ਕੇ ਸਪੀਕਰ ਗੱਡੀ ਤੇ ਰੱਖਿਆ ਹੁੰਦਾ। ਪਰ ਜਦੋਂ ਮੱਤੇਵਾੜ ਵਾਲੇ ਆਪਣੇ ਸਮਾਗਮ ਦੇ ਵਿੱਚ ਜਾਣਾ ਸੀ ਤਾਂ ਕਿਸਾਨਾਂ ਨੇ ਫਿਰ ਗੱਡੀਆਂ ਦੇ ਮੂਹਰੇ ਆ ਗਏ। ਉੱਥੇ ਫਿਰ ਤਕਰੀਬਨ ਘੰਟਾ ਸਵਾ ਘੰਟਾ ਸੁਖਬੀਰ ਸਿੰਘ ਬਾਦਲ ਸਾਹਿਬ ਗੱਡੀ 'ਚ ਬੈਠੇ ਰਹੇ। ਪੁਲਿਸ ਆਈ, ਧੱਕੇ ਧੁੱਕੇ ਮਾਰ ਕੇ ਲੋਕ ਪਰੇ ਕੀਤੇ, ਫਿਰ ਉਹਨਾਂ ਨੂੰ ਆਪਣੀ ਗੱਡੀ ਛੱਡ ਕੇ ਉੱਧਰਲੇ ਪਾਸੇ ਪੈਦਲ ਜਾਣਾ ਵੀ ਪਿਆ। ਤੇ ਇਹ ਪਹਿਲੀ ਵਾਰ ਹੋਇਆ ਜਦੋਂ ਦਾ 100 ਦਿਨ ਦਾ ਆਪਣਾ ਪੰਜਾਬ ਯਾਤਰਾ ਵਾਲਾ ਪ੍ਰੋਗਰਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸ਼ੁਰੂ ਕੀਤਾ ਕਿ ਜਿਹੜੇ ਬੰਦੇ ਅਕਾਲੀ ਦਲ ਦੀ ਰੈਲੀ 'ਚ ਸ਼ਾਮਲ ਹੋਣ ਜਾਂਦੇ, ਅੱਗੇ ਸੀਗਾ ਕਿ ਖੜਦੇ ਸੀ ਉਹ, ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਕਾਫਲਾ ਆਉਂਦਾ ਸੀ ਤੇ ਉਦੋਂ ਨਾਅਰੇਬਾਜ਼ੀ ਕਰਦੇ ਸੀ ਕਿ ਭਾਈ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਓ। ਇੱਕ ਦੋ ਜਗ੍ਹਾ ਦੇ ਉੱਤੇ ਸਵਾਲਾਂ ਦਾ ਜਵਾਬ ਦਿੱਤਾ ਵੀ, ਹੁਣ ਉਹ ਕਹਿੰਦੇ ਕਿ ਭਾਈ ਚਲੋ ਆਪਾਂ ਸਮਾਗਮਾਂ 'ਚ ਚੱਲਦੇ। 3 ਘੰਟੇ ਲੇਟ ਪਹੁੰਚੇ ਸਮਾਗਮ 'ਚ। ਐਤਕੀ ਕੀ ਹੋਇਆ, ਜਿਹੜੇ ਲੋਕ ਅਕਾਲੀ ਦਲ ਦੇ ਉਸ ਸਮਾਗਮ ਦੇ ਵਿੱਚ ਜਾ ਰਹੇ ਸੀ ਉਹਨਾਂ ਨੂੰ ਵੀ ਕਿਸਾਨਾਂ ਨੇ ਇੱਕ ਤਰ੍ਹਾਂ ਦੇ ਨਾਲ ਲਾਂਤ ਪਾਉਣ ਵਾਲੀ ਗੱਲ ਹੁੰਦੀ ਨਾ, ਕਿਉਂਕਿ ਸਪੀਕਰ ਤੇ ਵੀਡੀਓ ਬਣੀਆਂ ਕਿ ਭਾਈ ਆ ਕੌਣ ਨੇ ਲੱਡੂ ਖਾਣ ਚੱਲੇ ਆ ਕੌਣ, ਉਹ ਚੁੱਪ ਕਰਕੇ ਤੁਰੀ ਜਾਂਦੇ ਸੀ। ਇਹਦਾ ਮਤਲਬ ਕੀ ਆ ਕਿ ਜਿਹੜੇ ਆਮ ਅਕਾਲੀ ਦਲ ਦੇ ਵਰਕਰ ਉੱਥੇ ਜਾਂਦੇ ਆ ਉਹ ਕਿਸਾਨਾਂ ਦਾ ਵਿਰੋਧ ਨਹੀਂ ਕਰਦੇ, ਜਾਂ ਕਿਸਾਨ ਜੇ ਉਹ ਕਿਸਾਨ ਹੀ ਨੇ ਤਾਂ। ਪਰ ਜਦੋਂ ਉੱਥੇ ਇਕੱਠ ਹੋਇਆ ਹੁੰਦਾ ਉਹ 50-100 ਬੰਦਾ ਜਿਹੜਾ ਪੱਕਾ ਹੀ ਹੁੰਦਾ ਕਿ ਜੇ ਕਿਸਾਨ ਉਧਰੋਂ ਆ ਕੇ ਨਾਅਰੇਬਾਜ਼ੀ ਕਰਨਗੇ ਆਪਾਂ ਅਕਾਲੀ ਦਲ ਦੇ ਹੱਕ 'ਚ ਨਾਅਰੇ ਮਾਰਨੇ ਆ, ਫਿਰ ਉਹ ਨਾਅਰੇ ਮਾਰਦੇ ਆ। ਜਿੱਦਾਂ ਜਿੱਦਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪੰਜਾਬ ਯਾਤਰਾ ਜਿਹੜੀ ਹੈ ਉਹ ਅੱਗੇ ਵਧੀ ਜਾਂਦੀ ਹੈ, ਇਹ ਵਿਰੋਧ ਕਰਨ ਵਾਲੇ ਬੰਦੇ ਜਿਹੜੇ ਆ ਉਹ ਆਪਣੇ ਢੰਗ ਤਰੀਕਿਆਂ 'ਚ ਤਬਦੀਲੀ ਲਿਆ ਰਹੇ ਆ। ਨਹੀਂ ਉਹ ਬਿਲਕੁਲ ਲਿਆ ਰਹੇ ਆ, ਪਰ ਫਿਰ ਵੀ ਮੈਂ ਨਾ ਵੀ ਤਕੜੇ ਹੀ ਆ ਬੰਦੇ ਜਿਹੜੇ ਅਜੇ ਵੀ ਝੰਡੀਆਂ ਚੌਕੇ ਦੇ ਨਾਲ ਤੁਰੇ ਫਿਰਦੇ ਆ। ਪਰ ਮੈਨੂੰ ਲੱਗਦਾ ਵੀ ਹੁਣ ਥੋੜ੍ਹਾ ਜਿਹਾ ਕੰਮ ਨਾਲ ਈਜ਼ੀ ਹੋ ਗਿਆ। ਜਦੋਂ ਹੋ ਸਕਦਾ ਵੀ ਉਹ ਅਕਾਲੀ ਦਲ ਦੇ ਵਰਕਰ ਵਿਚਾਰੇ ਇਤਰਾਜ਼ ਕਰਦੇ ਹੋਣ, ਪ੍ਰਧਾਨ ਜੀ ਦੇਖੋ ਹੈ ਤੇ ਕੰਮ ਔਖਾ ਹੀ, ਜਦੋਂ ਅਸੀਂ ਗਏ ਆ ਜਿਹੜੀਆਂ ਗੱਲਾਂ ਉਹਨਾਂ ਨੇ ਲਾ ਕੇ ਕੀਤੀਆਂ ਸੁਣੀਆਂ ਥੋੜ੍ਹਾ ਜਾਂਦੀਆਂ ਜੀ, ਅਸੀਂ ਤਾਂ ਐਵੇਂ ਤੁਹਾਡੇ ਮੂੰਹ ਨੂੰ ਤੁਰੇ ਫਿਰਦੇ ਮਗਰ ਝੰਡੀ ਚੌਕੇ। ਅੱਗੋਂ ਪ੍ਰਧਾਨ ਜੀ ਪਤਾ ਕਹਿੰਦੇ ਨੇ, ਹੈ ਕਮਲੇ ਕਿਹੜੀਆਂ ਗੱਲਾਂ ਕਰਦੇ ਜੀ। ਉਹਨਾਂ ਨੂੰ 9 ਮਹੀਨੇ ਹੋ ਗਏ ਸੁਣਦਿਆਂ ਨੂੰ, ਉਹਨਾਂ ਪਰਵਾਹ ਕੀਤੀ, ਅਜੇ ਵੀ ਸਮਾਗਮ ਰੱਖ ਲੈਂਦੇ ਆ ਨਾ, ਉਹ ਗੱਲ ਵੱਖਰੀ, ਭਾਵੇਂ ਪਿਛਲੇ ਗੇਟ ਤੋਂ ਭੱਜਣਾ ਪੈਂਦਾ ਜੀ। ਉਹ ਨਹੀਂ ਕੁਛ ਕਰਨ ਡਿਆ, ਆਪਣੀ ਤੇ ਫਿਰ ਵੀ 100 ਸਾਲ ਪੁਰਾਣੀ ਪਾਰਟੀ ਕਮਲੇ, ਉਹ ਕੀ ਕਰਦੇ ਜੇ, ਫੜੋ ਝੰਡੀ ਕਰੋ ਜਿੰਦਾਬਾਦ ਚੱਕੋ ਤੁਸੀਂ। ਅੱਗੇ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਬੈਜ ਲਾਉਂਦੇ ਸੀ, ਮੈਨੂੰ ਅਕਾਲੀ ਹੋਣ ਤੇ ਮਾਣ ਹੈ। ਨਹੀਂ ਹੁਣ ਵੀ ਲੱਗਦਾ, ਹੁਣ ਵੀ ਲੱਗਦਾ। ਉਹ ਡਿਸਪਲਿਨ ਦਾ ਹਿੱਸਾ, ਕਹਿੰਦੇ ਜੁਰਮਾਨਾ ਲੱਗਦਾ ਜੇ ਉਹ ਨਾ ਲਾਵੇ। ਮੈਂ ਤੇ ਇਹ ਦੇਖਦਾ ਸੀ ਕਿ ਜਿਹੜੇ ਬੰਦੇ ਉੱਥੋਂ ਦੀ ਲੰਘਦੇ ਸੀ ਸਮਾਗਮ 'ਚ ਜਾਣ ਦੇ ਲਈ, ਉਹਨਾਂ ਦੇ ਕਿੰਨਿਆਂ ਦੇ ਇੱਥੇ ਲੱਗੇ ਸੀ ਜਾਂ ਘਰੋਂ ਲਾ ਕੇ ਕਿੰਨੇ ਬੰਦੇ ਤੁਰਦੇ। ਉਦੋਂ ਵੱਡੇ ਵੱਡੇ ਪੋਸਟਰ ਵੀ ਲੱਗਦੇ ਹੁੰਦੇ ਸੀ, ਸਟਿੱਕਰ ਗੱਡੀਆਂ ਦੇ ਉੱਤੇ, ਸਕੂਟਰਾਂ ਦੇ ਉੱਤੇ ਕਿ ਭਾਈ ਮੈਨੂੰ ਅਕਾਲੀ ਹੋਣ ਦਾ ਮਾਣ ਹੈ। ਹੁਣ ਕਿੰਨੇ ਕੁ ਬੰਦੇ ਉਹ ਲਾ ਕੇ ਆਉਂਦੇ ਆ, ਕਿੰਨੇ ਕੁ ਬੈਜ ਉੱਥੇ ਪੰਡਾਲ ਦੇ ਵਿੱਚ ਪਹੁੰਚ ਕੇ ਲਾਉਂਦੇ ਆ, ਜਾਂ ਕਿੰਨੇ ਕੁ ਪਹਿਲਾਂ ਲਾਉਂਦੇ ਆ, ਕਈ ਗੱਲਾਂ ਵਿਚਾਰਨ ਵਾਲੀਆਂ। ਪਰ ਫਿਰ ਵੀ ਜਦੋਂ ਬਹੁਤੀਆਂ ਸਿਆਸੀ ਪਾਰਟੀਆਂ ਅੰਦਰ ਵੜ ਕੇ ਬੈਠੀਆਂ, ਅਜੇ ਤੱਕ ਵੱਡਾ ਸਮਾਗਮ ਕੋਈ ਨਹੀਂ ਕਰ ਰਹੀਆਂ, ਅਕਾਲੀ ਦਲ ਵਾਲੇ ਸਮਾਗਮ ਕਰ ਰਹੇ ਆ। ਪਰ ਆਪਾਂ ਬਲਵੀਰ ਸਿੰਘ ਰਾਜੇਵਾਲ ਹੋਰੀ ਜਦੋਂ ਯੂਨੀਵਰਸਿਟੀ 'ਚ ਆਏ ਆ ਪਟਿਆਲੇ ਸਮਾਗਮ 'ਚ ਹਿੱਸਾ ਲੈਣ, ਉਹਨਾਂ ਦੀ ਗੱਲ ਇੱਥੇ ਨਾਲ ਦੀ ਨਾਲ ਜ਼ਰੂਰ ਕਰਦੀ ਹੈ। ਪੱਤਰਕਾਰਾਂ ਨੇ ਫਿਰ 2 ਟੁੱਕ ਪੁੱਛਿਆ ਕਿ ਜੀ ਕਲੀਅਰ ਕਰਕੇ ਜਾਓ ਕਿ ਤੁਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਨੂੰ ਸੱਦਾ ਕੀ ਦਿੱਤਾ ਹੋਇਆ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦਾ ਵਿਰੋਧ ਕਰਨਾ, ਕਿੱਦਾਂ ਦਾ ਕਰਨਾ, ਕਿਹਦਾ ਘਿਰਾਓ ਕਰਨਾ, ਕਿਹਦੇ ਲੀਡਰਾਂ ਨੂੰ ਅੰਦਰ ਵੜਨ ਦੇਣਾ ਤੇ ਕਿਹਨਾਂ ਨੂੰ ਨਹੀਂ। ਤੇ ਉਹ ਕਹਿੰਦੇ ਜੀ ਦੇਖੋ ਬਹੁਤ ਕਲੀਅਰ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਸਮਾਗਮ ਕਰਨ ਤੋਂ ਰੋਕਣਾ ਹੀ, ਉਹਨਾਂ ਦਾ ਘਿਰਾਓ ਕਰਨਾ। ਬਾਕੀ ਜਿੰਨੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਪਿੰਡਾਂ 'ਚ ਆਉਂਦੀਆਂ ਉਹਨਾਂ ਨੂੰ ਰੋਕਣਾ ਨਹੀਂ। ਹਾਂ, ਪਰ ਸੱਭਿਅਕ ਭਾਸ਼ਾ ਦੇ ਵਿੱਚ ਜਿੰਨੇ ਜੈਨੂਅਨ ਠੋਕ ਕੇ ਸਵਾਲ ਆ ਉਹ ਆਪਾਂ ਜ਼ਰੂਰ ਪੁੱਛਣੇ ਆ। ਉਹਨਾਂ ਨੂੰ ਵੀ ਇਹ ਨਹੀਂ ਕਿ ਬੇਰੋਕ ਸਰਗਰਮੀਆਂ ਨਹੀਂ ਕਰਨ ਦੇਣੀਆਂ, ਆਉਂਦੇ ਆ ਆਉਣ ਦਿਓ, ਪਰ ਜਿੱਦਾਂ ਹੀ ਆਉਂਦੇ ਆ ਪਰਿਆਂ ਦੇ ਵਿੱਚ ਬਿਠਾਲ ਕੇ ਉਹਨਾਂ ਨੂੰ ਸਵਾਲ ਪੁੱਛੋ ਕਿ ਭਾਈ ਆਹ ਤੁਸੀਂ ਵਾਅਦੇ ਕਰਦੇ ਰਹੇ ਹੋ, ਇਸ ਮੁੱਦੇ ਤੇ ਆਹ ਕੰਮ ਕਿਉਂ ਨਹੀਂ ਕੀਤਾ, ਕਿਸਾਨਾਂ ਦਾ ਅੰਦੋਲਨ ਚੱਲਦਾ ਸੀ, ਆਹ ਤੁਹਾਡੇ ਫਰਜ਼ ਬਣਦੇ ਸੀ, ਆਹ ਫਰਜ਼ ਤੁਸੀਂ ਪੂਰਤੀ ਕਿਉਂ ਨਹੀਂ ਕੀਤੀ। ਤਾਂ ਮੈਂ ਕਹਿੰਦਾ ਸੰਧਾਲੀਆ ਸਾਹਿਬ ਜੇ ਸਮਾਗਮ ਉਹ ਨਾ ਵੀ ਰੋਕਣ, ਜੇ ਇਕੱਲੇ ਸਵਾਲ ਹੀ ਕਰ ਲੈਣ, ਤਾਂ ਜਿੰਨੇ ਸਵਾਲ ਸੰਯੁਕਤ ਕਿਸਾਨ ਮੋਰਚੇ ਵਾਲੇ ਪਿੱਛੋਂ ਸਮਝਾ ਦਿੰਦੇ ਆ, ਉਹਨਾਂ ਦੇ ਉੱਤਰ ਕਿਹੜਾ ਲੱਭਣੇ ਆ ਕਿਤੇ ਨਹੀਂ ਲੱਭਦੇ। ਤੇ ਇਹੀ ਤੇ ਰੌਲਾ ਨਾ। ਹੁਣ ਦੇਖੋ ਕਾਰਨ ਇਹ ਆਇਆ ਵੀ ਜੇ ਸੁਖਬੀਰ ਬਾਦਲ ਸਾਹਿਬ ਨੂੰ ਘੇਰਿਆ ਤਾਂ ਉਧਰ ਮਜੀਠੀਆ ਸਾਹਿਬ ਨਾਲ ਵੀ ਉਹੀ ਹੋਈ। ਉਹ ਗੱਲ ਵੱਖਰੀ ਵੀ ਉਹ ਗੱਡੀ 'ਚੋਂ ਉਹ ਵੀ ਨਹੀਂ ਨਿਕਲੇ ਜੀ। ਉਹ ਕਹਿੰਦੇ ਵੀ ਏਸੀ ਥੋੜ੍ਹਾ ਜਿਹਾ ਵਧੇਰੇ ਲਾ ਦਿਓ, ਇਹ ਤੇ ਕੋਈ ਗੱਲ ਨਹੀਂ ਚੱਲੀ ਜਾਣ ਦਿਓ। ਕਹਿੰਦੇ ਉਹਨੂੰ ਆਪਣਾ ਰੌਲਾ ਪਾਈ ਜਾਣ ਦਿਓ, ਆਪਾਂ ਆਪਣੀ ਥਾਂ ਤੇ ਬੈਠੇ ਹਾਂ। ਹੁਣ ਬਿਆਨ ਉਹਨਾਂ ਵੀ ਇਹੋ ਹੀ ਦਿੱਤਾ। ਉਹ ਕਹਿੰਦੇ ਇਹ ਤੇ ਕਲੀਅਰ ਹੋ ਗਿਆ ਕੰਮ
ਉਹਨਾਂ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਲਿਆ, ਉਹਨਾਂ ਨੇ ਕਿਹਾ ਵੀ ਬੀਜੇਪੀ ਦੀ ਸ਼ਹਿ 'ਤੇ ਕਰਦੇ ਕਾਂਗਰਸ ਵਾਲੇ ਆ। ਇਹ ਸਾਰਾ ਕੁਝ ਕਹਿੰਦੇ ਵੀ ਗਿਣਿਆ ਮਿਥਿਆ ਚੱਲਦਾ ਪਿਆ। ਇਹਨਾਂ ਨੂੰ ਇਹ ਲੱਗਦਾ ਹੈ ਵੀ ਭਾਈ ਸਾਹਿਬ ਹੁਣ ਤੇ ਸਾਡਾ ਕੰਮ ਗਿਆ, ਵੀ 4.5 ਸਾਲ ਸਾਡੇ ਕੋਲੋਂ ਹੋਇਆ ਕੁਝ ਨਹੀਂ, ਤੇ ਹੁਣ ਫਿਰ ਇਹ ਤੁਰੇ ਜਾਂਦੇ ਆ, ਲੋਕਾਂ ਨੇ ਨਾਲ ਧਿਆਨ ਖਿੱਚਣਾ, ਤੇ ਅਸੀਂ ਹੁਣ ਫਿਰ ਕਰੀਏ ਕੀ? ਉਹ ਕਹਿੰਦੇ ਕੋਈ ਗੱਲ ਨਹੀਂ, ਕਿਸਾਨੀ ਭੇਸ 'ਚ ਵਿਰੋਧ ਕਰੋ। ਕਹਿੰਦੇ ਇਹ ਕੰਮ ਕਰਨ ਡਿਆ ਸਾਡੇ ਨਾਲ, ਹੋਰ ਗੱਲ ਕੋਈ ਨਹੀਂ ਹੈਗੀ। ਬਾਕੀ ਮੈਨੂੰ ਇਹ ਨਹੀਂ ਸਮਝ ਆਈ ਵੀ ਜੇ ਮੰਨ ਲਓ ਇਸੇ ਤਰ੍ਹਾਂ ਹੀ ਆ, ਤੇ ਇਹ ਕਿਤੇ ਅੱਜ ਅਜੇ ਗੱਲ ਹੈ ਵੀ ਆਪਾਂ ਗੱਡੀ 'ਚ ਬੈਠੇ ਹਾਂ ਸੁਣਦੇ ਰਹਿੰਦੇ ਹਾਂ। ਜਦੋਂ ਤੁਹਾਨੂੰ ਯਾਦ ਹੋਣਾ ਪਹਿਲੀ ਗੱਲ ਚੱਲੀ ਤੇ ਸਮਾਗਮ ਰੱਦ ਹੋਣ ਲੱਗੇ, ਫਿਰ ਗੱਲ ਚੱਲੀ ਤੇ ਅਗਲੇ ਪਾਸੋਂ ਜਿੰਦਾਬਾਦ ਹੋਣ ਲੱਗ ਪਈ, ਉੱਧਰੋਂ ਵੀ। ਹੁਣ ਲੀਡਰ ਉੱਥੇ ਭਾਵੇਂ ਘੰਟਾ ਬਹਿਣਾ ਪਵੇ, ਭਾਵੇਂ 1.5 ਘੰਟਾ ਬਹਿਣਾ ਪਵੇ, ਗੱਡੀ ਉੱਥੇ ਡਾਕੇ ਦੇ ਗੱਲਾਂ ਕਰਦੇ ਰਹਿੰਦੇ, ਸੁਣਦੇ ਰਹਿੰਦੇ, ਫਿਰ ਲਾਉਂਦੇ ਵਿਰੋਧੀਆਂ ਦੇ ਉੱਪਰ ਇਲਜ਼ਾਮ। ਇਹ ਹੌਲੀ ਹੌਲੀ ਜਿਸ ਪਾਸੇ ਨੂੰ ਕੰਮ ਤੁਰਦਾ ਜਾ ਰਿਹਾ, ਇਹ ਟਕਰਾਅ ਵਾਲੇ ਪਾਸੇ ਨਹੀਂ ਵੱਧਦਾ ਜਾ ਰਿਹਾ। ਨਾ ਹੋਵੇ ਤਾਂ ਚੰਗਾ। ਦੇਖੋ ਵਿਕਰਮ ਸਿੰਘ ਮਜੀਠੀਆ ਸਾਹਿਬ ਉੱਥੇ ਗਏ ਸੀ ਇੱਕ ਕਾਂਗਰਸੀ ਲੀਡਰ ਨੂੰ ਅਕਾਲੀ ਦਲ 'ਚ ਸ਼ਾਮਲ ਕਰਨ। ਕਿਸਾਨਾਂ ਨੂੰ ਪਤਾ ਲੱਗ ਗਿਆ, ਇਕੱਠੇ ਹੋ ਗਏ। ਜੇ ਕਿਸਾਨ ਜਥੇਬੰਦੀਆਂ ਦਾਅਵਾ ਕਰਦੀਆਂ ਕਿ ਭਾਈ ਅਸੀਂ ਗਏ ਉੱਥੇ, ਤਾਂ ਬਕਾਇਦਾ ਨਾਮ ਵੀ ਉਹਨਾਂ ਨੇ ਦਿੱਤੇ। ਹਾਂ, ਅਕਾਲੀ ਦਲ ਵਾਲੇ ਵਿੱਚੋਂ ਤਸਵੀਰਾਂ ਕੱਢ ਕੇ ਕਈ ਸਮਾਗਮਾਂ ਦੇ ਵਿੱਚੋਂ ਕਿ ਆਹ ਦੇਖੋ ਜੀ ਬੰਦਾ, ਇਹ ਉੱਥੇ ਸਾਡੇ ਵਿਰੋਧ ਕਰਨ ਵਾਲੇ ਸ਼ਾਮਲ ਸੀ, ਗੋਲਦਾਰਾ ਲਾਉਂਦੇ ਆ, ਤੇ ਆਹ ਦੇਖੋ ਜੀ ਇਹੀ ਬੰਦਾ ਫਲਾਨੀ ਸਿਆਸੀ ਪਾਰਟੀ ਦੀ ਮੀਟਿੰਗ ਦੇ ਵਿੱਚ ਸੀ। ਹੁਣ ਕੀ ਉਹ ਬਾਈ ਚੁਆਇਸ ਉੱਥੇ ਆਇਆ ਸੀ, ਬਾਈ ਚਾਂਸ ਉੱਥੇ ਆਇਆ ਸੀ, ਕਿ ਉਸ ਪਾਰਟੀ ਦੇ ਸਮਾਗਮ ਦੇ ਵਿੱਚ? ਉਹ ਸਾਰੀਆਂ ਗੱਲਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਸਥਾਨਕ ਨੁਮਾਇੰਦੇ ਉਹਨਾਂ ਨੂੰ ਸਪਸ਼ਟ ਕਰਨੀਆਂ ਚਾਹੀਦੀਆਂ, ਜਾਂ ਘੱਟੋ ਘੱਟ ਜਿਹੜਾ ਬੰਦਾ ਕਿਸੇ ਸਿਆਸੀ ਪਾਰਟੀ ਦੇ ਸਮਾਗਮ ਦੇ ਵਿੱਚ ਸਰਗਰਮ ਰਹਿੰਦਾ, ਉਹਨੂੰ ਥੋੜ੍ਹਾ ਜਿਹਾ ਬਲਾਦੇ ਰੱਖਣ ਦੇ ਵਿੱਚ ਹੀ ਉਹਨਾਂ ਦੀ ਭਲਾਈ ਹੈ। ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਗੱਡੀ ਉਹਨਾਂ ਨੇ ਘੇਰੀ, ਉਹ ਹੱਥ ਜੋੜ ਕੇ ਵਿੱਚ ਬੈਠੇ ਕਿ ਠੀਕ ਆ ਭਾਈ, ਤੁਸੀਂ ਜੋ ਕਰਦੇ ਕਰ ਰਹੇ ਹੋ, ਜੋ ਸਾਨੂੰ ਕਰਨਾ ਅਸੀਂ ਉਹ ਫਿਰ ਕਰ ਲਈਏ। ਪਰ ਆਹ ਜਿਹੜੇ ਸਿਆਸੀ ਤੌਰ 'ਤੇ ਇਲਜ਼ਾਮ ਲੱਗਣ ਲੱਗ ਪਏ, ਜਦੋਂ ਮਾਝੇ ਦੇ ਵਿੱਚ ਗੱਲ ਹੁੰਦੀ, ਕਿਉਂਕਿ ਬੀਜੇਪੀ ਦਾ ਪ੍ਰਭਾਵ ਹੈਗਾ, ਅਗਲਿਆਂ ਨੇ ਵਿੱਚ ਬੀਜੇਪੀ ਜੋੜ ਲਈ, ਇੱਧਰ ਜਦੋਂ ਮਾਲਵੇ ਦੀ ਗੱਲ ਹੈ ਉਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਜੋੜ ਲਈ। ਨਹੀਂ, ਪਰ ਜਿਹੜੀ ਚੀਜ਼ ਕਾਮਨ ਹੈ ਉਹ ਕਾਂਗਰਸ ਪਾਰਟੀ। ਹੁਣ ਦੇਖੋ ਮਜੀਠੀਆ ਸਾਹਿਬ ਨੇ ਤੇ ਇੱਕ ਲੌਜਿਕ ਵੀ ਦਿੱਤਾ, ਉਹ ਕਹਿੰਦੇ ਚੰਦ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨਾਲ ਰੈਲੀ ਕੀਤੀ, ਕਿਸੇ ਵਿਰੋਧ ਨਹੀਂ ਕੀਤਾ, ਕਹਿੰਦੇ ਕਿਸੇ ਸਵਾਲ ਨਹੀਂ ਪੁੱਛੇ, ਤੇ ਕਹਿੰਦੇ ਸਾਡੀ ਨਾ ਸਵਾਲ ਚੇਤੇ ਆ ਜਾਂਦੇ ਆ ਵੀ ਸਾਨੂੰ ਕਿਹੜਾ ਵੀ ਮਤਲਬ ਪਤਾ ਨਹੀਂ ਲੱਗਦਾ ਵੀ ਭਾਈ ਸਾਹਿਬ ਇਹ ਕਿਹੜੇ ਬੰਦੇ ਜਿਹੜੇ ਸਵਾਲ ਪੁੱਛਦੇ। ਉਹ ਗੋਲ ਦਾਇਰਿਆਂ ਵਾਲੀ ਗੱਲ ਠੀਕ ਹੈ। ਹੁਣ ਇਹ ਗੱਲ ਤੇ ਮੇਰੇ ਖਿਆਲ ਨਾਲ ਪਹਿਲਾਂ ਵੀ ਚੱਲੀ ਸੀ ਕਿ ਵੀ ਭਾਈ ਸਾਹਿਬ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਅੱਛਾ ਹੁਣ ਅੱਜ ਕੱਲ੍ਹ ਇਹਨਾਂ ਚੀਜ਼ਾਂ ਦਾ ਦੌਰ ਹੈ, ਉਹੋ ਜਿਹੀ ਚੀਜ਼ ਉਹਦੇ 'ਚ ਰਲਾ ਦਿਓ। ਇੱਕ ਮੈਂ ਪਤਾ ਨਹੀਂ ਕਿਹੜੇ ਲੀਡਰ ਦੀ ਗੱਲ ਸੁਣਦਾ ਸੀ, ਹੁਣ ਮੈਨੂੰ ਮੇਰੇ ਧਿਆਨ 'ਚ ਨਹੀਂ ਰਹੀ, ਉਹਨੇ ਉਹ ਪੁਰਾਣੀ ਗੱਲ ਕੱਢ ਮਾਰੀ ਸੀ, ਉਹ ਕਾਲੇ ਕੱਛਿਆਂ ਵਾਲੀ। ਕਹਿੰਦੇ ਜਦੋਂ ਪੰਜਾਬ 'ਚੋਂ ਕਾਲੇ ਕੱਛਿਆਂ ਵਾਲਾ ਦੌਰ ਸੀ ਨਾ, ਉਦੋਂ ਕਈ ਬੰਦੇ ਕਾਲੇ ਕੱਛਿਆਂ ਵਾਲੇ ਭੇਸ ਦੇ ਵਿੱਚ ਹੀ ਕੰਮ ਚਲਾਈ ਜਾਂਦੇ। ਕਹਿੰਦੇ ਵੀ ਇਹ ਕੰਮ ਹੀ ਹੁਣ ਚੱਲ ਪਿਆ ਵੀ ਅੱਜ ਕੱਲ੍ਹ ਕਿਸਾਨ ਚੱਲੀ ਜਾਂਦਾ, ਤੇ ਹਰੇਕ ਨੂੰ ਕਿਸਾਨ ਬਣਾ ਕੇ ਤੋਰ ਦੇ ਉਧਰਲੇ ਪਾਸੇ। ਨਹੀਂ, ਇਹ ਗੱਲ ਠੀਕ ਹੈ। ਮੈਂ ਇੱਕ ਹੋਰ ਸੁਝਾਅ ਦਿੰਦਾ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਾਂਗਰਸੀਆਂ ਦਾ ਵੀ ਘਿਰਾਓ ਹੋਇਆ, ਅਕਾਲੀਆਂ ਦਾ ਵੀ ਹੋਇਆ, ਬੀਜੇਪੀ ਵਾਲਿਆਂ ਦਾ ਤਾਂ ਹੁੰਦਾ ਹੀ ਆ। ਇਹ ਤਿੰਨੇ ਹੀ ਪਾਰਟੀਆਂ, ਬੀਜੇਪੀ ਵਾਲੇ ਜੇ ਚਾਹੁਣ ਤਾਂ ਆ ਜਾਣ, ਨਹੀਂ ਤਾਂ ਨਾ ਸਹੀ, ਘੱਟੋ ਘੱਟ ਅਕਾਲੀ ਤੇ ਕਾਂਗਰਸੀ, ਇਹ ਦੋ ਧਿਰਾਂ ਦੇ ਲੀਡਰ ਜਿਹੜੇ ਸਟੇਟ ਲੈਵਲ ਦੇ ਲੀਡਰ ਨੇ, ਸੂਬਾ ਪੱਧਰੀ ਲੀਡਰ ਹੈ, ਉਹ ਇੱਕ 5 ਮੈਂਬਰੀ ਕਮੇਟੀ ਬਣਾ ਦੇਣ, ਉਹ ਇੱਕ ਥਾਂ ਰੱਖ ਦੇਣ, 32 ਕਿਸਾਨ ਜਥੇਬੰਦੀਆਂ ਨੂੰ ਚਿੱਠੀ ਪਾ ਦੇਣ ਕਿ ਭਾਈ ਤੁਹਾਡੇ ਬੰਦੇ ਸਾਨੂੰ ਪਿੰਡਾਂ 'ਚ ਘੇਰਦੇ ਆ, ਉਹ ਪੁੱਛਦੇ ਆ ਸਵਾਲ, ਤੁਸੀਂ ਐਂ ਕਰੋ ਸਾਨੂੰ ਸਵਾਲ ਪਹਿਲਾਂ ਭੇਜ ਦਿਓ ਜਾਂ ਮੌਕੇ 'ਤੇ ਦੱਸ ਦਿਓ। ਜੇ ਪਹਿਲਾਂ ਭੇਜ ਦਿਓਗੇ ਤਾਂ ਅਸੀਂ ਜੋ ਉਸ ਮੁੱਦੇ 'ਤੇ ਕੀਤਾ ਅਸੀਂ ਕਾਗਜ਼ ਪੱਤਰ ਨਾਲ ਲੈ ਆਵਾਂਗੇ। ਇੱਕ ਸਾਂਝੀ ਥਾਂ ਰੱਖ ਦੇਣ, ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਲਾਈਵ ਹੋ ਜਾਣਾ। 5 ਬੰਦੇ 32 ਕਿਸਾਨ ਜਥੇਬੰਦੀਆਂ ਦੇ ਉੱਥੇ ਚਲੇ ਜਾਣ, 5 ਮੁਰੇ ਅਕਾਲੀਆਂ ਦੇ ਹੋਣ, ਦੂਜੇ ਸਮਾਗਮ ਦੇ ਵਿੱਚ 5 ਕਾਂਗਰਸੀਆਂ ਦੇ ਹੋਣ ਤੇ 5 ਕਿਸਾਨ ਹੋਣ। ਜਿਹੜੇ ਸਵਾਲ ਪੰਜਾਬ ਦੇ ਪਿੰਡ ਪੁੱਛ ਹੋਣੇ ਆ, ਉਹ ਸਵਾਲ ਸਾਹਮਣੇ ਪੁੱਛੋ ਜਾਣੇ ਆ। ਜੇ ਤਾਂ ਉੱਤਰ ਦੇ ਗਿਆ ਡਾਕੂਮੈਂਟਾਂ ਦੇ ਰਾਹੀਂ ਕਿ ਭਾਈ ਆ ਅਸੀਂ ਕੀਤਾ, ਕਿਉਂਕਿ ਉਧਰ ਉਹਨਾਂ ਨੇ ਲੈ ਆਉਣੀਆਂ ਲਾਈਵ ਵੀਡੀਓ, ਕਿਸਾਨਾਂ ਨੇ ਲੈ ਕੇ ਆਉਣੀਆਂ, ਚਿੱਠੀਆਂ ਕਢਾ ਕੇ ਸਰਕਾਰੀ ਜਿਹੜੇ ਫੈਸਲੇ ਕੀਤੇ ਸਰਕਾਰੀ, ਉਹ ਤੇ ਉਧਰਲੇ ਪਾਸੇ ਫਿਰ ਸਿਆਸੀ ਪਾਰਟੀਆਂ ਆਪਣਾ ਸਪਸ਼ਟੀਕਰਨ ਦੇ ਦੇਣ। ਕਿਉਂਕਿ ਨਾ ਫਿਰ ਪਿੰਡਾਂ ਦੇ ਵਿੱਚ ਜਦੋਂ ਇੱਕ ਵਾਰੀ ਕਲੀਅਰ ਹੋ ਜੂ ਕਿ ਇਹ ਪਾਰਟੀ ਸਟੈਂਡ ਕਿੱਥੇ ਕਰਦੀ ਹੈ, ਨਾ ਫਿਰ ਪਿੰਡਾਂ ਦੇ ਵਿੱਚ ਵਿਰੋਧ ਹੋਊਗਾ, ਨਾ ਬਾਰ-ਬਾਰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਰਦਾਰਾ ਆਪੇ ਹੋ ਜੂ। ਇਹ ਆਈਡੀਆ ਬਹੁਤ ਵਧੀਆ। ਦੇਖੋ ਮੈਂ ਨਾ ਵੀ ਇਹਦੇ 'ਚ ਨਾ ਲੀਡਰ ਜਾਣ ਚਾਹੇ ਨਾ ਜਾਣ, 2 ਬੰਦੇ ਜ਼ਰੂਰ ਲੈ ਕੇ ਜਾਣ। ਚਲੋ ਆਮ ਆਦਮੀ ਪਾਰਟੀ ਵਾਲੇ ਤੇ ਜੇ ਵਿਚਾਰੇ ਆਂਦੇ ਅਸੀਂ ਰੇਸ 'ਚ ਹੀ ਨਹੀਂ ਆਉਣਾ, ਹੁਣ ਸਮਝੋ ਬਾਹਰ ਹੋਇਆ ਪਿਆ ਕੰਮ, ਉਹਨਾਂ ਦੀ ਗੱਲ ਫਿਰ ਕਰਦੇ ਹਾਂ। ਪੀਕੇ ਸਾਹਿਬ ਤੇ ਐਸਕੇ ਸਾਹਿਬ ਹੈ ਨਾ, ਕਾਂਗਰਸ ਪਾਰਟੀ ਵਾਲਿਆਂ ਕੋਲੇ ਪੀਕੇ, ਉਹਨਾਂ ਕੋਲੇ ਐਸਕੇ। ਨਹੀਂ, ਉਹਨਾਂ ਨੇ ਆਉਣਾ ਨਹੀਂ, ਉਹਨਾਂ ਨੇ ਕਹਿਣਾ ਫੋਨ ਪੇ ਬਤਾਏਂਗੇ ਨਾ, ਮੈਂ ਬੰਦੇ ਭੇਜ ਦੇਣ ਮੈਂ ਨਾ। ਮਤਲਬ ਇਹ ਵੀ ਉਹਨਾਂ ਬੰਦਿਆਂ ਨੂੰ ਲਾਗੇ ਬਿਠਾ ਲੈਣ, ਉਹਦਾ ਫਾਇਦਾ ਬੜਾ। ਦੇਖੋ ਉਹ ਆ ਰਣਨੀਤੀ ਘਾੜੇ, ਉਹਨਾਂ ਨੇ ਕੋਈ ਨਾ ਕੋਈ ਸ਼ਗੂਫਾ ਦੱਸਣਾ। ਚਲੋ ਕਾਂਗਰਸ ਪਾਰਟੀ ਵਾਲਿਆਂ ਨੂੰ ਉਦੋਂ ਕੰਨ 'ਚ ਫੂਕ ਮਾਰਦੀ, ਤੁਸੀਂ ਨਾ ਸਮਾਰਟਫੋਨ ਲੈ ਦਿਓ, ਘਰ ਨੌਕਰੀ ਦੇ ਦਿਓ, ਕਰਜ਼ਾ ਮਾਫੀ ਕਰ, ਕੁਛ ਹੋਇਆ ਸਹੀ। ਭਾਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ 90% ਵਾਅਦੇ ਪੂਰੇ ਕਰਦੇ, ਕਿ ਕਿਸੇ ਪਾਸੇ ਤੁਰਨ ਵਾਲੀ ਗੱਲ ਤੇ ਲੱਭੀ ਵੀ ਯਾਰ ਆ ਇੱਕ ਮਸਲਾ ਜਿਹੜਾ ਸਵਾਰਨ ਵਾਲਾ। ਇਹ ਮੇਰੇ ਖਿਆਲ ਨਾਲ ਜੇ ਉੱਥੇ ਰਣਨੀਤੀ ਘਾੜੇ ਸਾਹਮਣੇ ਹੋਣਗੇ, ਸਾਹਮਣੇ ਸਵਾਲ ਆਉਣਗੇ, ਕੀ ਪਤਾ ਉਹਨਾਂ ਨੂੰ ਗਰਾਊਂਡ ਲੈਵਲ ਦੇ ਉੱਪਰ ਰਿਪੋਰਟ ਪਤਾ ਲੱਗ ਜੇ। ਹੁਣ ਤੇ ਉਹ ਆਪਣੇ ਬੰਦੇ ਇੱਧਰ ਉੱਧਰ ਭੇਜ ਕੇ ਪਤਾ ਲਾ ਕੇ ਆਉਂਦੇ ਆ, ਕਜਾ ਇੱਕ ਕੋਰ ਗਰੁੱਪ ਆ ਜਾਣਾ, ਉਹਨੇ ਸਾਰਾ ਕੁਝ ਨਿਚੋੜ ਕੇ ਇਹਨਾਂ ਦੇ ਸਾਹਮਣੇ ਰੱਖ ਦੇਣਾ 1 ਘੰਟੇ 'ਚ ਵੀ ਭਾਈ ਸਾਹਿਬ ਆਹ ਮੁਸ਼ਕਲ ਹੈ, ਪੰਜਾਬ ਇੱਥੇ ਖੜਾ,
ਆਹ ਸਾਡੀਆਂ ਮੰਗਾਂ ਨੇ, ਜੇ ਤੁਸੀਂ ਇਦਾਂ ਕਰ ਸਕਦੇ ਹੋ ਤਾਂ ਤੁਸੀਂ ਗੱਲ ਕਰੋ। ਹੋ ਸਕਦਾ ਕੱਲ੍ਹ ਨੂੰ ਅਗਲੇ ਬੰਦੇ ਮਹੀਨਾ ਕੁ ਸੋਚ ਸਾਚ ਕੇ ਵੇਖਣ ਵੀ ਐਜ਼ ਏ ਸਟੇਟ ਸਾਡੇ ਹੱਥ ਵਸ ਕੀ ਹੈ, ਜੇ ਸਰਕਾਰ ਬਣਦੀ ਹੈ ਤਾਂ ਅਸੀਂ ਆਹ ਕਰ ਸਕਦੇ ਹਾਂ, ਇੰਨੇ ਸਾਡੇ ਰਿਸੋਰਸਿਸ ਨੇ ਤੇ ਆਪਾਂ ਇਦਾਂ ਜਿਹੇ ਵਾਅਦੇ ਕਰ ਲਈਏ, ਕੀ ਪਤਾ ਕੋਈ ਰਾਹ ਨਿਕਲ ਆਵੇ। ਨਹੀਂ, ਨਿਕਲਣ ਦੀ ਸੰਭਾਵਨਾ ਹੈਗੀ ਆ ਹੰਦਾਲੀਆ ਸਾਹਿਬ। ਜੇ ਕਿਤੇ ਇਦਾਂ ਹੋ ਜਾਏ, ਪਹਿਲਾਂ 5-5 ਬੰਦੇ ਵੀ ਆ ਜਾਣ, ਜੇ ਆ ਵੀ ਵਿੱਚ ਆ ਜਾਣ ਤਾਂ ਬਹੁਤਾ ਚੰਗਾ, ਪਰ ਉਹਨਾਂ ਨੇ ਆਉਣਾ ਨਹੀਂ। ਉਹਦਾ ਕਾਰਨ ਪਤਾ ਕੀ ਆ? ਕੰਟਰੈਕਟ ਨੇ ਭਾਈ ਸਾਹਿਬ, ਠੇਕੇ ਲਏ ਹੋ ਆ। ਠੇਕੇ ਲੈਣ ਦਾ ਮਤਲਬ ਕੀ ਹੁੰਦਾ ਕਿ ਭਾਈ ਅਸੀਂ ਠੇਕਾ ਲਿਆ, ਤੁਹਾਡਾ ਘਰ ਬਣਾਵਾਂਗੇ, ਪਲਾਸਟਰ ਕਰਾਂਗੇ, ਬਾਹਰ ਫੁੱਲ ਲਾਉਣ ਦਾ ਠੇਕਾ ਨਹੀਂ ਹੁੰਦਾ। इन्हें वो तो कंट्रैक्ट में नहीं है। कंट्रैक्ट में था सर्वेक्षण कराना है, उसके बाद आपको आइडिया देना है, पोस्टर में कौन सी भाषा में कौन सा स्लोगन कब लाना है वो देना है, व्हाट्सएप पे कौन सा मैसेज आएगा, इंस्टा पे कौन सा मैसेज आएगा। ठीक चुनाव से पहले, वोट डालने से पहले सुबह 6 बजे हर एक के सेल फोन पर कौन सा मैसेज आएगा, कौन सी तस्वीर दाएं वाली और बाएं वाली कब लगानी है, होर्डिंग कितना बड़ा होगा, किसकी फ़ोटो छोटी होगी, किसकी तस्वीर बड़ी होगी, वो सारा कुछ बताना था। ये सामने जाके बात करना वो कॉन्ट्रैक्ट में नहीं है, उसका पैसा नहीं मिला है। एक होर सुनियो, नहीं ये गल मैनूं ठीक लगदी, मैं लगदा कोठी नाल फुੱਲ ਲਾਉਣ वाली तो चलो गल मूली वो भी अगला ला दूगा। ਇਹ ਤੇ ਮੰਗ ਮੇਰੇ ਖਿਆਲ ਨਾਲ ਇਦਾਂ ਦੀ ਆ ਵੀ ਕੱਲ ਨੂੰ ਕਹਿੰਦਾ ਕਾਕੇ ਦਾ ਰਿਸ਼ਤਾ ਹੋਣਾ, ਫਿਰ ਠੇਕੇਦਾਰ ਸਾਹਿਬ ਆਇਓ ਬਿਓ ਤੁਸੀਂ ਉੱਥੇ ਵਿੱਚ, ਹੈ ਨਾ। ਅਗਲਾ ਆਖੇ ਵੀ ਮੈਂ ਹੁਣ ਤੁਹਾਡੇ ਕਾਕੇ ਦੇ ਰਿਸ਼ਤੇ 'ਚ ਬਹਿ ਜਾ, ਕੱਲ ਨੂੰ ਕੋਈ ਅਭੀ ਨਵੀ ਹੋ ਗਈ, ਅਗਲੇ ਮੇਰੇ ਗਲ 'ਚ ਸਾਫਾ ਪਾਈ ਫਿਰ ਮੈਂ ਕੀ ਲੈਣਾ। एक और भी हो सकता, वो भी होते सोचते हैं। वो जब सर्वेक्षण कराया था तो लोग सस्ता बिजली मांगते थे, वो भोजन मांगते थे फ्री में मुफ्त वाला। अब तो लोग कहते हैं हमको सस्ता नहीं चाहिए, हमको तो काम चाहिए। नेताजी क्या करें, वो सर्वेक्षण के समय कुछ और था, अब तो पंजाब के लोग कुछ और ही हो गए, वो बात ही नहीं सुनते हैं। हमने उसी घर का दरवाजा खटखटाया था, वो आंटी जी बैठे हुए हैं, वो तो लाठी लेके भागे मगर हमारे कुछ हो ਤੈਨੂੰ ਪਛਾਣ ਲਿਆ ਕਿਹੜਾ ਫਿਰ ਦਿੰਦਾ। ਨਹੀਂ ਪਰ ਚਲੋ ਇਹ ਜੋ ਵੀ ਆ, ਜਿੱਥੇ ਜੇ ਆ ਕੇ ਇਹ ਪੇਚ ਫਸ ਗਿਆ, ਮਤਲਬ ਜੇ ਤੇ ਇਹ ਵਾਕਈ ਕਿਸੇ ਪਾਸੇ ਲੈ ਕੇ ਜਾਣਾ ਪੰਜਾਬ ਨੂੰ ਫਿਰ ਤਾਂ ਠੀਕ ਹੈ। ਨਹੀਂ ਤੇ ਗੱਲ ਉਹੀ ਹੋਣੀ ਜਿਹੜੀ ਆਪਾਂ ਜੇ ਕੱਲ ਕਰਦੇ ਹਟੇ ਆ ਵੀ ਉਧਰੋਂ ਖੱਟਰ ਸਾਹਿਬ ਹੋਰਾਂ ਨੇ ਜਿਹੜਾ ਆਪਣਾ ਵਹੀ ਖਾਤਾ ਕੱਢ ਲਿਆ ਜੀ, ਹੁਣ ਅਗਲੇ ਬੰਦੇ ਤੇ ਗਣਾ ਗੱਲਾਂ ਕਰਦੇ ਕਿ ਨਹੀਂ ਭਾਈ ਜੀ ਅਸੀਂ 10 ਫਸਲਾਂ ਦੀ MSP ਅਸੀਂ ਦਈਏ, 72 ਘੰਟੇ ਪੇਮੈਂਟ ਨਾ ਹੋਵੇ, ਵਿਆਜ ਅਸੀਂ ਦਈਏ, ਜੇ ਕੋਈ ਆਖੇ ਵੀ ਕਣਕ ਝੋਨਾ ਨਹੀਂ ਲਾਉਣਾ, ਕੋਈ ਹੋਰ ਬਿਜਨਸ 7000 ਕਿੱਲੇ ਦਾ ਅਸੀਂ ਦਈਏ, ਪਰਾਲੀ ਨਹੀਂ ਸਾੜਨੀ 1000 ਰੁਪਈਆ ਅਸੀਂ ਦਈਏ, ਮਤਲਬ ਕਈ ਕੁਛ ਉਹਨੇ ਗਣਾਤਾ। ਇਹ ਨਾ ਹੋਵੇ ਕੱਲ ਨੂੰ ਹੋਰ ਬੰਦੇ ਆਣ ਕੇ ਆਖਣ ਵੀ ਭਾਈ ਸਾਹਿਬ ਆਹ ਰੋਡ ਮੈਪ ਹੈਗਾ, ਉਹ ਪਾਸਨਾ ਤੇ ਗਏ ਨੇ ਆਪਣੇ ਕੇਜਰੀਵਾਲ ਸਾਹਿਬ, ਕੀ ਪਤਾ ਉੱਥੇ ਦਿਮਾਗ 'ਚ ਬੈਠੇ ਕਿਤੇ ਗੱਲ ਹੀ ਆ ਜਾਵੇ। ਦੇਖੋ ਗੱਲ ਪਤਾ ਥੋੜਾ ਹੁੰਦਾ। ਜਿਹੜੇ ਖੱਟਰ ਸਾਹਿਬ ਨੇ ਸਵਾਲ ਕੱਲ ਖੜੇ ਕੀਤੇ ਸੀ ਨਾ, ਕੈਪਟਨ ਸਾਹਿਬ ਨੇ ਐਂ ਕਰਕੇ ਕਾਂਟਾ ਮਾਰਤਾ, ਐਂ ਗੱਬਿਓ ਵਰਕਾ ਪਾੜੀ ਦੇਣਾ, ਆ ਲੈ ਚੱਕ ਦੇ ਦੀਆਂ ਆਪਣੇ ਸਰਦਾਰ ਨੂੰ ਜਾ ਕੇ, ਪਾੜਤਾ ਹੀ ਵਰਕਾ। ਅੱਗੇ ਆਉਂਦੇ ਸੀ ਨਾ ਐਂ, ਜਦੋਂ ਰਾਜਿਆਂ ਦੇ ਕੋਲੇ ਜਾ ਕੇ ਐਂ ਡੰਡੇ ਜਾਂ ਨਾ ਖੋਲਦੇ ਹੁੰਦੇ ਸੀ ਇਸਨੇ ਤੇ ਮੁੜ ਕੇ ਐਂ ਕਰਦੇ ਵਾਪਸ ਚਲ ਜਾਂਦੇ ਹੁੰਦੇ ਸੀ। ਹੁਣ ਤੁਸੀਂ ਦੇਖੋ ਕਮਾਲ ਦੀ ਗੱਲ, ਕੱਲ ਜਦੋਂ ਖੱਟਰ ਸਾਹਿਬ ਨੇ ਚੁਣੌਤੀਆਂ ਦਿੱਤੀਆਂ ਕਿ ਕੈਪਟਨ ਸਾਹਿਬ ਤੁਸੀਂ ਕੀਤਾ ਕੀ ਹੈ ਕਿਸਾਨਾਂ ਦੇ ਲਈ ਕੀਤਾ, ਅੱਜ ਕੈਪਟਨ ਸਾਹਿਬ ਨੇ 8 ਦੇ 8 ਜਵਾਬ ਦਿੱਤੇ ਆ। ਉਹ ਕਹਿੰਦੇ ਖੱਟਰ ਸਾਹਿਬ ਅਸੀਂ 5 ਲੱਖ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ, ਤੁਸੀਂ ਕਿਸੇ ਦੀ ਢੇਲੀ ਮਾਫ ਨਹੀਂ ਕੀਤੀ। ਦੂਜੀ ਗੱਲ, ਅਸੀਂ ਕਹਿੰਦੇ ਮੁਫਤ ਬਿਜਲੀ ਦਿੰਦੇ ਖੇਤੀਬਾੜੀ ਸੈਕਟਰ ਦੀ, ਤੁਸੀਂ ਪੰਜੀ ਮਾਫ ਨਹੀਂ ਕਰਦੇ ਬਿਜਲੀ ਤੋਂ। ਪਰ ਜਿਹੜੀ ਗੱਲ ਬਹੁਤ ਕਮਾਲ ਦੀ ਕਹਿਤੀ, ਉਹ ਕਹਿੰਦੇ ਤੁਸੀਂ 1000 ਰੁਪਈਆ ਦਿੰਦੇ ਆ ਪਰਾਲੀ ਤੋਂ, 1000 ਰੁਪਈਆ ਏਕੜ ਦਾ, ਅਸੀਂ 2500 ਦਿੰਦੇ ਆ। ਨਹੀਂ ਕਿਹਨੂੰ ਦਿੱਤਾ ਉਹ? ਮੈਂ ਉਹੀ ਦੱਸਣ ਲੱਗਾ। ਕਹਿੰਦੇ ਪਹਿਲਾਂ 19 ਕਰੋੜ ਰੱਖਿਆ ਸੀ, ਕਿ 31 ਕਰੋੜ ਰੱਖ ਦਿੱਤਾ। ਤੁਹਾਨੂੰ ਚੇਤਾ ਭੁੱਲ ਗਿਆ, ਮੈਨੂੰ ਚੇਤਾ। ਇੱਕ ਵੀਡੀਓ ਰੱਖਿਆ ਕਿੱਥੇ ਉਹ ਮੈਂ ਦੱਸ, ਕਿਤੇ ਰੱਖ ਕੇ ਭੁੱਲ ਤੇ ਨਹੀਂ ਗਏ ਗੁਰੂ, ਪਤਾ ਕਰ ਲਓ। ਉੱਥੇ ਵੀ ਕਈ ਹਰਿਆਣੇ ਦੇ ਕਿਸਾਨਾਂ ਨੇ ਟਿੱਪਣੀਆਂ ਕੀਤੀਆਂ, ਸਾਨੂੰ 1000 ਲੈ ਦਿਓ, ਪੰਜਾਬ ਵਾਲਿਆਂ ਨੇ ਕਹਿਣਾ ਸਾਨੂੰ 2500 ਲੈ ਦਿਓ। ਜਾਣੀ ਪਿਛਲੀ ਵਾਰੀ ਜਦੋਂ ਬਹੁਤ ਰੌਲਾ ਪੈ ਗਿਆ ਸੀ ਨਾ, ਇੱਕ ਵਾਰੀ ਕੈਪਟਨ ਸਾਹਿਬ ਦੇ ਨਾਲ ਮੁਲਾਕਾਤ ਕਰਵਾਈ ਦੀ ਫੋਟੋ ਵੀ ਆਈ ਸੀ ਕਿ ਉਹ ਕਿਸਾਨ ਆਏ ਜਿਹੜੇ ਕਹਿੰਦੇ ਜੀ ਸਾਨੂੰ 2500 ਮਿਲਿਆ। ਹੋਰ ਦੇਖੋ, ਅੱਛਾ ਇੱਕ ਕਮਾਲ ਦੀ ਗੱਲ, ਹੋ ਸਕਦਾ ਤੁਸੀਂ ਐ ਕਰਕੇ ਪਟਨਾ ਲਿਓ ਕੇ ਥੋੜੇ ਥੋੜੇ, ਉਹ ਕਹਿੰਦੇ ਜੀ ਖੱਟਰ ਸਾਹਿਬ ਨੇ ਦਾਅਵਾ ਕੀਤਾ ਕਿ ਅਸੀਂ ਜੇ 72 ਘੰਟੇ ਤੋਂ ਪੇਮੈਂਟ ਲੇਟ ਹੋ ਜਾਵੇ ਅਸੀਂ ਵਿਆਜ ਦਿੰਨੇ ਆ। ਉਹ ਕਹਿੰਦੇ ਵਿਆਜ ਦੇਣਾ ਕਾਹਨੂੰ, ਅਸੀਂ 72 ਘੰਟੇ ਤੋਂ ਪੇਮੈਂਟ ਲੇਟ ਹੋਣ ਹੀ ਨਹੀਂ ਦਿੱਤੀ ਅੱਜ ਤੱਕ। ਇਹ ਕੈਪਟਨ ਸਾਹਿਬ ਦਾ ਦਾਅਵਾ ਕਿ ਅਸੀਂ ਕੋਈ ਪੇਮੈਂਟ ਪੰਜਾਬ ਦੇ ਕਿਸਾਨਾਂ ਦੀ 72 ਘੰਟੇ ਤੋਂ ਲੇਟ ਹੋਣ ਹੀ ਨਹੀਂ ਦਿੱਤੀ। ਮੈਨੂੰ ਫਗਵਾੜੇ ਜਲੰਧਰ ਦੇ ਵਿਚਾਲੇ ਬੈਠੇ ਕਿਸਾਨ ਚੇਤੇ ਆ ਗਏ, ਉਹਨਾਂ ਨੂੰ 200 ਕਰੋੜ ਰੁਪਈਆ ਦੇਣ ਦਾ ਵਾਅਦਾ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਕੀਤਾ ਸੀ। ਗੰਨਾ ਤਾਂ ਅਪ੍ਰੈਲ ਦਾ ਵਿਕਿਆ, ਵੀਰ ਸਤੰਬਰ ਚੜਿਆ ਅੱਜ। ਉਹ ਪਤਾ ਕਰੋ ਘੜੀ ਖਰਾਬ ਸੀ ਯਾਰ ਉਹਨਾਂ ਦੀ, ਉਹਨਾਂ ਦੇ 72 ਘੰਟੇ ਹੋਏ ਪਿਛਲੇ ਸਾਲ ਉਹ ਘੜੀ ਦਾ ਨੁਕਸ ਹੋ ਸਕਦਾ, ਸਰਕਾਰ ਥੋੜਾ ਗਲਤ ਕਹਿ ਦੀ। ਮੈਂ ਤਾਂ ਹੋਰ ਸੋਚਦਾ ਵੀ ਜਿਹੜੇ ਮੰਨ ਲਓ ਵੀ ਪਰਾਲੀ ਦੇ ਹਿਸਾਬ ਨਾਲ ਕਿੱਲੇ ਦਾ 2500 ਇਹ ਮਿਲਣਾ, ਤੇ ਬਾਪੂ ਮਤਲਬ ਉਧਰੋਂ ਮਤਲਬ ਦਾੜੀ ਦੂੜੀ ਮਾੜੀ ਮੋੜ ਵਾਹ ਕੇ ਡੱਬੀਆਂ ਵਾਲਾ ਪਰਨਾ ਰੱਖ ਕੇ ਕਿੱਧਰ ਚੱਲਣਾ ਬਾਪੂ? ਕਹਿੰਦਾ ਮੈਂ 1000 ਰੁਪਏ ਲੈ ਚੱਲਾਂ ਪੁੱਤ, ਉਹਨਾਂ ਪਰਾਲੀ ਦਾ ਆਖਿਆ ਕਿੰਨਾ 2500। ਉਹ ਨਹੀਂ ਫਿਰ ਤੇਰਾ ਨਹੀਂ ਆਇਆ ਹੋਣਾ ਬਾਪੂ 2500, ਮੇਰਾ ਆਇਆ ਹੋਣਾ ਬੇਰੁਜ਼ਗਾਰੀ ਭੱਤਾ।
ਇਹ ਥੋੜਾ ਜਿਹਾ 26-2400 ਕਰ ਦੇਣ ਨਾ, ਹਾਂ ਮਤਲਬ ਭੁਲੇਖਾ ਨਾ ਪੈ ਜਾਵੇ। ਚੇਂਜ ਕਰ ਲੈਣਾ ਹੈ ਨਾ, ਇਹ 2500 ਨੂੰ ਜਾਂ 2100 ਕਰ ਲੈਣ ਜਾਂ ਕੁਛ ਇਦਾਂ ਦਾ ਕਰ ਲੈਣ, ਮਤਲਬ ਦੋਵੇਂ ਰਲਾ ਕੇ ਪਤਾ ਲੱਗਾ ਵੀ ਬਾਪੂ ਤੇ ਮੁੰਡਾ ਦੋਵੇਂ ਮੋਟਰਸਾਈਕਲ ਤੇ ਚੜੇ ਜਾਣ। ਉੱਥੇ ਜਾ ਕੇ ਉਹ ਪੁੱਛਿਆ ਜੀ ਸਾਡੇ ਵਾਲਾ ਆਇਆ 2500? ਨਹੀਂ ਨਹੀਂ ਨਹੀਂ, ਇਹ ਨੋਟਾਂ ਦੇ ਕਿਤੇ ਨਹੀਂ ਲਿਖਿਆ ਵੀ ਇਹ ਕਿਹੜੇ ਵਾਲੇ ਆ। ਸੰਧਾਲੀਆ ਸਾਹਿਬ ਮੈਨੂੰ ਐਂ ਲੱਗਦਾ ਜੇ ਕੋਈ ਬਾਹਰਲਾ ਬੰਦਾ ਜਿਹਨੂੰ ਪੰਜਾਬੀ ਆਉਂਦੀ ਉਹ ਸੁਣ ਲਵੇ ਪਹਿਲਾਂ ਖੱਟਰ ਸਾਹਿਬ ਦੀਆਂ ਫਿਰ ਕੈਪਟਨ ਸਾਹਿਬ ਦੀਆਂ, ਉਹ ਕਿਤੇ ਲੋਕਾਂ ਦੁਆਲੇ ਡਾਂਗ ਲੈ ਕੇ ਹੋਏ ਯਾਰ ਇੰਨਾ ਕੁ ਤਾਂ ਤੁਹਾਨੂੰ ਦਿੰਦੇ ਆ, ਹੋਰ ਕੀ ਦੇ ਦੇਣ ਤੁਹਾਨੂੰ ਹੁਣ। ਨਹੀਂ ਮੈਨੂੰ ਇਹ ਜਾਪਦਾ ਵੀ ਇਹਨਾਂ ਕਾਗਜ਼ਾਂ ਦਾ ਕਰਕੇ ਕਿਤੇ ਉੱਤੇ ਨੀਤੀਆਂ ਤਾਂ ਨਹੀਂ ਬਣ ਜਾਂਦੀਆਂ। ਇਹ ਵੀ ਹੋ ਸਕਦਾ, ਮੈਨੂੰ ਲੱਗਦਾ ਇਹ ਹੈ ਇਦਾਂ ਦਾ ਕੰਮ ਹੀ ਆ। ਸਾਨੂੰ ਥੋੜਾ ਪਤਾ ਲੱਗਣਾ, ਤੁਸੀਂ ਪੁੱਛ ਕੇ ਨਾ ਲੀਡਰ ਤੁਹਾਡੇ ਬੰਦੇ ਆ। ਨਹੀਂ ਨਹੀਂ ਦੇਖੋ ਅੰਦਾਜ਼ਾ ਹੀ ਆ। ਮੰਨ ਲਓ ਵੀ ਹੁਣ ਜਦੋਂ ਉੱਪਰੋਂ ਚਿੱਠੀ ਆਈ, ਮੰਨ ਲਓ ਵੀ PM ਆਫਿਸ ਨੇ ਪੁੱਛ ਲਿਆ ਹੋਊਗਾ ਵੀ ਹਾਂਜੀ ਸਾਨੂੰ ਦੱਸਿਆ ਜਾਵੇ ਕਿ ਵੀ ਪੰਜਾਬ ਸਰਕਾਰ ਕੀ ਕੀ ਕਰ ਰਹੀ ਹੈ। ਹੁਣ ਮੰਨ ਲਓ ਵੀ ਜੇ ਪੰਜਾਬ ਸਰਕਾਰ ਆਖੂ ਵੀ ਅਸੀਂ ਵੀ ਯਾਰ ਹੁਣ ਕਿੱਦਾਂ ਕਰਨੀ ਹੂੰ, ਉਹ ਕਹਿੰਦੇ ਕੋਈ ਨਹੀਂ ਹੈਗੇ ਆਪਣੇ ਕੋਲ ਬੰਦੇ ਥੋੜ੍ਹੇ ਜਿਹਾ, ਆਪਾਂ ਸਕੀਮ ਸ਼ੁਰੂ ਕੀਤੀ ਤੇ ਸੀਗੀ, ਉਹ ਕਹਿੰਦੇ ਕਰੋ ਇਹ। ਹੁਣ ਤੁਸੀਂ ਇਹ ਦੇਖੋ ਵੀ ਮੰਨ ਲਓ ਜੇ ਉੱਪਰ ਇਹ ਜਾਵੇ ਕਿ ਯਾਰ ਕਿਸੇ ਨੂੰ 7000 ਕਿੱਲੇ ਦਾ ਦੇਈ ਜਾਂਦੇ ਆ, ਕਿਸੇ ਨੂੰ 2500 ਉਹਦਾ ਕਰਕੇ ਦੇਈ ਜਾਂਦੇ ਆ, ਪਰਾਲੀ ਦਾ ਕਰਕੇ 32 ਇਹਨਾਂ ਦੀ ਮਾਫ ਆ, ਨਜ਼ਾਰੇ ਇਹ ਲਈ ਜਾਂਦੇ, ਉਹਦੇ ਜੀ ਕਰਜ਼ਾ ਚੜਿਆ ਇਹ 5 ਲੱਖ ਦਾ ਕਰਜ਼ਾ ਮਾਫ ਕਰੀ ਫਿਰਦੇ। ਉਹ ਅੱਛਾ ਫਿਰ ਹੁਣ ਕਹਿੰਦੇ ਥੋੜਾ ਜਿਹਾ ਰੂਲ ਸਟ੍ਰਿਕਟ ਕਰੋ ਐਤਕੀ ਝੋਨਾ ਖਰੀਦਣ ਦੇ, ਸਖਤੀ ਕਰਨੀ ਹਾਂ ਇਹ ਤਾਂ ਬੰਦੇ ਜਮਾਂ ਨਜ਼ਾਰੇ ਲਈ ਜਾਂਦੇ, ਸਰਕਾਰਾਂ ਮੌਜ ਕਰਾਈ ਜਾਂਦੀਆਂ ਇਹਨਾਂ ਦੀ, ਹੈ ਨਾ। ਉਹ ਮੈਨੂੰ ਇਹ ਯਾਦ ਆ ਵੀ ਕਾਗਜ਼ ਜਿਹੜੀ ਸਰਕਾਰ ਉੱਪਰ ਮੰਗਾਉਂਦੀ ਹੈ ਉਹਨਾਂ ਨੂੰ ਚਾਹੀਦਾ ਵੀ 2 ਕਾਗਜ਼ ਮੰਗਾਇਆ ਕਰਨ, ਇੱਕ ਤੇ ਮੰਗਾਉਣ ਪੰਜਾਬ ਸਰਕਾਰ ਕੋਲੋਂ, ਇੱਕ ਮੰਗਾਉਣ ਆਮ ਲੋਕਾਂ ਕੋਲੋਂ, ਕਿਸੇ ਕੋਲੋਂ ਹੀ ਚੱਕ ਲੈਣ ਪਿੰਡੋਂ ਕਿਸੇ। ਹਾਂ ਵੀ ਵੀਰ ਤੂੰ ਦੱਸ ਵੀ ਤੈਨੂੰ ਕੀ ਕੀ ਮਿਲਿਆ, ਉਦੋਂ ਬਾਅਦ ਜਾ ਕੇ ਆਖਣ ਵੀ ਹਾਂ ਭਾਈ ਸਾਹਿਬ ਹੁਣ ਦੱਸੋ ਵੀ ਇਹਦੇ 'ਚ ਸੱਚੀ ਗੱਲ ਕਿਹੜੀ, ਦੋਵਾਂ ਨੂੰ ਪੁੱਛਣ ਸੀ ਭਰਾ ਬਿਠਾ ਕੇ। ਬਿਲਕੁਲ ਹੋ ਸਕਦਾ ਵੀ ਇਹ ਜਿਹੜੇ ਹੁਣ ਤੱਕ ਉੱਪਰ, ਕਿਉਂਕਿ ਤਾਂ ਹੀ ਉਹ ਅਗਲੇ ਬੰਦੇ ਬੋਲਦੇ ਨੇ, ਉਹ ਕਹਿੰਦੇ ਅਸੀਂ ਬੜਾ ਕੁਛ ਕੀਤਾ, ਥੱਲੇ ਬਹੁਤ ਕੁਛ ਮਿਲ ਰਿਹਾ, ਉਹ ਕਾਗਜ਼ਾਂ 'ਚ ਕਿਤੇ ਮਿਲੀ ਮੁਣੀ ਜਾਂਦਾ ਜਾਂਦਾ। ਸੰਧਾਲੀਆ ਸਾਹਿਬ ਯੋਜਨਾਵਾਂ ਬਣਨ ਦਾ ਹਿਸਾਬ ਕਿਤਾਬ ਤਾਂ ਸਿੱਧਾ ਜਿਹਾ, ਕਈ ਵਾਰੀ ਇਸ ਗੱਲ ਦੀ ਚਰਚਾ ਚੱਲੀ ਹੈ ਜਦੋਂ ਕਿਸਾਨ ਖੁਦਕੁਸ਼ੀਆਂ ਸਿਖਰ ਤੇ ਸੀ ਨਾ ਸਾਰੇ ਦੇਸ਼ 'ਚ, ਉਦੋਂ ਜਿਹੜੀ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਇੱਕ ਰਿਪੋਰਟ ਰੱਖੀ ਸੀ ਕਿ ਪੰਜਾਬ ਦੀ ਸਰਕਾਰ ਨੇ ਲਿਖਤੀ ਰੂਪ 'ਚ ਸਾਨੂੰ ਦੱਸਿਆ ਕਿ ਪੰਜਾਬ 'ਚ 5 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, 5 'ਚ ਇਦਾਂ ਹੀ। ਤੇ ਮਾਲਵੇ ਦੇ ਕਈ ਪਿੰਡ ਇਦਾਂ ਦੇ ਜਿੱਥੇ 5-5 ਬੰਦੇ ਖੁਦਕੁਸ਼ੀ ਕਰ ਗਏ ਆ। ਇੱਕ ਤਾਂ ਉਹ ਸੀ, ਉਹ ਤਾਂ ਪਰਿਵਾਰਾਂ ਦੇ ਵੀ ਕਿਹੜੇ 3-3 ਪੀੜ੍ਹੀਆਂ ਦੀ ਗੱਲ ਹੋ ਗਈ, ਤਿੰਨ ਵਿਧਵਾ ਔਰਤਾਂ ਸੀ। ਹਾਂ ਇੱਕ ਘਰ 'ਚ 3 ਜਣੇ ਸੀ। ਤੇ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਆਪਣੇ ਆਪ ਨੂੰ ਉਦਾਂ ਹੀ ਵਧੀਆ ਕਰਾਉਣ ਲਈ ਸਾਡੇ ਥੋੜੀ ਕੋਈ ਖੁਦਕੁਸ਼ੀ ਕਰਦਾ ਹੈ। ਉਹ ਯਾਰ ਲੋਕਾਂ ਦੇ ਸੇਵੇ ਵੜਦੇ ਆ, ਲੋਕ ਫਾਹੇ ਲਈ ਜਾਂਦੇ, ਤੁਸੀਂ ਰੱਸੇ ਹੀ ਪੁੱਛ ਲਿਆ ਕਰੋ ਜਾ ਕੇ ਕਿੰਨੇ ਵਿਕਦੇ ਆ, ਸਲਫਾਸ ਕਿੰਨੀ ਵਿਕਦੀ ਹੈ, ਤੁਸੀਂ ਕਦੇ ਪਿੰਡਾਂ ਦੇ ਵਿੱਚੋਂ ਜਾ ਕੇ ਪਤਾ ਤਾਂ ਕਰੋ। ਯੋਜਨਾਵਾਂ ਬਣਾਉਣ ਦੇ ਲਈ ਜਿਹੜੇ ਕਾਗਜ਼ਾਂ ਦੀ ਵਰਤੋਂ ਕੀਤੀ ਜਾਂਦੀ, ਉਹਦੀ ਦੂਜੀ ਉਦਾਹਰਣ ਇਹ ਤੱਤੀ ਹੈ ਕਿ ਆਕਸੀਜਨ ਦੀ ਘਾਟ ਦੇ ਕਰਕੇ ਪਾਰਲੀਮੈਂਟ 'ਚ ਕੀ ਦੱਸਿਆ ਗਿਆ ਸੀ, ਕਿੰਨੇ ਬੰਦਿਆਂ ਦੀ ਮੌਤ ਹੋਈ ਹੈ, ਤੇ ਦਿੱਲੀ ਦੇ ਹਸਪਤਾਲ ਕੀ ਕਹਿੰਦੇ ਸੀ, ਪੰਜਾਬ ਦੇ ਵਿੱਚ ਹੀ ਅੰਮ੍ਰਿਤਸਰ ਵਾਲਾ ਹਸਪਤਾਲ ਕੀ ਕਹਿੰਦਾ ਸੀ। ਜਾਣੀ ਸਭ ਤੋਂ ਵੱਡੀ ਗੱਲ ਕਿ ਜਦੋਂ ਲੋਕਾਂ ਦੇ ਸਾਹ ਆਕਸੀਜਨ ਦੀ ਕਮੀ ਕਰਕੇ ਉਖੜੇ, ਕੋਈ ਮੰਨਣ ਨੂੰ ਤਿਆਰ ਨਹੀਂ ਕਿ ਆਕਸੀਜਨ ਦੀ ਘਾਟ ਦੇ ਕਰਕੇ ਭਾਰਤ ਦੇ ਵਿੱਚ ਕੋਈ ਬੰਦਾ ਮਰਿਆ। ਨਹੀਂ ਫਿਰ ਗੱਲ ਤੇ ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ ਚੌਂਕੀ ਤੋਂ ਸ਼ੁਰੂ ਹੋ ਜਾਂਦੀ ਹੈ। ਥਾਣਾ ਤੇ ਚਲੋ ਵੱਡੀ ਚੀਜ਼ ਹੋ ਗਈ, ਚੌਂਕੀ ਦਾ ਕੰਮ ਇਹ ਹੁੰਦਾ ਨਾ ਵੀ ਮਤਲਬ ਜੇ ਉੱਥੇ ਕੋਈ ਗਿਆ ਜੀ ਉਹ ਜੀ ਫਲਾਨੀ ਜੀ ਇੱਦਾਂ ਹੀ ਹੋਈ, ਫਿਰ ਮਤਲਬ ਜੀ ਉੱਥੇ ਵੀ FIR ਕਰਾਉਣੀ ਹੋਵੇ ਤਾਂ ਭੱਜ FIR ਕਰਾਉਣੀ ਕੀ ਹੋਇਆ ਕੀ ਇੱਧਰੋਂ ਮਤਲਬ ਕੋਈ ਨਹੀਂ ਲਿਖਦੇ ਕਾਗਜ਼ ਤੇ ਮਾੜਾ ਜਿਹਾ ਆਰਜੀ ਕਾਗਜ਼ ਲਾ ਕੇ ਨਾ ਵੀ ਕਰਾਇਆ ਮੈਂ ਦਰਖਾਸਤ ਦੇ ਆਇਆ ਦਰਖਾਸਤ, ਉਹ ਜਿਹੜੀ ਦਰਖਾਸਤ ਆ ਉਦੋਂ ਬਾਅਦ ਉਹ ਫੜ ਕੇ ਤੇ ਮੁੰਸ਼ੀ ਸਾਹਿਬ ਥੱਲੇ ਕਰ ਦਿੰਦੇ। ਉਦੋਂ ਬਾਅਦ ਰਜਿਸਟਰ 'ਚ ਕੋਈ ਪੁੱਛੇ ਵੀ ਇੱਥੇ ਕਿੰਨਾ ਕ੍ਰਾਈਮ ਹੋਇਆ ਜੀ ਕੀ ਹੋਇਆ, ਕੁਛ ਵੀ ਨਹੀਂ, ਸਾਰਾ ਦੇਖੋ ਰਜਿਸਟਰ ਜਮਾ ਨਵਾਂ ਨਕੋਰ। ਕਿੰਨਾ ਚਿਰ ਹੋ ਗੱਲ ਹੈ 4 ਸਾਲ ਹੋ ਗਏ ਜੀ, ਭਰਿਆ ਹੀ ਨਹੀਂ ਅਜੇ ਤੱਕ, ਕੰਪਲੇਂਟ ਹੀ ਨਹੀਂ ਆਉਂਦੀ। ਕੋਈ ਬੰਦੇ ਬੜੇ ਸੁਖੀ ਨੇ ਜੀ, ਖੁਸ਼ ਨੇ। ਹੁਣ ਜੇ ਤੇ ਆਪਾਂ ਕਾਗਜ਼ੀ ਪਤਨੀ ਢਿੱਡ ਭਰਨਾ, ਹੁਣ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਥੱਲੇ ਤੋਂ ਲੈ ਕੇ ਉੱਪਰ ਤੱਕ ਪ੍ਰਸ਼ਾਸਨ ਦੀ ਜਾਂ ਜਿਹੜੇ ਵਿਚਾਰੇ ਕੰਮ ਕਰਦੇ ਆ, ਪਰ ਜੇ ਇਸ ਮਜਬੂਰੀ ਦੇ ਵਿੱਚੋਂ ਗਾਂ ਯੋਜਨਾਵਾਂ ਖਰਾਬ ਹੁੰਦੀਆਂ ਤੇ ਮੇਰੇ ਖਿਆਲ ਨਾਲ ਇਹਦੇ ਤੇ ਵੀ ਇੱਕ ਤਰ੍ਹਾਂ ਝਾਤੀ ਮਾਰ ਲੈਣੀ ਚਾਹੀਦੀ ਵੀ ਯਾਰ ਸੱਚ ਮੰਨਣ 'ਚ ਹਰਜ ਕੀ ਹੈ। ਨਹੀਂ ਬਹੁਤ ਜ਼ਰੂਰੀ ਹੈ। ਤੁਸੀਂ ਇਹ ਦੇਖੋ ਕਿ ਹੁਣ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ, ਜਿਹੜੀ ਕਾਰ ਪਟਿਆਲਿਓਂ ਚੱਲੀ ਸੀ ਉਹ ਘੰਟੇ ਕੁ ਦਾ ਸਫ਼ਰ ਕਰਕੇ ਲੁਧਿਆਣੇ ਪਹੁੰਚੀ ਹੈ। ਅੱਛਾ। ਤੇ ਹੁਣ ਸਿਮਰਜੀਤ ਸਿੰਘ ਬੈਂਸ ਹੋਰੀ ਕਹਿੰਦੇ ਪਹਿਲੀ ਗੱਲ ਇਹ ਕਿ ਉਹ ਲੋਕਾਂ ਦੇ ਚੁਣੇ ਹੋਏ MLA ਹੈ, ਕਈ ਵਾਰ ਦੇ MLA ਹੈ। ਲੋਕ ਸਭਾ ਦੀ ਚੋਣ 2 ਵਾਰੀ ਲੜ ਹਟਿਆ ਤੇ 2 ਲੱਖ ਤੋਂ ਵੱਧ ਵੋਟਾਂ ਐਤਕੀ ਪਈਆਂ ਸੀ ਉਹਨਾਂ ਨੂੰ, 2 ਲੱਖ ਤੋਂ ਵੱਧ, ਜਾਣੀ ਕਿ ਲੋਕਾਂ ਦੇ ਨੁਮਾਇੰਦੇ ਆ ਵਿਧਾਨ ਸਭਾ 'ਚ। ਹੁਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ, ਕਈ ਵਾਰ ਦੇ MLA, ਭਾਈ ਸਾਹਿਬ ਉਹਨਾਂ ਦੇ ਖੁਦ MLA, SGPC ਦੇ ਮੈਂਬਰ, ਹੁਣ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜਦੋਂ ਉਹਨਾਂ ਦੀ ਪਾਰਟੀ ਕਹਿੰਦੀ ਹੈ ਕਿ ਅਸੀਂ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਾਹਿਬ ਨੂੰ ਇੱਕ ਬੇਨਤੀ ਕਰਕੇ ਆਏ ਹਾਂ ਕਿ ਅਸੀਂ ਪੰਜਾਬ ਵਿਧਾਨ ਸਭਾ 'ਚ 3 ਸਤੰਬਰ ਨੂੰ ਜਿਹੜਾ ਇੱਕ ਦਿਨ ਦਾ ਸੈਸ਼ਨ ਆ ਉਹਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਉਣਾ ਚਾਹੁੰਦੇ ਹਾਂ। ਪ੍ਰਾਈਵੇਟ ਮੈਂਬਰ ਬਿੱਲ ਕੀ ਹੈ ਕਿ ਜੇ ਉਹ ਪਾਸ ਹੋ ਜਾਵੇ ਫਿਰ ਸਰਕਾਰ ਤੇ ਡਿਪੈਂਡ ਕਰਦਾ ਹੁੰਦਾ ਕਿ ਉਹਨੂੰ ਕਾਨੂੰਨ ਦਾ ਰੂਪ ਦੇਣਾ ਕਿ ਨਹੀਂ ਦੇਣਾ, ਦੇ ਵੀ ਸਕਦੇ ਆ ਨਹੀਂ ਵੀ। ਬਿੱਲ ਕਾਹਦਾ ਲਿਆਉਣਾ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਉਹ ਕਹਿੰਦੇ ਕਿ ਸ਼ੁਰੂ ਕੀਤੀ ਜਾਵੇ, ਖਸਖਸ ਦੀ। 3-4 ਕਾਰਨ ਦੱਸਦੇ। ਹੁਣ ਇਹ ਇੱਕ ਵਿਵਾਦ ਦਾ, ਡਿਬੇਟ ਦਾ, ਬਹਿਸ ਦਾ, ਵਿਚਾਰ ਚਰਚਾ ਦਾ ਵਿਸ਼ਾ। ਉਹ ਕਹਿੰਦੇ ਜੀ ਮੱਧ ਪ੍ਰਦੇਸ਼ 'ਚ
ਖਸਖਸ ਦੀ ਖੇਤੀ ਹੁੰਦੀ ਆ ਤੇ 1 ਸਾਲ 'ਚ 1 ਏਕੜ 'ਚੋਂ 5 ਲੱਖ ਰੁਪਈਆ ਕਿਸਾਨ ਕਮਾਉਂਦੇ ਆ। ਦੂਸਰੀ ਗੱਲ ਉਹ ਕਹਿੰਦੇ ਕਿ ਖਸਖਸ ਨੂੰ ਪਾਣੀ ਬਹੁਤ ਘੱਟ ਲੱਗਦਾ, ਪੰਜਾਬ ਦਾ ਪਾਣੀ ਦਾ ਪੱਧਰ ਥੱਲੇ ਚਲੇ ਗਿਆ, ਜ਼ਰੂਰੀ ਆ ਕਿ ਪਾਣੀ ਦਾ ਪੱਧਰ ਬਚਾ ਲਈਏ। ਤੀਸਰਾ ਉਹ ਕਹਿੰਦੇ ਅਲਟਰਨੇਟਿਵ ਫਸਲਾਂ ਦੀ ਗੱਲ ਕੀਤੀ ਜਾਂਦੀ ਆ ਤੇ ਕਣਕ ਝੋਨੇ ਦੇ ਫਸਲੀ ਚੱਕਰ 'ਚੋਂ ਬਾਹਰ ਨਿਕਲਣ ਦੀ ਗੱਲ ਹੈ। ਤੀਸਰਾ ਉਹ ਕਹਿੰਦੇ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਸੀ ਤਾਂ ਪੰਜਾਬ ਦੇ ਵਿੱਚ ਕਈ ਮਾਪੇ ਇਦਾਂ ਦੇ ਨੇ ਜਿਹੜੇ ਖੁਦ ਚਿੱਟੇ ਦੇ ਆਦੀ ਹੋ ਚੁੱਕੇ ਆਪਣੇ ਬੱਚਿਆਂ ਨੂੰ ਚਿੱਟੇ 'ਚੋਂ ਬਾਹਰ ਕੱਢਣ ਦੇ ਲਈ ਫੀਮ ਲਿਆ ਕੇ ਦਿੰਦੇ। ਇਹ ਮੈਂ ਨਹੀਂ ਕਹਿੰਦਾ, ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕੈਮਰਿਆਂ ਦੇ ਸਾਹਮਣੇ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਕਿਹਾ। ਉਹ ਕਹਿੰਦੇ 2013 'ਚ ਸਰਕਾਰ ਨੇ ਕਰਤੀ ਸਖਤੀ, ਰਾਜਸਥਾਨ 'ਚ ਜਿਹੜਾ ਇਦਾਂ ਦਾ ਸੌਦਾ ਲਿਆਉਂਦੇ ਸੀ ਲੋਕ ਆਪਣੇ ਖਾਣ ਨੂੰ, ਉਹਨਾਂ ਦੇ ਉੱਤੇ ਪਰਚੇ ਦਰਜ ਕਰਨੇ ਸ਼ੁਰੂ ਕਰਤੇ। ਉਦੋਂ ਕਹਿੰਦੇ FIRs ਦੀਆਂ ਗਿਣਤੀ ਕਢਾ ਕੇ ਦੇਖ ਲਓ, ਸਭ ਤੋਂ ਵੱਧ ਪਰਚੇ ਉਦੋਂ ਹੋਏ ਤੇ ਸਭ ਤੋਂ ਵੱਧ ਚਿੱਟਾ ਕਹਿੰਦੇ ਪੰਜਾਬ 'ਚ ਉਦੋਂ ਵਿਕਿਆ। ਉਹ ਮਾਫੀਆ ਸੀ, ਉਧਰੋਂ ਬੰਦ ਕਰਾ ਕੇ ਆਪਣਾ ਚਿੱਟਾ ਵੇਚ ਲਿਆ। ਚਲੋ ਹੁਣ ਉਹ ਕਹਿੰਦੇ ਜੇ ਤਾਂ ਸਿੰਥੈਟਿਕ ਨਸ਼ਿਆਂ ਦੇ ਵਿੱਚੋਂ ਪੰਜਾਬ ਦੇ ਗੱਭਰੂਆਂ ਨੂੰ ਬਾਹਰ ਕੱਢਣਾ, ਜਿਨ੍ਹਾਂ ਦੇ ਘਰੇ ਕਹਿੰਦੇ ਸਿਵੇ ਵਾਲੇ ਆ, ਜਿਨ੍ਹਾਂ ਦੇ ਮੁੰਡੇ ਕੁੜੀਆਂ ਮਰੇ ਨਸ਼ੇ ਦੇ ਕਰਕੇ, ਉਹਨਾਂ ਨੂੰ ਪੁੱਛ ਕੇ ਦੇਖੋ ਸਰਿੰਜਾਂ ਲੱਭਦੀਆਂ ਨਾੜਾਂ ਦੇ ਵਿੱਚੋਂ, ਨਿਆਣਾ ਦੂਜਾ ਸਾਹ ਨਹੀਂ ਲੈਂਦਾ। ਫਿਰ ਤਾਂ ਕਹਿੰਦੇ ਰਵਾਇਤੀ ਖਸਖਸ ਦੀ ਖੇਤੀ ਵੱਲ ਪਰਤਣਾ ਪਊ, ਦਵਾਈਆਂ 'ਚ ਪੈਂਦੀ ਹੈ, ਰੁਪਈਏ ਪੰਜਾਬ ਦੇ ਕਿਸਾਨ ਬਹੁਤ ਕਮਾ ਲੈਣਗੇ। ਤੇ ਅਸੀਂ ਚਾਹੁੰਦੇ ਆ ਕਿ ਭਾਈ ਸਰਕਾਰ ਖਸਖਸ ਦੀ ਖੇਤੀ ਪੰਜਾਬ 'ਚ ਸ਼ੁਰੂ ਕਰਾਵੇ। ਨਾਲ ਹੀ ਚਰਚਾ ਚੱਲ ਪਈ, ਹਾਂ ਪੱਖੀ ਵੀ ਨਾ ਪੱਖੀ ਵੀ। ਇਹ ਦੇਖੋ ਕਾਰਨ ਇਹ ਆ ਵੀ ਇਹ ਚਰਚਾ ਤੇ ਵਾਹਵਾ ਚਿਰ ਦੀ ਘੁੰਮਦੀ ਚੱਲਦੀ ਹੈ। ਇਸ ਤੋਂ ਪਹਿਲਾਂ ਮੇਰੇ ਖਿਆਲ ਨਾਲ ਜੇ ਗੱਲ ਸਭ ਤੋਂ ਪਹਿਲਾਂ ਚਲਾਈ ਸੀ ਤੇ ਉਹ ਪਟਿਆਲਿਓਂ ਡਾਕਟਰ ਗਾਂਧੀ ਹੋਰਾਂ ਚਲਾਈ ਸੀ। ਉਹ ਕਹਿੰਦੇ ਵੀ ਦੇਖੋ ਐਜ਼ ਏ ਡਾਕਟਰ ਮੈਨੂੰ ਪਤਾ ਜੀ ਵੀ ਇਹ ਜਿਹੜੀ ਚੀਜ਼ ਆ ਇਹ ਬੜੀ ਦੇਰ ਤੋਂ ਆਪਣੇ ਸਮਾਜ ਦਾ ਹਿੱਸਾ। ਫਿਰ ਉਹ ਬਜ਼ੁਰਗਾਂ ਦੀਆਂ ਉਦਾਹਰਨਾਂ ਵੀ ਦੇਣ ਲੱਗ ਪਏ ਵੀ ਉਦੋਂ ਕਿੰਨੀਆਂ ਕੁ ਦਵਾਈਆਂ ਕਿਤੇ ਖਾਂਦੇ ਸੀ। ਪਿੰਡਾਂ 'ਚ ਆਮ ਹੁੰਦਾ ਸੀ ਲੈ ਵੀ ਫਲਾਣੇ ਨੂੰ ਥੋੜ੍ਹੇ ਨੁਕਸ ਲੱਗਦਾ, ਉਹ ਫਿਰ ਇੰਨੀ ਕੁ ਨੂੰ ਦਿਓ, ਕਹਿੰਦੇ ਫਿਰ ਹੁਣ ਠੀਕ ਆ ਅੱਗੇ ਨਾਲੋਂ ਕੁਛ, ਬਾਪੂ ਕਾਇਮ ਆ। ਕਹਿੰਦਾ ਬਾਪੂ ਹੁਣ ਉਮਰ ਕਿੰਨੀ ਹੋ ਗਈ? ਤਾਂ ਉਮਰ ਤਾਂ ਵੀ 80 ਦੇ ਲਾਗੇ ਬੰਨੇ। ਕਹਿੰਦੇ ਵੀ ਇਹ ਗੱਲਾਂ ਤੇ ਬੜੀ ਲਾਲੀ ਹੈ, ਕਹਿੰਦੇ ਖੁਰਾਕਾਂ ਹੀ ਇਦਾਂ ਦੀਆਂ। ਚਲੋ ਨਹੀਂ ਦੱਸਦੇ। ਉਦੋਂ ਬਾਅਦ ਜੇ ਤੁਹਾਨੂੰ ਯਾਦ ਹੋਵੇ ਤੇ ਪਟਿਆਲੇ 'ਚੋਂ ਹੀ ਨਵਜੋਤ ਕੌਰ ਸਿੱਧੂ ਹੋਰਾਂ ਨੇ ਵੀ ਇਹ ਜ਼ਿਕਰ ਕੀਤਾ ਸੀ ਵੀ ਹਾਂ ਵੀ ਇਹਦੇ ਬਾਰੇ ਇੱਕ ਵਾਰ ਚਰਚਾ ਕਰ ਲੈਣੀ ਚਾਹੀਦੀ ਹੈ। ਜੇ ਗੱਲ ਚੱਲਦੀ ਆ ਤੇ ਫਿਰ ਇਹਦੇ ਸਮਰਥਨ ਨਹੀਂ ਕੀਤਾ ਸੀ, ਗੱਲ ਕੀਤੀ ਸੀ ਮਤਲਬ ਜੇ ਗੱਲ ਚੱਲਦੀ ਆ ਤੇ ਇਹਦੇ ਤੇ ਡਿਬੇਟ ਹੋ ਜਾਣੀ ਚਾਹੀਦੀ ਹੈ। ਹਰਜ ਕੀ ਆ? ਮਤਲਬ ਜੇ ਇਹਨਾਂ ਨੂੰ ਜਾਪਦਾ ਵੀ ਇਹ ਚੀਜ਼ ਸਹੀ ਹੈ ਤੇ ਫਿਰ ਸਹੀ ਨੂੰ ਸਹੀ ਹਿਸਾਬ ਨਾਲ ਚਲਾ ਲਓ। ਹੁਣ ਮੇਰੇ ਖਿਆਲ ਨਾਲ ਸਿਮਰਜੀਤ ਬੈਂਸ ਹੋਰਾਂ ਜਿਹੜੀ ਇਹ ਗੱਲ ਚਲਾਤੀ ਆ, ਇਹ ਹੋ ਸਕਦਾ ਵੀ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਇਹ ਕਿਤੇ ਨਾ ਕਿਤੇ ਦੁਬਾਰਾ ਉੱਥੇ ਵਿਸ਼ਾ ਬਣ ਜਾਵੇ ਵੀ ਯਾਰ ਇਹ 'ਤੇ ਚਰਚਾ ਕਰ ਲੈਣੀ ਚਾਹੀਦੀ। ਹਾਂ ਜਿਹੜਾ ਲੌਜਿਕ ਉਹਨਾਂ ਨੇ ਦਿੱਤਾ ਵੀ ਹਰੇਕ ਕਿਸਾਨ ਨੂੰ ਆਪਾਂ 1 ਏਕੜ ਦੀ ਵੀ ਜੇ ਪਰਮਿਸ਼ਨ ਦੇ ਦਿੰਦੇ ਹਾਂ ਸਰਕਾਰੀ ਤੌਰ ਦੇ ਉੱਪਰ, ਤੇ ਉਹ ਜਾਣੇ ਲਾਇਸੈਂਸ ਸਿਸਟਮ ਦੇ ਹਿਸਾਬ ਨਾਲ 5 ਲੱਖ ਨਾ ਸਹੀ ਮੈਂ ਨਾ ਕਿੱਲੇ ਦਾ ਅੱਧ 2.5 ਲੱਖ ਹੀ ਬਚਣ ਲੱਗ ਪਏ ਤੇ ਲੋਕਾਂ ਨੇ ਲੈਣਾ ਕਿ ਕਣਕ ਝੋਨੇ ਤੋਂ। ਸੰਧਾਲੀਆ ਸਾਹਿਬ ਇਹਦੇ ਵਿੱਚ ਨਾ 2-3 ਚੀਜ਼ਾਂ ਚੇਤੇ ਰੱਖਣ ਵਾਲੀਆਂ। ਦੇਖੋ ਫਿਰ ਅਸੀਂ ਕਹਿੰਦੇ ਅਸੀਂ ਤਾਂ ਕੋਈ ਐਕਸਪਰਟ ਨਹੀਂ, ਇਹ ਤਾਂ ਜਿਹੜੇ ਸਾਇੰਟੀਫਿਕਲੀ ਬੰਦੇ ਐਕਸਪਰਟ ਨੇ ਉਹ ਵਿਗਿਆਨਕ ਢੰਗ ਦੇ ਨਾਲ ਉਹਨਾਂ ਨੂੰ ਪਲੱਸ ਮਾਈਨਸ ਦਾ ਪਤਾ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਐਗਜ਼ਾਮਪਲ ਦੇਣੀ ਜੀ ਅਫਗਾਨਿਸਤਾਨ ਦੇ ਵਿੱਚ ਵੀ ਤਾਂ ਖੇਤੀ ਹੁੰਦੀ ਹੈ, ਉੱਥੋਂ ਦੇ ਲੋਕ ਕਿੰਨੇ ਕੁ ਅਮੀਰ ਨੇ, ਵੈਸੇ ਹੀ ਕਹਿਣਾ। ਪਰ ਇੱਕ ਗੱਲ ਤਾਂ ਪੱਕੀ ਹੈ ਕਿ ਇਸ ਚੀਜ਼ ਦੀ ਵਰਤੋਂ ਦਵਾਈਆਂ ਦੇ ਲਈ ਹੁੰਦੀ ਹੈ। ਇਹ ਵੀ ਗੱਲ ਪੱਕੀ ਹੈ ਕਿ ਇਹਦੀ ਯੋਗ ਵਰਤੋਂ ਕਰਨੀ ਹੈ ਕਿ ਅਯੋਗ ਵਰਤੋਂ ਕਰਨੀ ਹੈ, ਉਹ ਸਾਡੀ ਅਫਸਰਸ਼ਾਹੀ ਸਰਕਾਰਾਂ ਦੇ ਹੱਥ ਵੱਸ ਹੋਊ। ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਜਦੋਂ ਜਗਦੀਸ਼ ਭੋਲੇ ਵਾਲਾ ਮਸਲਾ ਸਾਹਮਣੇ ਆਇਆ ਸੀ, ਉਦੋਂ ਇੱਕ ਵਾਰੀ ਚਰਚਾ ਚੱਲੀ ਸੀ ਕਿ ਪੰਜਾਬ ਦੇ ਬਿਲਕੁਲ ਗੁਆਂਢ ਦੇ ਵਿੱਚ ਕੁਝ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਲੱਗੀਆਂ, ਕਿਉਂਕਿ ਦਵਾਈਆਂ 'ਚ ਵਰਤੋਂ ਹੁੰਦੀ ਹੈ। ਮੈਂ ਇੱਕ ਐਗਜ਼ਾਮਪਲ ਨਾਲ ਜੋੜ ਕੇ ਦੇਣ ਲੱਗਿਆ। ਤੇ ਉਦੋਂ ਚਰਚਾ ਚੱਲਦੀ ਸੀ ਕਿ ਉਹਨਾਂ ਨੂੰ ਇਸ ਚੀਜ਼ ਦੇ ਲਈ ਕੋਟਾ ਨਿਰਧਾਰਿਤ ਕੀਤਾ ਸਰਕਾਰ ਨੇ, ਕਿਉਂਕਿ ਤੁਸੀਂ ਦਵਾਈਆਂ ਬਣਾਉਣੀਆਂ, ਉੱਦਾਂ ਉਹ ਚੀਜ਼ ਵਿਕ ਨਹੀਂ ਸਕਦੀ। ਉਹ ਕਹਿੰਦੇ ਦਵਾਈਆਂ ਬਣਾਉਣ ਦੇ ਨਾਂ ਦੇ ਉੱਤੇ ਉਹ ਚੀਜ਼ ਉੱਥੇ ਜਾਂਦੀ ਸੀ, ਪਰ ਦਵਾਈ ਦੀ ਜਗ੍ਹਾ ਦੇ ਉੱਤੇ ਨਸ਼ਾ ਬਣਦਾ ਸੀ ਜਿਹੜਾ ਫਿਰ ਸਪਲਾਈ ਹੁੰਦਾ ਸੀ। ਅਦਾਲਤ ਨੇ ਪ੍ਰੂਵ ਕਰਨਾ ਕਿ ਉਹ ਦਾਅਵੇ ਠੀਕ ਸੀ ਕਿ ਗਲਤ ਸੀ। ਪਰ ਸਵਾਲ ਇਹੀ ਹੈ ਨਾ ਕਿ ਉਹ ਜੇ ਖਸਖਸ ਦੀ ਖੇਤੀ ਸ਼ੁਰੂ ਹੁੰਦੀ ਹੈ, ਜਿਹੜਾ ਉੱਥੋਂ ਸੌਦਾ ਪੈਦਾ ਹੋ ਜਾਊਗਾ ਉਹਦੀ ਵਰਤੋਂ ਕਾਹਦੇ ਲਈ ਕੀਤੀ ਜਾਂਦੀ ਹੈ? ਆਮ ਬੰਦੇ ਨੇ ਦਗਾ ਨਹੀਂ ਕਰਨਾ, ਆਮ ਬੰਦੇ ਨੇ ਧੋਖਾ ਨਹੀਂ ਕਰਨਾ। ਕਰਨਾ ਕਿਹਨੇ ਆ ਧੋਖਾ? ਜਾਣੀ ਜਿਨ੍ਹਾਂ ਨੇ ਯੋਜਨਾਵਾਂ ਬਣਾਉਣੀਆਂ, ਜਿਨ੍ਹਾਂ ਨੇ ਉਹ ਚੀਜ਼ਾਂ ਇੰਪਲੀਮੈਂਟ ਕਰਨੀਆਂ। ਮਸਲਾ ਉਹਨਾਂ ਦੀ ਨੀਅਤ ਦੇ ਉੱਤੇ ਨਿਰਭਰ ਕਰਦਾ, ਨੀਤੀ ਤੇ ਨਹੀਂ ਕਰਦਾ। ਜੇ ਨੀਅਤ ਚੰਗੀ ਹੋਊ ਤਾਂ ਨੀਤੀ ਆਪੇ ਬਣ ਜਾਣੀ ਹੈ। ਦੂਸਰਾ ਇਹ ਵੀ ਉਹਨਾਂ ਨੇ ਕਿਹਾ, ਕਹਿੰਦੇ 18,000 ਟਨ ਖਸਖਸ 2019 ਚ ਟਰਕੀ ਤੋਂ ਭਾਰਤ ਨੇ ਮੰਗਵਾਈ, ਇੰਪੋਰਟ ਕੀਤੀ, ਆਯਾਤ ਕੀਤੀ, ਉੱਥੋਂ ਮੰਗਵਾਉਣੀ ਪਈ। ਉਹ ਕਹਿੰਦੇ ਜੇ ਸਰਕਾਰ ਨੇ ਮੰਗਵਾਈ, ਉਹ ਕਹਿੰਦੇ ਜੇ ਲੋੜ ਆ ਸਰਕਾਰ ਨੂੰ, ਇਹਦੇ ਤੋਂ ਬਿਨਾਂ ਨਹੀਂ ਸਰਦਾ, ਪੰਜਾਬ ਵਾਲਿਆਂ ਨੂੰ ਖੁੱਲ੍ਹ ਦਿਓ, ਇੱਥੇ ਪੰਜਾਬ ਵਾਲੇ ਖੇਤੀ ਕਰਨ, ਅਸੀਂ ਤੁਹਾਨੂੰ ਦਿੰਨੇ ਆ। ਜਿਹੜੇ ਰੁਪਈਏ ਤੁਸੀਂ ਟਰਕੀ ਨੂੰ ਜਾਂ ਵਿਦੇਸ਼ਾਂ ਨੂੰ ਦਿੰਨੇ ਆ ਖਸਖਸ ਮੰਗਵਾਉਣ ਦੇ ਉੱਤੇ, ਉਹ ਫਿਰ ਅਸੀਂ ਪੰਜਾਬ ਦੇ ਕਿਸਾਨ ਬੀਜੀਏ, ਤੁਹਾਨੂੰ ਦਈਏ, ਸਾਡੀ ਆਰਥਿਕ ਤੌਰ ਦੇ ਉੱਤੇ ਕਮਜ਼ੋਰੀ ਦੂਰ ਹੋ ਜੂ, ਸਾਡਾ ਪਾਣੀ ਵੀ ਬਚ ਜੂ, ਸਾਡੇ ਨਿੱਕੇ ਨਿਆਣੇ ਜਿਹੜੇ ਉਧਰਲੇ ਪਾਸੇ ਲੱਗਦੇ ਉਹਨਾਂ ਦਾ ਕੁਝ ਬਚਾਅ ਹੋ ਜੂ ਤੇ ਪੈਸੇ ਚਾਰ ਬਣਨ ਲੱਗ ਜਾਣਗੇ। ਇੱਕ ਹੋਰ ਕਿਹਾ, ਉਹ ਕਹਿੰਦੇ
ਭਾਰਤ ਦੇ ਵਿੱਚ ਇਹਦੀ ਵਿਕਰੀ ਦੇ ਉੱਤੇ ਕੋਈ ਪਾਬੰਦੀ ਨਹੀਂ, ਤੁਸੀਂ ਜਿੱਦਾਂ ਮਰਜ਼ੀ ਮੰਗਾ ਲਓ, ਭਾਵੇਂ ਐਮਾਜ਼ੋਨ ਤੋਂ ਮੰਗਾ ਲਓ। ਉਹਨੇ ਨਾ ਲਿਆ ਤੇ ਵਿਸ਼ਵ ਵਪਾਰ ਸਮਝੌਤੇ ਤਹਿਤ ਕਹਿੰਦੇ ਇਹਨੂੰ ਖੁੱਲੇ ਵਪਾਰ ਦੀ ਸ਼੍ਰੇਣੀ 'ਚ ਰੱਖਿਆ ਕਿ ਖੁੱਲਾ ਵਪਾਰ ਕਰ ਲਓ, ਇੱਥੇ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ। ਹੁਣ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਤਾਂ ਗੱਲ ਤੋਰ ਦਿੱਤੀ ਹੈ। ਇਹਦੇ ਉੱਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਆਪਣੀ ਚਰਚਾ ਕਰਨ, ਪਰ ਸਵਾਲ ਫਿਰ ਨੀਅਤ ਦੇ ਉੱਤੇ ਹੈ। ਮੰਦਸੌਰ ਮੱਧ ਪ੍ਰਦੇਸ਼ ਦਾ ਇਲਾਕਾ, ਉੱਥੇ ਕਿਸਾਨਾਂ ਤੇ ਕੁਝ ਸਾਲ ਪਹਿਲਾਂ ਗੋਲੀ ਚੱਲੀ ਸੀ। ਮੱਧ ਪ੍ਰਦੇਸ਼ ਦੇ ਵਿੱਚ ਤਾਂ ਖੇਤੀ ਹੁੰਦੀ ਆ ਨਾ ਕਹਿੰਦੇ, ਹਜੇ ਅਸੀਂ ਡਿਟੇਲ ਦੇ ਵਿੱਚ ਜਾਵਾਂਗੇ ਕਿ ਕਿਵੇਂ ਹੁੰਦੀ ਹੈ, ਪਰ ਉੱਥੇ ਵੀ ਕਿਸਾਨ ਖੁਦਕੁਸ਼ੀ ਕਰਦੇ ਆ। ਉੱਥੇ ਕਿਹਨਾਂ ਨੂੰ ਇਹ ਖੇਤੀ ਕਰਨ ਦਾ ਠੇਕਾ ਮਿਲਦਾ ਹੈ, ਉਹਨਾਂ ਤੋਂ ਕੌਣ ਸੌਦਾ ਖਰੀਦਦਾ ਹੈ, ਉਹਦੀ ਵਰਤੋਂ ਕਿੱਥੇ ਹੁੰਦੀ ਹੈ, ਸਾਰੀਆਂ ਚੀਜ਼ਾਂ ਘਾਲਣੀਆਂ ਚਾਹੀਦੀਆਂ। ਨਹੀਂ ਬਿਲਕੁਲ ਘਾਲਣੀਆਂ ਚਾਹੀਦੀਆਂ। ਹੁਣ ਜੇ ਬਹੁਤੀ ਗੱਲ ਹੈ ਤੇ ਮੇਰੇ ਖਿਆਲ ਨਾਲ ਚਲੋ ਜ਼ਿਆਦਾ ਦੂਰ ਜੇ ਮੱਧ ਪ੍ਰਦੇਸ਼ ਨਹੀਂ ਜਾਣ ਜੋਗੇ, ਪਰ ਉਧਰ ਫਾਜ਼ਿਲਕਾ ਜ਼ਿਲ੍ਹੇ ਵਾਲੇ ਜਾ ਆਉਣਗੇ ਨਾ, ਗੰਗਾਨਗਰ ਜ਼ਿਲ੍ਹਾ ਰਾਜਸਥਾਨ ਦੇ ਲਾਗੇ ਹੀ ਹੈ। ਹੁਣ ਜੇ ਅਗਲਿਆਂ ਵੀ ਤਾਂ ਖੋਲ੍ਹੇ ਹੀ ਆ ਉੱਥੇ ਠੇਕੇ, ਹੁਣ ਜੇ ਉਹਨਾਂ ਖੋਲ੍ਹੇ ਤਾਂ ਉਹਨਾਂ ਨੂੰ ਪੁੱਛੀ ਆਉਣ ਵੀ ਭਾਈ ਸਾਹਿਬ ਇੱਥੇ ਸਰਕਾਰ ਕਿਸ ਹਿਸਾਬ ਨਾਲ ਅਸੀਂ ਸਿਸਟਮ ਚਲਾਉਂਦੀ ਆ। ਦੂਜੀ ਚੀਜ਼ ਮੈਨੂੰ ਲੱਗਦਾ WhatsApp ਵੀ ਜਿਹੜੀ ਚੀਜ਼ ਓਪਨ ਹੋ ਜਾਂਦੀ ਹੈ ਨਾ, ਉਹਦਾ ਫਿਰ ਰੌਲਾ ਜਿਹਾ ਵੀ ਘਟ ਜਾਂਦਾ। ਹੁਣ ਜਿੱਦਾਂ ਇੱਥੇ ਆ ਕੇ ਮੈਂ ਤਾਂ ਉਹ ਧਿਆਨ ਸੁਣਿਆ ਕਿ ਉਹਨੂੰ ਮਰੂਆਨਾ ਬੇਸਿਕਲੀ ਹੈ ਤੇ ਭੰਗ ਹੀ ਯਾਰ, ਕੁੱਲ ਮਿਲਾ ਕੇ ਧਿਆਨ ਰਹਿੰਦਾ ਨਹੀਂ, ਧਿਆਨ ਤੇ ਨਹੀਂ ਮੈਂ ਗੱਲ ਕਰਦਾ। ਹੁਣ ਉਹ ਆਪਣੇ ਜੇ ਪੰਜਾਬ ਦੇ ਹਿਸਾਬ ਨਾਲ ਗੱਲ ਕਰੀਏ, ਜਿੰਨੇ ਖਾਲੀ ਪਲਾਟ ਆ, ਜਿੰਨੀਆਂ ਖਾਲੀ ਸੜਕਾਂ, ਕਿਹੜਾ ਥਾਂ ਜਿੱਥੇ ਸੁੱਖਾ ਜਾਂ ਭੰਗ ਨਹੀਂ ਹੁੰਦੀ, ਤੇ ਕਿੰਨੇ ਕੁ ਪੰਜਾਬੀ ਰੋਜ਼ ਭੰਗ ਪੀਂਦੇ ਉੱਥੇ, ਦੱਸੀ ਮੈਨੂੰ। ਸੋਚਣ ਵਾਲੀ ਗੱਲ ਹੈ ਵੀ ਜਿਹੜੀ ਉੱਥੇ ਤੁਰੀ ਫਿਰਦੀ ਸੀ, ਬੰਦਾ ਸਗੋਂ ਵੜਦਾ ਯਾਰ ਤੇਰਾ ਭਲਾ ਜੇ ਲੋਕੀ ਇਕੱਠੀ ਹੋਈ ਯਾਰ ਇੱਥੇ ਪਹਿਲਾਂ ਵਾਹ ਕੇ ਅੱਗ ਲਾਓ, ਇਹਨੂੰ ਡੰਡ ਲਾਓ, ਹੈ ਨਾ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਚੀਜ਼ ਦੀ ਜਿੱਥੇ ਬਹੁਤਾਤ ਹੈ, ਇਹਦਾ ਮਤਲਬ ਇਹ ਨਹੀਂ ਵੀ ਉੱਥੇ ਬੰਦੇ ਨਸ਼ੇੜੀ ਹੋ ਜਾਂਦੀ ਉਹਦੇ ਨਾਲ। ਹੁਣ ਇੱਧਰਲੇ ਪਾਸੇ ਆਪਾਂ ਆ ਕੇ ਦੇਖੇ ਵੀ ਇਹਦਾ ਬਕਾਇਦਾ ਲਾਇਸੈਂਸ ਆ ਜੀ, ਤੁਸੀਂ ਇਹਨੂੰ ਇੱਦਾਂ ਕਰਨਾ, ਇੱਦਾਂ ਕਰਨਾ, ਇੱਦਾਂ ਕਰਨਾ। ਗੱਲ ਤੇ ਫਰਕ ਤੇ ਸਿਰਫ ਇੰਨਾ ਨਾ ਵੀ ਤੁਸੀਂ ਉਹਨੂੰ ਜੇ ਤਾਂ ਸਟਰੀਮਲਾਈਨ ਕਰਨਾ ਤੇ ਕਰ ਲਓ, ਤੇ ਜੇ ਨਹੀਂ ਕਰਨਾ ਤੇ ਫਿਰ ਉਹ ਵੈਸੇ ਵੀ ਤੁਰੀ ਫਿਰਦੀ। ਹੁਣ ਗੱਲ ਤੇ ਸਟੇਟ ਦੀ ਆ। ਹੁਣ ਜੇ ਇੰਡੀਆ ਆਖੇ ਵੀ ਭਾਈ ਸਾਹਿਬ ਨਾ 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 ਸਾਡੇ ਤੇ ਕਿਸੇ ਸਟੇਟ 'ਚ ਹੈ ਨਹੀਂ, ਤੇ ਜੇ ਉੱਥੇ ਹੀ ਸਟੇਟਾਂ ਦੇ ਵਿੱਚ ਐ ਇੱਕ ਹੈ ਬਾਉਂਡਰੀ ਆ, ਉਹਦੇ ਇਸ ਪਾਸੇ ਕੰਮ ਚੱਲਦਾ, ਇਸ ਪਾਸੇ ਬਿਲਕੁਲ ਨਹੀਂ ਚੱਲਦਾ, ਤੇ ਫਿਰ ਚਰਚਾ ਤਾਂ ਹੋਊਗੀ। ਨਹੀਂ, ਚਰਚਾ ਤਾਂ ਹੋਊਗੀ। ਦੇਖੋ ਹੁਣ ਆਉਣ ਵਾਲੇ ਦਿਨਾਂ 'ਚ ਕਿੱਧਰ ਗੱਲ ਜਾਂਦੀ ਹੈ। ਪਹਿਲੀ ਗੱਲ, ਸਪੀਕਰ ਸਾਹਿਬ ਮਨਜ਼ੂਰੀ ਦਿੰਦੇ ਆ ਕਿ ਨਹੀਂ। ਮਨਜ਼ੂਰੀ ਦੇਣ ਤੋਂ ਇਲਾਵਾ ਪੱਤਰਕਾਰਾਂ ਨੇ ਸਾਰੇ ਐਮਐਲਏ ਨੂੰ ਪੁੱਛ ਲੈਣੇ ਸਵਾਲ, ਜਿੱਥੇ ਕੋਈ ਟੱਕਰ ਨਾ ਜੀ। ਤੁਸੀਂ ਫਿਰ ਬੈਂਸ ਸਾਹਿਬ ਦੀ ਗੱਲ ਨਾਲ ਸਹਿਮਤ ਆ, ਕਿਸੇ ਨੇ ਕਹਿਣਾ ਮੈਂ ਜੋ ਸੋਚਣਾ ਹੈ, ਕਿਸੇ ਨੇ ਕਹਿਣਾ ਅਸਹਿਮਤ ਆ, ਕਿਸੇ ਨੇ ਕਹਿਣਾ ਸਹਿਮਤ ਆ, ਪਰ ਇਹਦਾ ਰੌਲਾ ਪੈਣਾ। ਅੱਗੇ ਕਿਸੇ ਵਿਧਾਇਕ ਨੇ ਨਹੀਂ ਸੀ ਆਖਿਆ, ਐਤਕੀ ਵਿਧਾਇਕ ਨੇ ਆਖਿਆ, ਤਾਂ ਉਹਨੇ ਇੱਕ ਹੋਰ ਵੀ ਗੱਲ ਆਖਤੀ। ਉਹ ਕਹਿੰਦੇ ਕੈਪਟਨ ਸਾਹਿਬ ਕੇਂਦਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ, ਇਹ ਤੁਹਾਡੇ ਸੂਬੇ ਦਾ ਮਸਲਾ, ਇਹ ਸੂਬੇ ਦੇ ਅਧਿਕਾਰ ਖੇਤਰ 'ਚ ਆਉਂਦਾ, ਮੈਂ ਸਟੱਡੀ ਕੀਤੀ ਹੈ, ਤੁਸੀਂ ਆਪੇ ਹੀ ਫੈਸਲਾ ਲੈ ਸਕਦੇ ਹੋ। ਬਾਕੀ ਕਈ ਮੁੱਦਿਆਂ ਤੇ ਕਹਿ ਦਿੰਦੇ ਹੋ ਕਿ ਭਾਈ ਕੇਂਦਰ ਲੱਤ ਫਸਾਉਂਦਾ, ਇਹ 'ਚ ਨਹੀਂ ਕਹਿੰਦੇ ਉਹ ਕੁਝ ਕਰ ਸਕਦੇ। ਉਹ ਨਹੀਂ, ਇੱਦਾਂ ਨਹੀਂ ਹੁੰਦਾ ਯਾਰ। ਤੁਸੀਂ ਹੁਣ ਕੈਪਟਨ ਸਾਹਿਬ ਥੋੜ੍ਹਾ ਲੈ ਲੈਣਗੇ ਫੈਸਲਾ। ਹੁਣ ਕੈਪਟਨ ਸਾਹਿਬ ਨੇ ਦੇ ਵੀ ਕਿਹਾ ਸੀ ਵੀ ਆਪਾਂ ਸਮਝੌਤੇ ਰੱਦ ਕਰ ਦਿੰਦੇ ਬਿਜਲੀ ਦੇ। ਉਹ ਹੁਣ ਪਹਿਲਾਂ ਰੌਲਾ ਪਿਆ ਵੀ ਸ਼ਾਇਦ ਇੱਕ ਸਮਝੌਤਾ, ਫਿਰ ਕਹਿੰਦੇ ਨਹੀਂ 3 ਸਮਝੌਤੇ ਹੋਣੇ ਗੁਰੂ, ਉਹ 3 ਆ ਅਲੱਗ-ਅਲੱਗ ਥਾਵਾਂ 'ਤੇ ਥਰਮਲ ਪਲਾਂਟ। ਉਹ ਕਹਿੰਦੇ ਵੀ ਹਾਂ ਠੀਕ ਆ, ਫਿਰ ਪਤਾ ਕਰੋ, ਆਪਾਂ ਫਿਰ ਸਮਝੌਤੇ ਰੱਦ ਕਰੀਏ। ਆਮ ਲੋਕਾਂ ਤੱਕ ਤੇ ਪ੍ਰਭਾਵ ਇਹੋ ਹੀ ਰਿਹਾ ਨਾ ਵੀ ਲੈ ਵੀ 3 ਫਾਈਲਾਂ ਹੋਣਗੀਆਂ, 3 ਕਾਗਜ਼ ਹੋਣਗੇ, ਉਹਨਾਂ ਕਾਗਜ਼ਾਂ ਨੂੰ ਫਰੋਲ ਕੇ ਤੇ ਐ ਮਤਲਬ ਕੈਂਸਲ ਲਿਖ ਕੇ ਨਾਲ ਦਸਤਖਤ ਕਰ ਦੇਣੇ, ਗੱਲ ਮੁੱਕ ਜਾਣੀ। ਇਹ ਤੇ ਉਹਨਾਂ ਦੱਸਿਆ ਨਾ ਵੀ ਭਾਈ ਸਾਹਿਬ 100 ਸਮਝੌਤਾ ਕਰੀ ਬੈਠੇ ਅਸੀਂ। ਫਿਰ ਜਦੋਂ ਕਹਿੰਦੇ ਵੀ ਇਹ ਹੁਣ ਕੈਂਸਲ ਕਰਨੇ, ਨਹੀਂ ਫਿਰ ਇਹ ਤੇ ਨਹੀਂ ਹੋ ਸਕਦੀ। ਕਹਿੰਦੇ ਫਿਰ ਕੱਲ੍ਹ ਨੂੰ ਫਿਰ ਕੋਈ ਬੰਦਾ ਅਦਾਲਤ 'ਤੇ ਜਾ ਵੜਿਆ, ਫਿਰ ਕਰਾਂਗੇ ਕੀ। ਹੁਣ ਗੱਲ ਤੇ ਆ ਵੀ ਜੇ ਫੈਸਲਾ ਲੈਣ ਵਾਲੀ ਗੱਲ ਹੋਵੇ ਤੇ ਫੈਸਲਾ ਫਿਰ ਮੁੜ ਕੇ ਜਦੋਂ ਇੱਕ ਤਾਂ ਫੈਸਲਾ ਲੈ ਲਿਆ, ਇੱਕ ਹੁੰਦਾ ਫੈਸਲਾ ਘੀਂਗੇ ਪਾ ਲਿਆ ਜੀ। ਇਹ ਹੁਣ ਘੀਂਗੇ ਪਾਉਣ ਵਾਲੀ ਗੱਲ। ਇਹ ਸਾਰੇ ਮੁੱਖ ਮੰਤਰੀ ਅਦਾਲਤਾਂ ਤੋਂ ਕਿਉਂ ਬਚਦੇ ਆ? ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਜਦੋਂ ਲਿਖਤੀ ਮਾਫੀ ਇੱਥੇ ਪੰਜਾਬ 'ਚ ਮੰਗੀ ਸੀ, ਇਹ ਕਹਿੰਦੇ ਸੀ ਜੇ ਸਾਰੇ ਕੇਸ ਲੜਨ ਲੱਗ ਪਏ ਅਦਾਲਤ 'ਚ ਹੀ ਰਹਾਂਗੇ। ਹੁਣ ਕੈਪਟਨ ਸਾਹਿਬ ਵੀ ਕਹਿੰਦੇ ਆ ਕਿ ਭਾਈ ਜੇ ਬਿਜਲੀ ਵਾਲੇ ਸਮਝੌਤੇ ਸਾਰੇ ਹੀ ਰੱਦ ਕਰਨ ਲੱਗ ਪਏ, ਫਿਰ ਸੁਪਰੀਮ ਕੋਰਟ ਹੀ ਰਹਾਂਗੇ। ਵੇਲੇ ਸਿਰ ਹੀ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਵੈਸੇ। ਨਹੀਂ, ਪਰ ਇੱਕ ਚੀਜ਼ ਹੋ ਰਿਹਾ ਨਾ, ਮੰਨ ਲਓ ਵੀ ਜੇ ਉਹ ਕਰ ਵੀ ਦਿੰਦੇ ਸਮਝੌਤੇ ਰੱਦ, ਸੁਪਰੀਮ ਕੋਰਟ ਚਲੇ ਵੀ ਜਾਂਦੀ ਹੈ ਕੰਪਨੀ, ਠੀਕ ਆ, ਫਿਰ ਕੇਸ ਲੜੀ ਜਾਵਾਂਗੇ। ਘੱਟੋ ਘੱਟ ਇਹ ਤੇ ਹੋ ਜਾਣਾ ਵੀ ਅਸੀਂ ਕੀਤੇ ਯਾਰ, ਉਹਨਾਂ ਨੇ ਅਦਾਲਤ 'ਚੋਂ ਸਟੇ ਲਿਆ। ਮੰਨ ਲਓ ਜੇ ਅਗਲੀ ਵਾਰ ਸਰਕਾਰ ਆ ਗਈ, ਫਿਰ ਵੇਖੀ ਜਾਊ। ਜੇ ਨਾ ਆਈ ਤੇ ਫਿਰ ਘੱਟੋ ਘੱਟ ਸੁਖਬੀਰ ਬਾਦਲ ਸਾਹਿਬ ਆਖਣਗੇ ਸਹੀ ਯਾਰ ਜਾਂਦੇ ਜਾਂਦੇ ਕਿੱਥੇ ਫਸਾ ਗਏ। ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਸੁਭਾਅ ਤੁਹਾਡਾ ਤੱਤਾ ਹੈ, ਕਈ ਕੇਸ ਚੱਲਦੇ ਆ, ਤੁਸੀਂ ਆਪ ਥੋੜੀ ਜਾ ਕੇ ਜਿਰਾ ਕਰਦੇ ਆ, ਬਹਿਸ ਕਰਦੇ, ਹਰ ਤਰੀਕੇ ਆਪ ਥੋੜੀ ਜਾਣਾ ਬੰਦੇ ਵਕੀਲ ਰੱਖੀ ਦੇ ਆ, ਤੇ ਵਕੀਲ ਤਾਂ ਆਪਾਂ ਪੱਕੇ ਰੱਖੇ ਆ ਪੰਜਾਬ ਦੇ। ਫਿਰ ਰੱਖੇ ਤੇ ਹੈਗੇ ਯਾਰ, ਹੁਣ ਜਾਂ ਤੱਕ ਉਹ ਨਹੀਂ ਰੱਖੇ ਆ, ਪਰ ਫਿਰ ਬਾਹਰੋਂ ਕਿਉਂ ਲਿਆਈਦਾ? ਦਿੱਲੀ ਵੱਲ ਲਿਆਈਦੇ ਇੰਨੇ ਪੈਸੇ ਜੀ, ਇੱਕ ਪਿਛਲੇ ਜਹਾਜ਼ 'ਚ ਆਉਂਦੇ ਉਹ ਅਗਲੇ। ਉਹ ਯਾਰ ਰੱਖ ਲਏ ਨਾ, ਉਹ ਵੀ ਉਦਾਂ ਹੀ ਜਿੱਦਾਂ 31,000 ਕਰੋੜ ਰੱਖ ਲਿਆ, ਮੁੜ ਕੇ ਚੇਤਾ ਭੁੱਲ ਗਿਆ ਵੀ ਯਾਰ ਉਹ ਬੰਦੇ ਤਾਂ ਹੈਗੇ ਹੀ ਆਪਣੇ ਕੋਲੇ। ਚਲੋ ਸੰਧਾਲੀਆ ਸਾਹਿਬ ਨਾਲ ਲੱਗਦੀ ਗੱਲ, ਰਾਵਤ ਸਾਹਿਬ ਆਏ, ਸਿੱਧੂ ਸਾਹਿਬ ਨੂੰ ਮਿਲੇ, ਫਿਰ ਕੈਪਟਨ ਸਾਹਿਬ ਨੂੰ ਮਿਲੇ। ਨਹੀਂ ਉਹਦੇ ਵਿੱਚ ਵੀ ਆਏ, ਠੀਕ ਹੈ। ਪਹਿਲਾਂ ਸਿੱਧੂ ਸਾਹਿਬ ਨੂੰ ਮਿਲੇ, ਫਿਰ ਪੱਤਰਕਾਰਾਂ ਕੋਲ ਆਏ। ਹਾਂ, ਨਹੀਂ ਫਿਰ ਉੱਥੇ ਪੰਗਾ ਪਾ ਲਿਆ। ਫਿਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਵੀ ਮਿਲੇ। ਉਦੋਂ ਪਹਿਲਾਂ ਜਿਹੜਾ ਪੰਗਾ ਪਾਇਆ ਉਹਦੀ ਗੱਲ ਕਰ ਰਹੇ ਹਾਂ, ਮਿਲਤ ਮਿਲਾਉਣ ਵਾਲੇ ਪਾਸੇ ਤੁਰੇ ਜਾਂਦੇ ਹੋ। ਜੇ ਹੁਣ ਤੁਹਾਡੇ ਹੱਥ ਦੂਜੇ ਪਾਸੇ ਮਿਲਿਆ, ਤੁਸੀਂ ਇਹਨਾਂ ਦਾ ਪੰਗਾ ਜ਼ਰੂਰ ਲੈ ਕੇ ਆਉਣਾ। ਚਲੋ ਆ ਜਾਓ ਭਾਈ। ਮਿਲੇ ਕਾਹਦੇ ਦੱਸੋ, ਕਮਾਲ ਕਰ, ਅਗਲਿਆਂ ਨੇ ਮੁੱਦਾ ਚੁੱਕਿਆ ਨਹੀਂ। ਪਰ ਤੁਸੀਂ ਇੱਕ ਗੱਲ ਦੱਸੋ, ਫਲੈਕਸੀਬਿਲਿਟੀ ਕਮਾਲ ਦੀ ਆ। ਇਹ ਤਾਂ ਗੱਲ ਨਾ, ਕਈ ਵਾਰੀ ਕਬੱਡੀ 'ਚ ਹੁੰਦਾ ਤੁਹਾਡੇ ਵਰਗਾ ਬਹੁਤ ਵੱਡਾ, ਮੇਰਾ ਵਰਗਾ ਝੁਕੀ ਦੇ ਕੇ ਨਿਕਲ ਜਾਂਦਾ ਹੱਥ ਲਾ ਕੇ। ਓਏ ਹੋਏ ਹੋਏ ਹੋਏ, ਵੈਸੇ ਇੱਕ ਗੱਲ ਹੈਗੀ, ਮਤਲਬ ਜਿੱਦਾਂ ਪੱਬ ਤੇ ਘੁੰਮਦੇ ਆ ਨਾ, ਇੱਕ ਦਿਨ ਦਾ ਪੈਰ ਤੇ ਇੱਕ ਕਹਿੰਦਾ ਪੰਜੇ ਤੇ ਘੁੰਮਣਾ, ਉਹ ਪੰਜੇ ਤੇ ਘੁੰਮਦੇ ਮੈਂ ਨਾ ਜਮਾਂ ਹੀ।
ਚਲੋ ਖੈਰ ਹੁਣ ਕਾਰਨ ਆਪਾਂ ਇਹ ਵੀ ਗੱਲ ਦੱਸ ਦਈਏ ਵੀ ਹੋਇਆ ਇੱਦਾਂ ਵੀ ਸਿੱਧੂ ਸਾਹਿਬ ਨੂੰ ਮਿਲ ਕੇ ਨਿਕਲੇ ਆ। ਹੁਣ ਉਹਨਾਂ ਨੂੰ ਇਹ ਸੀ ਵੀ ਅੰਦਰ ਜਿੱਦਾਂ ਤਾਰੀਫ ਕੀਤੀ ਇੱਦਾਂ ਮੈਂ ਮੀਡੀਆ ਸਾਹਮਣੇ ਵੀ ਤਾਰੀਫ ਕਰ ਦੇਵਾਂ ਜੀ। ਹੁਣ ਤਾਰੀਫ ਕਰਨ ਲਈ ਜਿਹੜਾ ਸ਼ਬਦ ਉਹਨਾਂ ਦੇ ਮੂੰਹ ਨਿਕਲ ਗਿਆ ਪੰਜ ਪਿਆਰਿਆਂ ਵਾਲਾ, ਉਦੋਂ ਬਾਅਦ ਉਹਨਾਂ ਨੇ ਵੇਖਿਆ ਵੀ ਓਹੋ ਗੱਲ ਵਿਗੜ ਗਈ। ਫਿਰ ਨਾਲ ਹੀ ਜਦੋਂ ਦੁਬਾਰਾ ਪੁੱਛਿਆ ਵੀ ਉਹ ਫਿਰ ਰਾਵਤ ਸਾਹਿਬ ਉਹ ਕਿੱਦਾਂ, ਮਤਲਬ ਉਹ ਨਹੀਂ ਕਹਿੰਦੇ ਉਹ ਤੇ ਐਵੇਂ ਕਿਤੇ ਮੇਰੇ ਮੂੰਹ ਨਿਕਲ ਗਿਆ, ਮੈਂ ਕਿਸੇ ਦਾ ਕੋਈ ਦਿਲ ਥੋੜਾ ਦਿਖਾਉਣਾ ਹੈ, ਇੱਦਾਂ ਦੀ ਤੇ ਗੱਲ ਹੀ ਕੋਈ ਨਹੀਂ। ਜੇ ਕਿਸੇ ਨੂੰ ਕੋਈ ਤਕਲੀਫ ਪਹੁੰਚੀ ਤੇ ਮੈਂ ਆਪਣੇ ਬੋਲ ਵਾਪਸ ਲੈਣਾ। ਮੈਂ ਤੇ ਹੁਣ ਇੱਥੇ ਸਿੱਧੂ ਜਾ ਕੇ ਨਾ ਆਪਣੇ ਸਟੇਟ ਮੈਂ ਤੇ ਗੁਰਦੁਆਰਾ ਸਾਹਿਬ ਵਿੱਚ ਝਾੜੂ ਦੇਣਾ, ਮੈਂ ਪਛਤਾਤਾਪ ਕਰਨਾ ਵੀ ਇੰਨੀ ਮਾੜੀ ਗੱਲ ਹੋ ਗਈ। ਇਦਾਂ ਹੀ ਨਹੀਂ ਕਹਿੰਦੇ ਮੈਂ ਹਿਸਟਰੀ ਦਾ ਵਿਦਿਆਰਥੀ ਆ, ਮੈਂ ਤਾਂ ਅਹਿਮੀਅਤ ਜਾਣਦਾ ਹਾਂ, ਕਿਤੇ ਮੂੰਹੋਂ ਨਿਕਲ ਗਿਆ। ਮੈਂ ਤਾਂ ਜਦੋਂ ਮੁੱਖ ਮੰਤਰੀ ਹੁੰਦਾ ਸੀ ਇਸ ਗੁਰੂ ਘਰ ਤੋਂ ਉਸ ਗੁਰੂ ਘਰ ਤੱਕ ਆ ਸੜਕ ਬਣਾਈ, ਇੰਨੇ ਪੁਲ ਬਣਾਏ, ਮੈਂ ਤਾਂ ਬਹੁਤ ਸਤਿਕਾਰ ਕਰਦਾ, ਉਹਨਾਂ ਦੀ ਤਾਂ ਮਹਾਨਤਾ ਬੜੀ ਹੈ। ਪਰ ਜਿਹੜਾ ਇੰਨੀ ਛੇਤੀ ਕਹਿਤਾ ਇੱਕ ਦਿਨ ਦੇ ਵਿੱਚ ਹੀ ਅਕਾਲੀ ਦਲ ਨੇ ਵੈਸੇ ਮੁਜ਼ਾਹਰੇ ਕਰਨੇ ਸ਼ੁਰੂ ਕਰਤੇ, ਉਹ ਕੰਮ ਹੁਣ ਠੰਡਾ ਪੈ ਜਾਣਾ ਥੋੜਾ ਜਿਹਾ। ਨਹੀਂ ਉਹ ਤੇ ਪੈ ਹੀ ਜਾਣਾ, ਕਿਉਂਕਿ ਕਾਰਨ ਪਤਾ ਕੀ ਉਹਨਾਂ ਵੀ ਦੇਖ ਲਿਆ ਨਾ, ਉਹਨਾਂ ਨੇ ਦੇਖਿਆ ਵੀ ਇਹ ਸਾਰਾ ਕੁਝ ਘੁੰਮ ਘੁਮਾ ਕੇ ਜਥੇਦਾਰ ਸਾਹਿਬ ਤੱਕ ਚੱਲ ਗਿਆ ਤੇ ਉਹਨਾਂ ਵੀ ਤੇ ਘੁੰਮ ਘੁਮਾ ਕੇ ਗੱਲ ਇਹੋ ਹੀ ਕਰਨੀ ਹੈ ਤੇ ਮੈਂ ਪਹਿਲੇ ਹੀ ਕਰ ਦੇਣਾ। ਹੁਣ ਰਾਵਤ ਸਾਹਿਬ ਉਹਦੇ ਤੋਂ ਬਾਅਦ ਚਲ ਗਿਆ ਕੈਪਟਨ ਸਾਹਿਬ ਕੋ, ਤੇ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ 4 ਦੀ ਜਗ੍ਹਾ ਦੇ ਉੱਤੇ 3 ਕਾਰਜਕਾਰੀ ਪ੍ਰਧਾਨਾਂ ਨੂੰ ਲੈ ਕੇ ਮਿਲੇ ਸੀ ਰਾਵਤ ਸਾਹਿਬ ਨੂੰ, ਇੱਕ ਫਾਈਲ ਦਿੱਤੀ ਸੀ ਹਰੇ ਰੰਗ ਦੀ ਫਾਈਲ ਰਾਵਤ ਸਾਹਿਬ ਦੇ ਕੋਲ ਗੱਡੀ 'ਚ ਉਤਰੇ, ਕੁੜਤਾ ਸੈੱਟ ਕੀਤਾ, ਅਗਲੇ ਪਾਸੇ ਨੂੰ ਚਲੇ ਗਏ, ਕੈਪਟਨ ਸਾਹਿਬ ਦੇ ਨਾਲ ਇੱਕੋ ਸੋਫੇ ਦੇ ਉੱਤੇ ਬੈਠੇ ਤਾਂ ਉਹਨਾਂ ਨੂੰ ਫਾਈਲ ਫੜਾਈ। ਕੈਪਟਨ ਸਾਹਿਬ ਕਹਿੰਦੇ ਜੀ 1 ਮਿੰਟ, ਉੱਥੇ ਹੀ ਡੀਜੀਪੀ ਸਾਹਿਬ, ਐਸਟੀਐਫ ਦੇ ਚੀਫ ਸਾਹਿਬ, ਹੋਰ ਕਈ ਅਧਿਕਾਰੀ ਸੱਦੇ ਸੀ। ਅੱਛਾ ਜੀ 18 ਮੁੱਦੇ ਆ, ਪਹਿਲਾ ਕਿਹੜਾ? ਹਾਂਜੀ ਦੱਸੋ ਜੀ ਆਪਾਂ ਕੀ ਕੀਤਾ। ਉਹ ਬਾਹਰ ਆ ਕੇ ਰਾਵਤ ਸਾਹਿਬ ਨੇ ਦੱਸਿਆ ਕਿ ਨਸ਼ੇ ਦਾ ਮੁੱਦਾ ਵੀ ਡਿਸਕਸ ਹੋਇਆ ਹੈ, ਬਿਜਲੀ ਵਾਲਾ ਮੁੱਦਾ ਵੀ ਡਿਸਕਸ ਹੋਇਆ ਹੈ, ਹੋਰ ਵੀ ਬਹੁਤ ਸਾਰੇ ਮੁੱਦੇ ਡਿਸਕਸ ਹੋਏ ਹੈ, ਟਰਾਂਸਪੋਰਟ ਦੇ ਜਿਹੜੇ ਪਰਮਿਟਾਂ ਵਾਲਾ ਮੁੱਦਾ ਵੀ ਡਿਸਕਸ ਹੋਇਆ। ਕੈਪਟਨ ਸਾਹਿਬ ਬਹੁਤ ਛੇਤੀ ਕਰਨਗੇ। ਜਾਣੀ ਕਿ ਜਿਹੜੀ ਗੱਲ ਪਹਿਲਾਂ ਇਹ ਚੱਲਦੀ ਸੀ ਕਿ ਕੈਪਟਨ ਸਾਹਿਬ ਲਾਤੇ ਸਿੱਧੂ ਸਾਹਿਬ ਦੇ ਗਰੁੱਪ ਨੇ, ਉਹ ਵੀ ਠੰਡੀ ਪੈ ਗਈ, ਤੇ ਜਿਹੜੀ ਗੱਲ ਇਹ ਚੱਲਦੀ ਸਿੱਧੂ ਸਾਹਿਬ ਦੇ ਗਰੁੱਪ ਦੇ 3-4 ਮੰਤਰੀ ਕੱਢਤੇ ਉਹ ਵੀ ਠੰਡੀ ਪੈ ਗਈ। ਪਰ ਇੱਕ ਗੱਲ, ਰਾਵਤ ਸਾਹਿਬ ਅਜੇ ਚੰਡੀਗੜ੍ਹ ਹੀ ਸੀ, ਸਿੱਧੂ ਸਾਹਿਬ ਨੇ ਕਹਿੰਦੇ ਦਿੱਲੀ ਵਾਲੀ ਬੱਸ ਫੜ ਲਈ ਹੈ। ਨਹੀਂ ਉਹ ਤੇ ਵੈਸੇ ਹੀ ਮਿਲਣ ਗਏ ਨੇ, ਉਹ ਸ਼ਿਸ਼ਟਾਚਾਰ ਹੁੰਦਾ ਕੁਛ, ਸ਼ਿਸ਼ਟਾਚਾਰ ਦੇ ਨਾਤੇ ਦੇਖੋ ਪ੍ਰਧਾਨ ਨੇ, ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਮਿਲਣਾ ਹੈ, ਉਹ ਮਿਲ ਸਕਦੇ ਨੇ। ਇਹ ਕੋਈ ਗੱਲ ਥੋੜਾ ਤੁਸੀਂ ਹਰ ਗੱਲ ਦਾ ਇਸ਼ੂ ਨਾ ਬਣਾਇਆ ਕਰੋ। ਦੇਖੋ ਇਹ ਮੈਂ ਨਹੀਂ, ਇਹ ਰਾਵਤ ਸਾਹਿਬ ਨੇ ਕਿਹਾ। ਮੈਂ ਉਹ ਕਹਿ ਕੇ ਫਿਰ ਗੱਡੀ 'ਚ ਬਹਿ ਕੇ ਨਾਲ ਹੀ ਕਿ ਧੰਨ ਗੁਰੂ ਵਾਹਿਗੁਰੂ ਕਰਦੇ ਜਾਂਦੇ ਨੇ ਵੀ ਯਾਰ ਮੈਂ ਕਿੱਥੋਂ ਪੰਗਾ ਲੈ ਲੇ, ਹੋ ਸਕਦਾ ਉੱਥੇ ਦਿੱਲੀ ਫੋਨ ਵੀ ਕੀਤਾ ਹੋਵੇ। ਉਹਨਾਂ ਕਹਿੰਦੇ ਮੈਂ ਨਹੀਂ ਚਾਬੀਆਂ ਗੇਟ ਤੇ ਰੱਖ ਕੇ ਗਿਆ ਹਾਂ ਪੰਜਾਬ ਵਾਲੀਆਂ, ਉਹ ਕਹਿੰਦੇ ਨਹੀਂ ਅਜੇ ਚੁੱਕੀਆਂ ਨਹੀਂ। ਅੱਛਾ ਕਰਾਇਓ ਹਾਂ ਕਿਸੇ ਨਾਲ ਗੱਲ ਉੱਥੇ, ਜੇ ਮੋੜ ਲੈਣ ਤੇ ਚੰਗਾ ਹੀ ਆ। ਨਹੀਂ ਗੱਲ ਤਾਂ ਇਦਾਂ ਹੀ ਆ। ਬਾਕੀ ਤੁਹਾਡੇ ਕੋਲੇ 16 ਰੁਪਏ ਖੁੱਲੇ ਹੈਗੇ ਆ? ਨਹੀਂ ਹੈ ਨਹੀਂ। ਜੇ 16 ਰੁਪਏ ਖੁੱਲੇ ਹੋਣ ਤਾਂ ਤੁਸੀਂ ਮੈਨੂੰ 900 ਰੁਪਈਆ ਦੇਣਾ, ਇੱਕ ਖਾਲੀ ਗੈਸ ਦਾ ਸਿਲੰਡਰ ਦੇਣਾ, ਮੈਂ ਤੁਹਾਨੂੰ ਭਰਿਆ ਗੈਸ ਦਾ ਸਿਲੰਡਰ ਤਾਂ 16 ਰੁਪਏ ਮੋੜਨੇ ਆ। ਤੁਸੀਂ ਕੀ ਹਿਸਾਬ ਤਾਂ? ਹਾਂ, ਕਿਉਂਕਿ 25 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸਤੰਬਰ ਦੇ ਪਹਿਲੇ ਦਿਨ। ਭਾਰਤ ਦੇ ਲੋਕਾਂ ਨੂੰ ਤੋਹਫਾ ਮਿਲਿਆ ਤੇ ਹੁਣ 884 ਰੁਪਏ ਦਾ ਰਸੋਈ ਗੈਸ ਦਾ ਘਰੇਲੂ ਸਿਲੰਡਰ ਜਿਹੜਾ ਆਪਾਂ ਪਹਿਲਾਂ ਐ ਚੱਕ ਕੇ ਦੇਖੀਦਾ ਕਿ ਗੈਸ ਪੂਰੀ ਹੈ, ਹੁਣ ਉਹ ਸਿਲੰਡਰ 884 ਦਾ ਹੋ ਗਿਆ। ਸੰਧਾਲੀਆ ਸਾਹਿਬ ਕਮਾਲ ਦੀ ਗੱਲ ਪਤਾ ਕੀ ਹੈ, ਜਦੋਂ ਆ ਸਾਲ ਸ਼ੁਰੂ ਹੋਇਆ ਸੀ ਉਦੋਂ 700 ਤੋਂ ਥੱਲੇ ਸੀ, ਹੁਣ 884 ਦਾ ਆ। 2014 ਚ 7 ਸਾਲ ਪਹਿਲਾਂ ਇਹ ਸਿਲੰਡਰ 410 ਰੁਪਏ ਦਾ ਸੀ, ਅੱਜ 884 ਦਾ, ਜਾਣੀ ਕਿ 474 ਰੁਪਏ ਕੀਮਤ ਜਿਹੜੀ ਹੈ ਇਹਦੀ, ਉਹ 7 ਸਾਲਾਂ 'ਚ ਵਧੀ ਹੈ, ਦੁੱਗਣੇ ਤੋਂ ਵੀ ਵੱਧ ਹੋ ਗਈ ਹੈ। ਹੁਣ ਆਮ ਲੋਕ ਉਹ ਇਹ ਸੋਚਦੇ ਆ ਕਿ ਭਾਈ ਸਾਡੀ ਆਮਦਨ ਤਾਂ ਨਹੀਂ ਵਧੀ, ਅਸੀਂ ਰਸੋਈ ਗੈਸ ਜੇ ਇੰਨੀ ਮਹਿੰਗੀ ਲਵਾਂਗੇ। ਤੁਹਾਨੂੰ ਚੇਤਾ ਹੋਣਾ ਕਿ ਪਹਿਲਾਂ ਰਸੋਈ ਗੈਸ ਦੀ ਸਬਸਿਡੀ ਲੋਕਾਂ ਦੇ ਖਾਤੇ 'ਚ ਨਹੀਂ ਸੀ ਆਉਂਦੀ, ਲੋਕੀ 400, 350, ਪੌਣੇ 400 ਰੁਪਈਆ ਦਿੰਦੇ ਸੀ, ਸਿਲੰਡਰ ਭਰਾ ਕੇ ਘਰੇ ਲੈ ਆਉਂਦੇ ਸੀ। ਫਿਰ ਇੱਕ ਸਕੀਮ ਬਣਾਈ ਗਈ, ਨਹੀਂ ਜੀ ਪੈਸੇ ਤੁਸੀਂ ਪਹਿਲਾਂ ਪੂਰੇ ਹੀ ਦੇਣੇ 900 ਰੁਪਈਆ, 400-500 ਰੁਪਈਆ ਸਬਸਿਡੀ ਤੁਹਾਡੇ ਖਾਤੇ 'ਚ ਆਉਂਦੀ ਵੀ ਰਹੀ। ਫਿਰ 400 ਤੋਂ ਪੌਣੇ 400, ਫਿਰ 350, ਫਿਰ 300, ਫਿਰ 250, ਫਿਰ 200। ਆਹੋ ਹੁਣ ਕਈ ਵਾਰੀ ਜਿੱਦਾਂ ਨਾ ਆਉਂਦਾ 3 ਰੁਪਈਆ ਕਿਤੇ ਸਰਚਾਰਜ ਲੱਗਾ ਹੁੰਦਾ, ਕਿਤੇ ਟੈਕਸ ਕੱਟਿਆ ਹੁੰਦਾ, ਆਹ ਫਿਰ ਬੰਦਾ ਕਾਪੀ ਦੇਖਦਾ ਕਿ ਵਾਏ ਹੁਣੇ ਆਹ 20 ਰੁਪਈਏ ਗੈਸ ਦੀ ਸਬਸਿਡੀ ਮੂੰਗਫਲੀ ਲੈਣ ਜੋਗੇ ਆਉਂਦੇ। ਮੈਂ ਇਹ ਬੜਾ ਸੋਚ ਕੇ ਹੈਰਾਨ ਸੀ ਵੀ ਜਦੋਂ ਤੁਸੀਂ ਗੱਲ ਕਰਦੇ ਹੋ ਨਾ, ਉਦੋਂ ਮਨਮੋਹਨ ਹੋਰਾਂ ਦੀ ਸਰਕਾਰ ਹੁੰਦੀ ਸੀ ਤੇ ਉਦੋਂ ਕਿਉਂ ਉਹ ਬੜਾ ਰੌਲਾ ਪੈ ਗਿਆ ਸੀ ਵੀ ਭਾਈ ਸਾਹਿਬ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਤੇ ਕੱਚੇ ਤੇਲ ਦੀਆਂ ਕੀਮਤਾਂ ਵੱਧ ਗਈਆਂ, ਸਭ ਕੁਝ ਮਹਿੰਗਾ ਹੋ ਗਿਆ। ਤੇ ਉਦੋਂ ਕਿਉਂ ਮੈਨੂੰ ਚਿਹਰੇ ਵੀ ਯਾਦ ਆਉਂਦੇ ਨੇ ਜਿਹੜੇ ਉਦੋਂ ਵਿਰੋਧੀ ਧਿਰ 'ਚ ਹੁੰਦੇ ਸੀ ਬੀਜੇਪੀ ਦੇ, ਉਹਨਾਂ 'ਚੋਂ ਅੱਧਿਆਂ ਨੇ ਸਿਰ ਤੇ ਰੱਖੇ ਸੀ ਗੈਸ ਵਾਲੇ ਸਿਲੰਡਰ, ਹੈ ਨਾ। ਉਹ ਮਹਿੰਗਾਈ ਮਾਰ ਗਈ। ਮਨਮੋਹਨ ਸਿੰਘ ਜੀ ਆਪ ਕਿਉਂ ਮੌਨ ਹੈ, ਕੁਛ ਨਾ ਕੁਛ ਬੋਲੇ, ਬੜਾ ਕੁਛ ਹੋਇਆ ਉਦੋਂ। ਹੁਣ ਪਤਾ ਨਹੀਂ ਉਹ ਲੀਡਰ ਜਾਂ ਤਾਂ ਇਹਨਾਂ ਨੂੰ ਸਿਲੰਡਰ ਕਿਤੇ ਸਬਸਿਡੀ 'ਤੇ ਮਿਲਦਾ ਜਾਂ ਫਿਰ ਉਹਨਾਂ ਨੇ ਗੈਸ ਵਾਲਾ ਕਨੈਕਸ਼ਨ ਹੀ ਕਟਾਦਾ, ਪਾਥੀਆਂ 'ਤੇ ਰੋਟੀ ਬਣਾਉਣ ਲੱਗ ਪਏ।
ਨਹੀਂ, ਰਾਹੁਲ ਗਾਂਧੀ ਹੋਰੀ ਕਹਿੰਦੇ ਲੋਕਾਂ ਨੂੰ ਭੁੱਖੇ ਸੌਣ ਲਈ ਮਜਬੂਰ ਕਰਦੇ ਆ, ਲੋਕੀ ਕਿੱਥੋਂ ਰੋਟੀਆਂ ਖਾਣਗੇ, ਰੋਟੀ ਜਦ ਗੈਸ ਹੀ ਨਹੀਂ ਲੈ ਸਕਣਗੇ ਰੋਟੀ ਕਿੱਥੋਂ ਪਕਾਉਣਗੇ। ਪਰ ਤੇ ਰਾਹੁਲ ਗਾਂਧੀ ਹੁੰਦਾ ਤਾਂ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ, ਮੈਂ ਤਾਂ ਬੀਜੇਪੀ ਵਾਲਿਆਂ ਦੀ ਗੱਲ ਕਰਦਾ ਵੀ ਜਿਹੜੇ ਉਦੋਂ ਸੀ ਘੱਟੋ ਘੱਟ ਉਹ ਤੇ ਨਿਕਲਣ ਬਾਹਰ। ਨਹੀਂ ਦੇਖੋ, ਇਹ ਥੋੜੀ ਗੱਲ ਹੈ, ਤੁਸੀਂ 7 ਸਾਲ ਪਹਿਲਾਂ ਵਾਲੇ ਕੱਢੀ ਜਾਂਦੇ ਤੇ 7 ਦਿਨ ਪਹਿਲਾਂ ਵਾਲੇ ਨਿਕਲਦੇ। ਰਾਵਤ ਸਾਹਿਬ ਹੁਣੇ ਤਾਂ ਝੁੱਕੀ ਦੇ ਕੇ ਹਟੇ ਆਪਾਂ। ਨਹੀਂ ਠੀਕ ਹੈ, ਮੈਂ ਨਹੀਂ ਉਹ ਜੁਮਲਾ ਉਦੋਂ ਦੇਖਿਆ, ਉਹ ਕਹਿੰਦੇ ਇੱਥੇ ਰੋਡ ਪੈ ਗਿਆ ਸੀ 3 ਦਿਨ, ਇੱਥੋਂ ਪੁੜਪੜੀ ਥੋੜੀ ਠੀਕ ਨਹੀਂ ਰਹੀ ਸੀ, ਸਕਲ ਜਿਹੜੀ ਹੁੰਦੀ ਹੈ ਨਾ ਉਹਦੇ ਉੱਤੇ ਸੋਜਿਸ਼ ਲਾਲਗੀ ਆ ਗਈ ਸੀ ਥੋੜੀ ਜਿਹੀ। ਦੁਬਾਰਾ ਡਾਕਟਰ ਨੇ ਕਿਹਾ ਸੀ ਇਸ ਤਰ੍ਹਾਂ ਦੀ ਭਾਰੀ ਚੀਜ਼ ਤੋਂ ਦੂਰ ਰਹਿਣਾ, ਸਿਰ ਤੇ ਨਹੀਂ ਰੱਖਣਾ ਹੈ ਉਹਨੂੰ, ਖਾਸ ਤੌਰ ਤੇ ਜੇ ਰੱਖਣਾ ਵੀ ਹੈ ਤਾਂ ਖਾਲੀ ਰੱਖਣਾ ਹੈ। ਅੱਛਾ ਗੱਲ ਸੁਣੋ, ਭਗਵੰਤ ਮਾਨ ਦੀ ਗੱਲ ਨਾ ਕਰ ਲਈਏ ਯਾਰ। ਦੱਸ, ਤੁਸੀਂ ਮੇਰੀ ਗੱਲ ਸੁਣੋ, ਨਾ ਬੰਦਾ ਬੋਲਦਾ, ਤਸਵੀਰਾਂ ਬੋਲਦੀਆਂ। ਹਾਂ ਤੇ ਤਸਵੀਰਾਂ ਹੀ ਬੋਲਦੀਆਂ, ਹੋਰ ਦੱਸੋ ਕੀ ਬੋਲੇ, ਦੱਸੋ ਕਮਾਲ ਹੋ ਗਈ। ਹੁਣ ਚੱਕਰ ਪਤਾ ਕੀ ਹੈ ਜੀ, ਹੁਣ ਉਧਰ ਮਾਲਵੇ ਵੱਲ 1-2 ਜ਼ਿਲ੍ਹਿਆਂ ਦੇ ਵਿੱਚ ਇਹ ਸੁਣਨ ਚ ਆਇਆ ਵੀ ਜਿਹੜੇ ਆਮ ਵਰਕਰ ਨੇ, ਆਮ ਲੋਕ ਨੇ, ਜਾਂ ਜਿਹੜੇ ਕਹਿ ਲਓ ਕਿ ਵੀ ਕੁਝ ਇੱਕ ਲੋਕਾਂ ਤੇ ਇਹ ਵੀ ਸਟੇਟਮੈਂਟ ਦਿੱਤੀਆਂ ਵੀ ਯਾਰ ਅਸੀਂ ਭਗਵੰਤ ਮਾਨ ਦੇ ਵੋਟਰ ਹਾਂ ਵੀਰ, ਸਾਨੂੰ ਨਹੀਂ ਲੈਣ ਦੇਣਾ ਵੀ ਕੀ ਹੈ ਕੀ ਨਹੀਂ। ਅਸੀਂ ਇੱਥੇ ਵੇਖਿਆ ਕਹਿੰਦੇ ਕਦੀ ਖੁਰਲੀ ਤੇ ਭਾਸ਼ਣ ਦਿੰਦਾ ਸੀ, ਕਦੀ ਕਹਿੰਦੇ ਟਰਾਲੀ ਤੇ ਚੜ੍ਹੇ ਜਾਂਦਾ ਸੀ। ਇੱਕ ਉਹ ਬੰਦਾ ਵੀ ਉਹ ਜ਼ਿਕਰ ਕਰਦਾ, ਕਹਿੰਦਾ ਫਲਾਨਿਆਂ ਦੇ ਕਹਿੰਦਾ ਇਹਨਾਂ ਦਾ ਮੋਟਰਸਾਈਕਲ ਅਜੇ ਵੀ ਹੈਗਾ ਜਿੱਥੇ ਕਹਿੰਦਾ ਉਹ ਰੈਲੀ ਤੇ ਗਿਆ ਸੀ। ਇਦਾਂ ਕਿਤੇ ਕਹਿੰਦੇ ਸੰਦਾ ਅਜੇ ਵੀ ਇੱਥੇ ਦਿਸਦਾ ਹੀ ਆਹੋ ਹੈ ਨਾ। ਉਹ ਕਹਿੰਦੇ ਵੀ ਯਾਰ ਉਹ ਬੰਦਾ ਇੱਥੇ ਸਾਡੇ ਵੱਜਦਾ ਫਿਰਦਾ ਸੀਗਾ ਪਰ ਉਹ ਲੱਭਦਾ ਨਹੀਂ ਹੁਣ। ਉਹ ਕਹਿੰਦੇ ਵੀ ਨਹੀਂ ਲੱਭਦਾ ਤੇ ਕਾਰਨ ਐਡੀ ਕਿਹੜੀ ਗੱਲ ਹੈ। ਕਹਿੰਦੇ ਵੀ ਇਹਦੇ ਪਿੱਛੇ ਕਾਰਨ ਹੈ ਵੀ ਪਾਰਟੀ ਹੁਣ ਉਹਨੂੰ ਪਾਸੇ ਕਰੀ ਜਾਂਦੀ। ਹੁਣ ਦੇਖੋ ਇਹ ਗੱਲ ਜਾਂ ਤਾਂ ਪਾਰਟੀ ਮੰਨੇ ਜਾਂ ਭਗਵੰਤ ਮਾਨ ਹੋਰੀ ਮੰਨਣ, ਉਹ ਦੋਵਾਂ ਚੋਂ ਮੰਨਦਾ ਕੋਈ ਨਹੀਂ। ਵੀ ਲੋਕਾਂ ਨੂੰ ਪਤਾ ਨਹੀਂ ਕਿੱਥੋਂ ਸ਼ੱਕ ਆ। ਨਹੀਂ ਪਾਰਟੀ ਕਿੱਥੋਂ ਮੰਨੇ, ਪਾਰਟੀ ਤਾਂ ਵਿਪਾਸਨਾ ਤੇ ਗਈ ਹੈ, ਜੈਪੁਰ ਦੇ ਵਿੱਚ ਹੈ। ਪਾਰਟੀ ਤਾਂ ਕਹਿੰਦੀ ਹੈ ਕਿਉਂਕਿ ਫੋਨ ਹੈ ਨਹੀਂ ਉਹਨਾਂ ਕੋਲ, ਫੋਨ ਨਹੀਂ, ਅਖਬਾਰ ਉਹ ਪੜ੍ਹਦੇ ਨਹੀਂ, ਟੀਵੀ ਉਹ ਦੇਖਦੇ ਨਹੀਂ, ਮੌਨ ਵਰਤਦੇ ਆ, ਬੋਲਦੇ ਉਹ ਹੈ ਨਹੀਂ, ਘੱਟ ਬੋਲਦੇ। ਹਾਂ ਬਹੁਤ ਘੱਟ ਬੋਲਦੇ ਆ। 4 ਵਜੇ ਤੋਂ 6 ਵਜੇ ਤੱਕ ਉੱਠ ਕੇ ਉਹ ਸਾਧਨਾ ਕਰਦੇ ਆ, ਇੱਕ ਟਾਈਮ ਦਿਹਾੜੀ ਦੇ ਵਿੱਚ ਖਾਂਦੇ ਆ, ਕਮਜ਼ੋਰ ਹੋ ਕੇ ਆ ਜਾਣਾ, ਬੈਲਟ ਜੇ ਨਹੀਂ ਲਾ ਕੇ ਗਿਆ ਪੈਂਟ ਨੂੰ ਤਾਂ ਮਗਰ ਭੇਜ ਦਿਓ, ਪਤਲੇ ਹੋ ਜਾਣਾ ਥੋੜਾ ਜਿਹਾ। ਤੇ ਇਹਦੇ ਤੋਂ ਇਲਾਵਾ ਮੈਨੂੰ ਇੱਕ ਗੱਲ ਹੋਰ ਲੱਗਦੀ ਹੈ, ਜੇ ਤਾਂ ਸੱਚੀ ਮੁੱਚੀ ਭਗਵੰਤ ਮਾਨ ਸਾਹਿਬ ਨੂੰ ਇਹ ਲੱਗਦਾ ਹੋਵੇਗਾ ਕਿ ਭਾਈ ਪਾਰਟੀ ਬਹੁਤਾ ਧਿਆਨ ਨਹੀਂ ਦਿੰਦੀ, ਤਾਂ ਜਿਹੜੀਆਂ ਕੁਝ ਇੱਕ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਉੱਤੇ ਉਹਨਾਂ ਨੇ ਤਸਵੀਰਾਂ ਜਾਰੀ ਕੀਤੀਆਂ ਨਾ ਕਿ ਪਾਰਟੀ ਦੇ ਵਰਕਰ ਆਏ ਸੀ, ਵੱਖ-ਵੱਖ ਜ਼ਿਲ੍ਹਿਆਂ ਦੇ ਮੁਲਾਕਾਤਾਂ ਕੀਤੀਆਂ, ਇੱਕ ਤਾਂ ਇਹ ਹੋ ਸਕਦਾ ਕਿ ਉਹ ਸੰਕੇਤ ਦੇਣਾ ਚਾਹੁੰਦੇ ਹੁਣ ਕਿ ਬੜੀ ਛੇਤੀ ਮੈਂ ਆ ਰਿਹਾ। ਦੂਜਾ ਇਹ ਵੀ ਹੋ ਸਕਦਾ ਕਿ ਇੱਕ ਅੱਧਾ ਬੰਦਾ ਜਾ ਕੇ ਕੁੰਡਾ ਖੜਕਾਵੇ, ਕੇਜਰੀਵਾਲ ਸਾਹਿਬ ਬੋਲਿਓ ਭਾਵੇਂ ਨਾ, ਸੁਣ ਤਾਂ ਸਕਦੇ ਹੋ। ਉਹ ਭਗਵੰਤ ਮਾਨ ਹੁਣੀ ਵਰਕਰਾਂ ਨਾਲ ਫੋਟੋ ਪਾਈ ਜਾਂਦੇ, ਇਹ ਨਾ ਹੋਵੇ ਕਿ ਮੁੜ ਕੇ ਪਾਰਟੀ ਰਹਿ ਜਾਵੇ, ਵਰਕਰ ਕੋਈ ਹੋਰ ਲੈ ਜਾਵੇ। ਆਹੋ ਕੁਝ ਵੀ ਹੋ ਸਕਦਾ। ਨਹੀਂ ਬਿਲਕੁਲ ਹੋ ਸਕਦਾ, ਪਰ ਮੈਨੂੰ ਲੱਗਦਾ ਨਹੀਂ ਵੀ ਏਡੀ ਛੇਤੀ ਭਗਵੰਤ ਮਾਨ ਨਹੀਂ ਜਾਣਾ ਨਹੀਂ ਉਹਨਾਂ ਨੇ। ਆਪਾਂ ਤਾਂ ਅੰਦਾਜ਼, ਵੈਸੇ ਜਿਹੜੇ ਨਾ MLA ਇਕੱਠੇ ਹੋਏ ਸੀ ਆਮ ਆਦਮੀ ਪਾਰਟੀ ਦੇ ਥੋੜੇ ਦਿਨ ਪਹਿਲਾਂ, ਉਹਨਾਂ ਨੇ ਮੀਟਿੰਗਾਂ ਕੀਤੀਆਂ, ਵਿਚਾਰਾਂ ਕੀਤੀਆਂ ਕਿ ਆਪਾਂ ਹੁਣ ਐਂ ਕਰਨਾ। ਹੋ ਸਕਦਾ ਉੱਠਦੇ ਕਹਿੰਦੇ ਹੋਣਗੇ ਠੀਕ ਹੈ ਵਿਚਾਰਾਂ ਤਾਂ ਕਰ ਲਈਆਂ, ਪਰ ਜਿਹਨੇ ਬੀਂਡੀ ਲੱਗਣਾ ਉਹਨੂੰ ਵੀ ਲੈ ਆਓ, ਕਿਉਂ ਰੱਸਾ ਕਸ਼ੀ ਦੇ ਵਿੱਚ ਬੀਂਡੀ ਜ਼ਰੂਰ ਹੁੰਦਾ ਹੈ। ਇਹ ਨਾ ਮੈਨੂੰ ਵੀ ਇਹ ਵੀ ਜਾਪਦਾ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਨਾ ਪਟੜੀ ਤੇ ਡੱਬੇ ਖੜੇ ਕੀਤੇ ਆ। ਉਹ ਕਹਿੰਦੇ 5-7-10 ਆਪਣੇ ਨਿਕਲ ਗਏ ਸੀ, ਕੋਈ ਗੱਲ ਨਹੀਂ 5-7-10 ਆਪਾਂ ਹੋਰ ਲੈ ਆਉਣੇ, ਕਰਨਾ ਕਿ ਕੋਈ ਨਹੀਂ। ਕਹਿੰਦੇ ਪਾਣੀ ਨਾਲ ਧੋ ਧਾ ਕੇ ਲਿਸ਼ਕਾ ਕੇ ਰੱਖੋ। ਚੱਲਣਾ ਕਿੱਧਰ ਨੂੰ? ਕਹਿੰਦੇ ਚੱਲਣਾ ਆਪਾਂ ਵੀ ਇੰਜਣ ਕਿੱਥੇ, ਇੰਜਣ ਦਾ ਦੱਸਦੇ ਆ ਜੇ ਕੋਈ ਗੱਲ ਨਹੀਂ, ਡੱਬੇ ਤੇ ਲਿਸ਼ਕਾਓ। ਉਹ ਲੱਗਦਾ ਵੀ ਹੌਲੀ ਹੌਲੀ ਡੱਬੇ ਬਣਾਈ ਜਾਂਦੇ। ਕੋਈ ਵੀ ਦੱਸੇ ਵੀ ਭਾਵੇਂ ਡੱਬਾ 150 ਹੋਵੇ, ਜਦ ਤੱਕ ਇੱਕ ਇੰਜਣ ਹੈ ਨਹੀਂ ਉਹ ਚੱਲਣਾ ਹੀ ਨਹੀਂ। ਵੈਸੇ ਮੈਨੂੰ ਇਹ ਵੀ ਲੱਗਦਾ ਸੰਧਾਲੀਆ ਸਾਹਿਬ ਕਿ ਕੇਜਰੀਵਾਲ ਸਾਹਿਬ ਐਵੇਂ ਹੀ ਜੈਪੁਰ ਗਏ, ਜਿਹਨੇ ਵਿਪਾਸਨਾ ਕਰਨੀ ਉਹ ਤਾਂ ਘਰੇ ਵੀ ਕਰੀ ਜਾਂਦੇ, ਭਗਵੰਤ ਉਹਨਾਂ ਦੇ ਘਰੇ ਹੀ ਆ। ਨਹੀਂ ਨਾਲੇ ਆਇਆ ਤਾਂ 1.5 ਸਾਲ ਸਿੱਧੂ ਸਾਹਿਬ ਨੇ ਵੀ ਕੀਤੀ ਸੀ, ਜੇ ਮੌਨ ਵਰਤੀ ਧਾਰਨਾ ਦੇ ਉਹਨਾਂ ਵੀ ਧਾਰੇ ਸੀ। ਨਹੀਂ ਆਪਾਂ ਵੈਸੇ ਉਮੀਦ ਕਰਦੇ ਹਾਂ ਕੋਈ ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ, ਭਾਜਪਾ ਦਾ ਜਿਹੜਾ ਮਰਜ਼ੀ ਲੀਡਰ ਹੈ, ਭਾਈ ਬੋਲੋ, ਠੋਕ ਕੇ ਬੋਲੋ, ਲੋਕਾਂ ਦੇ ਪੱਖ 'ਚ ਬੋਲੋ, ਘੱਟੋ ਘੱਟ ਇੱਕ ਦੂਜੇ ਦੇ ਪ੍ਰੈਸ਼ਰ ਤਾਂ ਪੈਂਦਾ ਪਿਆ ਵੀ ਬੋਲਣਾ। ਹਾਂ ਨਹੀਂ ਬਿਲਕੁਲ ਬੋਲਣਾ, ਤੇ ਆਪਾਂ ਹੁਣ ਬੋਲੇ ਹੀ ਆ। ਨਹੀਂ ਜਾਣ ਦਾ ਵੇਲਾ ਆਪਣੇ ਨਾ। ਚਲੋ ਸ਼ੁਕਰੀਆ ਜੀ, ਆਪਣਾ ਵਿਪਾਸਨਾ ਤੇ ਹੁਣ। ਚਲੋ ਠੀਕ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਖਬਰਾਂ ਦੀਆਂ ਖਬਰਾਂ ਹੋ ਜਾਣ ਤੇ ਗੱਲਾਂ ਦੀਆਂ ਗੱਲਾਂ ਹੋ ਜਾਣ। ਤੁਸੀਂ ਇਹ ਫੀਡਬੈਕ ਜ਼ਰੂਰ ਦਿਆ ਕਰੋ। ਇੱਕ ਤਾਂ ਉਹ ਲਾਈਕ ਵਾਲਾ ਬਟਨ ਦੱਬ ਦਿਆ ਕਰੋ, ਇੱਕ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਜੇ ਤੁਸੀਂ YouTube ਤੇ ਦੇਖੋ, ਜੇ TV ਤੇ ਦੇਖੋ ਫਿਰ ਤਾਂ ਬਹੁਤ ਵਧੀਆ। ਤੇ ਬੜਾ ਧੰਨਵਾਦ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।